ਜਿਵੇਂ ਕਿ ਫॉर एग्जांपल ਹੁਣ ਆਪਾਂ ਇੱਕ ਹੋਰ ਜੇ ਆਪਾਂ ਐਗਜ਼ਾਮਪਲ ਲਈ ਇਸ ਤਰ੍ਹਾਂ ਦੀ ਤੇ ਜਿਵੇਂ ਮੰਨ ਲਓ ਮੈਂ ਕਹਾਂ ਕਿ ਕੋਈ ਵੀ ਸਰਫੇਸ ਮੈਂ ਇਸ ਤਰ੍ਹਾਂ ਕੋਈ ਵੀ ਸਰਫੇਸ ਅਸਿਊਮ ਕਰ ਲਵਾਂ ਮੰਨ ਲਓ 3 ਡਾਇਮੈਂਸ਼ਨਲੀ ਸੋਚੋ ਇਹਨੂੰ ਕਰਵ ਨਾ ਸਮਝਿਆ ਕਰੋ ਵੀ ਆਹ ਗੱਲ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ। ਇਹ ਇੱਕ ਸਰਫੇਸ ਹੈ ਤੇ ਮੰਨ ਲਓ ਆ ਇਹਦਾ ਕੋਈ ਛੋਟਾ ਜਿਹਾ ਸਰਫੇਸ ਐਲੀਮੈਂਟ ਵੀ ਦਿਖਾ ਦੇਣਾ ਇੱਥੇ ਤੁਹਾਨੂੰ ਮੈਂ ਆ ds ਸਰਫੇਸ ਐਲੀਮੈਂਟ ਹੈ ਤੇ ਮੰਨ ਲਓ ਇਸ ਜਗ੍ਹਾ ਤੇ ਮੰਨ ਲਓ ਚਾਰਜ ਹੈਗਾ ਮੰਨ ਲਓ ਇੱਥੇ q4 ਇੱਥੇ q1 q2 q3 q4 ਜਿਹੜਾ ਨੈਗੇਟਿਵ ਹੈ ਮੰਨ ਲਓ q5 ਇਹ ਮੰਨ ਲਓ ਪੋਜ਼ਿਟਿਵ ਹੈ ਤਾਂ ਮੈਨੂੰ ਜੇ ਕੋਈ ਬੰਦਾ ਪੁੱਛੂਗਾ ਇਥੋਂ ਫਲਕਸ ਕਿੰਨਾ ਤਾਂ ਆਪਾਂ ਫਲਕਸ ਟੋਟਲ ਫਲਕਸ ਦੇ ਲਈ ਪਹਿਲੇ ਗੱਲ ਤਾਂ ਜਿਹੜਾ ਇਲੈਕਟ੍ਰਿਕ ਫੀਲਡ ਯੂਜ਼ ਕਰਦੇ ਆ ਇੱਥੇ ਜੋ ਵੀ ਇਲੈਕਟ੍ਰਿਕ ਫੀਲਡ ਹੋਏਗਾ ਮੈਨੂੰ ਨਹੀਂ ਪਤਾ ਕਿਹੜੀ ਡਾਇਰੈਕਸ਼ਨ 'ਚ ਹੋਏਗਾ ਕਿਉਂਕਿ ਉਹ ਇਲੈਕਟ੍ਰਿਕ ਫੀਲਡ 1 2 3 4 5 ਦੇ 5 ਚਾਰजेस ਕਰਕੇ ਹੋਏਗਾ ਆ ਟੋਟਲ ਇਲੈਕਟ੍ਰਿਕ ਫੀਲਡ ਹੋਏਗਾ ਇਸ ਜਗ੍ਹਾ ਤੇ ਉਸ ਇਲੈਕਟ੍ਰਿਕ ਫੀਲਡ ਦਾ ds ਦੇ ਨਾਲ ਤੁਸੀਂ ਜਦੋਂ ਇੰਟੀਗਰਲ ਕਰੋਗੇ ਡਾਟ ਪ੍ਰੋਡਕਟ ਕਰਕੇ ਇੰਟੀਗ੍ਰੇਟ ਕਰੋਗੇ ਉਹਨੂੰ ਤੇ ਪੂਰੇ ਸਰਫੇਸ ਦੇ ਲਈ ਕਰੋਗੇ ਇਸ ਸਰਫੇਸ ਲਈ ਤਾਂ ਆਨਸਰ ਕੀ ਆਣਾ ਚਾਹੀਦਾ ਹੈ 1/ε0 ਟਾਈਮਸ ਇੱਥੇ ਕੀ ਆਏਗਾ ਦੱਸੋ ਮੈਨੂੰ ਇੱਥੇ ਕੀ ਆਣਾ ਚਾਹੀਦਾ ਕਿਹੜਾ ਚਾਰਜ ਆਏਗਾ q2 + q3 - q4 हाँ q2 + q3 - q4 सिर्फ इनसाइड वाले चार्जेस आएंगे बाहर वाला चार्ज नहीं कोई आएगा वो कंट्रीब्यूट ही नहीं कर पाएगा वो आप देखिया कल की क्यों नहीं कर पाएगा सो अगर आप समझते ही हैं सो आ अपनी गॉसेस थ्योरम की स्टेटमेंट है हुण आप इनू जे इस तरह अप्लाई करिए इस जगह ते मान लो कि मान लो एक आप इस तरह ले लेने एक क्यूब इस तरह क्यूब है ठीक है जी क्यूब दे ना आप इस फेस दे ऊपर इत्थे चार्ज रख देने क्यू चार्ज क्यों रखा है इस फेस दे ऊपर रखा है याद रखियो आ वाले फेस दे ऊपर जेड़ा अदरला फेस है ना ओदे ऊपर रखा है इस क्यू चार्ज नूं ते हुण मैनूं पुछया जा रहा है कि फाइंड टोटल फ्लक्स linked with cube complete cube ਹੁਣ ਤੁਸੀਂ ਸੋਚ ਕੇ ਦੇਖੋ ਵੀ ਇਹਦਾ ਆਨਸਰ ਕੀ ਦੇ ਸਕਦੇ ਆ ਆਪਾਂ ਸਰ ਕਿਊਬ 2ε0 ਹਾਂਜੀ ਕਿਵੇਂ ਆਇਆ ਸਰ ਆਪਾਂ ਇੱਕ ਹੋਰ ਕਿਊਬ ਉਹਦੀ ਸਾਈਡ ਤੇ ਇਮੇਜਿਨ ਕਰ ਲਾਂਗੇ ਹਾਂਜੀ ਜਿਵੇਂ ਦੇਖੋ ਪਹਿਲੀ ਗੱਲ ਤਾਂ ਇਹ ਸਾਰੇ ਨੇ ਸੋਚ ਕੇ ਦੇਖੋ ਕਿ ਕਿਊ ਤੋਂ ਇਲੈਕਟ੍ਰਿਕ ਫੀਲਡ ਲਾਈਨਸ ਕਿਦਾਂ ਦੀਆਂ ਹੋਣਗੀਆਂ ਦੇਖੋ ਜਿਹੜਾ ਆਹ ਵਾਲਾ ਫੇਜ਼ ਹੈ ਜਿਹਦੇ ਉੱਪਰ ਇਹਨੂੰ ਕਿਊ ਨੂੰ ਰੱਖਿਆ ਇੱਥੇ ਇਲੈਕਟ੍ਰਿਕ ਫੀਲਡ ਲਾਈਨਸ ਇਦਾਂ ਦੀਆਂ ਹੋਣਗੀਆਂ ਨਾ ਇਤੋਂ ਆਊਟਵਰਡ ਨਾਰਮਲ ਇਸ ਤਰ੍ਹਾਂ ਹੀ ਹੋਣਗੀਆਂ ਨਾ ਕਿ ਨਹੀਂ ਦੇਖੋ ਆਹ ਵਾਲੀ ਇਲੈਕਟ੍ਰਿਕ ਫੀਲਡ ਲਾਈਨਸ ਕਰਕੇ ਇਸ ਫੇਜ਼ ਦੇ ਉੱਪਰ ਕੋਈ ਚਾਰਜ ਕੋਈ ਫਲਕਸ ਆਏਗਾ ਨਹੀਂ ਆਏਗਾ ਪਰ ਜਦੋਂ ਇਹਦੇ ਅੰਦਰ ਨੂੰ ਜਾਣਗੇ ਇਧਰੋਂ ਦੀ ਉਹਦੇ ਕਰਕੇ ਫਲਕਸ ਆਏਗਾ ਬਾਕੀ ਜਿਹੜੇ ਫੇਜ਼ਸ ਨੇ ਉਹਦੇ ਥਰੂ ਹਨਾ ਤੇ ਜਿਹੜੀਆਂ ਇਧਰ ਨੂੰ ਨਿਕਲਣਗੀਆਂ ਫੀਲਡ ਲਾਈਨਸ ਉਹਨਾਂ ਥਰੂ ਫਲਕਸ ਕੋਈ ਇਹਦੇ ਥਰੂ ਤਾਂ ਆਇਆ ਨਹੀਂ ਹਨਾ ਤਾਂ ਆਪਾਂ ਫਲਕਸ ਨੂੰ ਦੇਖਾਂਗੇ ਕਿਵੇਂ ਗੌਸ ਥਿਊਰਮ ਕਿਵੇਂ ਲਵਾਂਗੇ ਆਪਾਂ ਉਹਦੇ ਲਈ ਕੀ ਕਰਦੇ ਆ ਦੇਖੋ ਅਸੀਂ ਆਪਾਂ ਪਹਿਲੀ ਗੱਲ ਤਾਂ ਇਸ ਚਾਰਜ ਨੂੰ ਇੱਥੇ ਰਹਿਣ ਦਿੰਦੇ ਆ ਤੇ ਆਪਾਂ ਇੱਕ ਆਪਣੇ ਵੱਲੋਂ ਇੱਕ ਇਮੇਜਿਨਰੀ ਹੋਰ ਇੱਥੇ ਡਰਾ ਕਰ ਲੈਂਦੇ ਆ ਬਿਲਕੁਲ ਸਿਮਿਲਰ ਜਿਹਾ ਕਿਊਬ ਇਸ ਤਰ੍ਹਾਂ ਬਿਲਕੁਲ ਸਿਮਿਲਰ ਇਸ ਤਰ੍ਹਾਂ ਹੁਣ ਜਿਹੜੇ ਦੋਨੋਂ ਕਿਊਬ ਹੋ ਗਏ ਤੁਸੀਂ ਦੱਸੋ ਇਹਦੇ ਵਿੱਚ ਬਿਲਕੁਲ ਇਹ ਸੈਂਟਰ 'ਚ ਇੱਥੇ ਪੈ ਗਿਆ ਨਾ ਚਾਹ ਤਾਂ ਇਸ ਚਾਰਜ ਦੇ ਕਰਕੇ ਜਿਹੜਾ ਫਲਕਸ ਇਸ ਯੈਲੋ ਕਿਊਬ ਦੇ ਥਰੂ ਹੋਏਗਾ ਉਹੀ ਇੱਧਰ ਦੇ ਥਰੂ ਹੋਏਗਾ ਕਿ ਨਹੀਂ ਬਰਾਬਰ ਬਿਲਕੁਲ ठीक है ना बोलो भी मेरे नाल गल करया करो बोल पिया करो कोई भी बिना नाम ले मैं नाम नहीं लेना तां ही बोलिया करो ऐ नहीं पता लगता मैं हवा नाल थोड़ी गल्लां कर रहा हां सो फ्लक्स जो टोटल सारे ने ना ये सोच रखिया भी जिम्मेवारी है कि 2-4 जणियां दी जेडे 2-4 जणे बोलदे ही ने वो बोली जाणगे वो 4 जणे चुप कर जांदे ने कि शायद कोई होर बोल पाऊगा बोलदा कोई भी नहीं फ्लक्स जेड़ा टोटल कितना आएगा फिर टोटल जो आएगा टोटल फ्लक्स with both cubes वो कितना आएगा 1/ε0 टाइम्स हुण चार्ज पूरी तरह दे अंदर इनक्लोज्ड है देखो पहला जेड़ा चार्ज सीगा वो इनक्लोज्ड नहीं सीगा क्योंकि वो स्पेस दे ऊपर पे आया सी इस चार्ज ਨੂੰ वैसे ਤਾਂ ਆਪਾਂ ਪੁਆਇੰਟ ਚਾਰਜ ਹੀ ਮੰਨਦੇ ਆ ਪਰ ਪੁਆਇੰਟ ਚਾਰਜ ਵੀ ਦੇਖਿਆ ਜਾਵੇ ਤਾਂ ਪੁਆਇੰਟ ਚਾਰਜ ਪੂਰੀ ਤਰ੍ਹਾਂ ਉਹਦੇ ਬਾਉਂਡਰੀ ਤੇ ਸੀਗਾ
ਬਾਉਂਡਰੀ ਮਤਲਬ ਥੋੜਾ ਅੱਧਾ ਉਧਰ ਅੱਧਾ ਇੱਧਰ, ਇੱਕ ਤਰ੍ਹਾਂ ਇਹ ਕਹਿ ਸਕਦੇ ਆਪਾਂ। ਪਰ ਜੇ ਆਪਾਂ ਸੋਚਿਆ ਜਾਵੇ ਕਿ ਬੋਥ ਕਿਊਬਸ ਦੇ ਥਰੂ ਫਲਕਸ ਇੰਨਾ ਹੈ ਤੇ ਫਲਕਸ ਦੋਨੋਂ ਕਿਊਬਸ ਵਿੱਚ ਬਰਾਬਰ ਹੀ ਵੰਡਿਆ ਗਿਆ ਹੋਣਾ, ਜੀ ਸਿਮੈਟਰੀ ਤੋਂ ਪਤਾ ਲੱਗ ਰਿਹਾ ਸਾਨੂੰ। ਤਾਂ ਫਿਰ ਜਿਹੜਾ ਟੋਟਲ ਜਿਹੜਾ ਫਲਕਸ ਤੁਹਾਡਾ ਹੈ ਵਿਦ 1 ਕਿਊਬ ਹੈ, ਜਿਹੜਾ ਵਿਦ 1 ਕਿਊਬ ਉਹ ਕਿੰਨਾ ਆਏਗਾ, ਇਹਦਾ ਹਾਫ ਹੋ ਜਾਏਗਾ ਬਸ। ਤਾਂ ਕਿਊਬ ਬਾय 2 ਐਪਸਿਲਨ ਨॉट ਆ ਜਾਏਗਾ। ਇੱਕ ਤਾਂ ਇਹਨੂੰ ਐ ਸੋਚ ਸਕਦੇ ਵੀ ਬੋਥ ਕਿਊਬਸ ਦਾ ਪਤਾ ਕਰ ਲਿਆ, ਤਾਂ ਇਸ ਕਿਊਬ ਦਾ ਇੱਕ ਦਾ ਪੁੱਛਿਆ ਸੀ ਉਹਦਾ ਹਾਫ ਹੋ ਜਾਏਗਾ ਉਹਦਾ, ਤਾਂ ਆ ਜਾਏਗਾ। ਦੂਜਾ ਤੁਸੀਂ ਐ ਵੀ ਸੋਚ ਸਕਦੇ ਹੋ ਕਿ ਜਿਹੜਾ ਇਹ ਕਿਊ ਚਾਰਜ ਹੈਗਾ ਇਹ ਬੇਸਿਕਲੀ ਇਹਦਾ ਅੱਧਾ ਚਾਰਜ ਇਹਦੇ ਅੰਦਰ ਆ ਗਿਆ, ਇੱਕ ਤਰ੍ਹਾਂ ਅੱਧਾ ਉਹਦੇ ਅੰਦਰ ਆ ਗਿਆ, ਕਿਊ ਬਟਾ 2 ਉਹਦੇ ਅੰਦਰ ਚਲਾ ਗਿਆ, ਕਿਊ ਬਟਾ 2 ਇਹਦੇ ਅੰਦਰ ਚਲਾ ਗਿਆ। ਉਸ ਹਿਸਾਬ ਨਾਲ ਕਿਊ ਦੋ ਹਿੱਸਿਆਂ 'ਚ ਵੰਡਿਆ ਗਿਆ। ਤਾਂ ਬੇਸਿਕਲੀ ਚਾਰਜ ਐਂਡ ਕਲੋਜ਼ ਜਿਹੜਾ ਆ ਕਿਊ ਇਨਸਾਈਡ, ਆਪਾਂ ਬਲੈਕ ਵਾਲੇ ਦੀ ਗੱਲ ਕਰੀਏ ਤਾਂ ਉਹ ਕੱਲਾ ਕਿਊ ਨਹੀਂ ਹੈ, ਕਿਊ ਬਟਾ 2 ਹੈ। ਇਸ ਲਈ ਫਿਰ ਜਿਹੜਾ ਫਲਕਸ ਹੈ ਉਹ ਬੇਸਿਕਲੀ ਚਾਰਜ ਇਨਸਾਈਡ ओवर एप्सिलॉन नॉट, फिर आंसर आ गया। सो चाहे तुम ਇਹਨੂੰ ਦੋ ਕਿਊਬ ਦੇ ਫਾਰਮ 'ਚ ਐ ਸੋਚੋ ਟੋਟਲ ਫਲਕਸ ਦੋਨੋਂ ਕਿਊਬ ਸੇ ਪਤਾ करके फिर ਇੱਕ ਦੇ ਵਿੱਚੋਂ ਹਾਫ ਕਰਤਾ, ਜਾਂ ਐ ਸੋਚੋ ਕਿ ਉਹ ਜੋ ਚਾਰਜ ਉਹਦੇ 'ਚ ਅੱਧਾ ਉੱਚੇ ਅੱਧਾ ਉੱਚੇ। ਇਹਦਾ ਇਸ ਤਰ੍ਹਾਂ ਹੋ ਗਿਆ ਤਰੀਕਾ ਸੋਚਣ ਦਾ। ਬਿਲਕੁਲ ਇਸੇ ਤਰ੍ਹਾਂ ਹੀ ਜੇ ਤੁਸੀਂ ਸੋਚੋ ਕਿਸੇ ਹੈਮੀਸਫੀਅਰ ਦੇ ਬਾਰੇ ਕਿ ਮੰਨ ਲਓ ਇਸ ਤਰ੍ਹਾਂ ਹੈਮੀਸਫੀਅਰ ਦਾ ਸਰਫੇਸ ਹੈਗਾ ਇਸ ਤਰ੍ਹਾਂ, ਤੇ ਹੈਮੀਸਫੀਅਰ ਦੇ ਬਿਲਕੁਲ ਆ ਜਿਹੜਾ ਸੈਂਟਰ ਹੈ ਇਸ ਜਗ੍ਹਾ ਤੇ, ਇੱਥੇ ਆਪਣੇ ਕੋਲ ਚਾਰਜ ਹੈਗਾ ਮੰਨ ਲਓ ਕਿਊ, ਜਿਹੜਾ ਉਹ ਕਿਊ ਚਾਰਜ ਰੱਖਿਆ ਸੀ ਉਹ ਇੱਥੇ ਰੱਖਿਆ ਆਪਾਂ ਹੁਣ ਇਹਦੇ ਸੈਂਟਰ 'ਚ ਕਿਊ। ਹੈਮੀਸਫੀਅਰ ਦਾ ਰੇਡੀਅਸ ਜੋ ਮਰਜੀ ਹੋਵੇ ਇੱਥੇ ਮੈਟਰ ਨਹੀਂ ਕਰਦਾ। ਹੁਣ ਆ ਹੈਮੀਸਫੀਅਰ ਦੇ ਥਰੂ ਤੁਸੀਂ ਫਾਈਂਡ ਕਰਨਾ ਹੈ ਫਲਕਸ ਇਸ ਹੈਮੀਸਫੀਅਰ ਦੇ ਥਰੂ। ਤਾਂ ਤੁਸੀਂ ਜਾਂ ਤਾਂ ਇਸ ਚਾਰਜ ਨੂੰ ਆਪਾਂ ਮੰਨੀਏ, ਪਰ ਇਹ ਕਿ ਆਪਾਂ ਜ਼ਿਆਦਾ ਵਧੀਆ ਕਿ ਆਪਾਂ ਇਹਨੂੰ ਗੌਸਿਅਸ ਥਿਊਰਮ ਲਗਾਉਣ ਦੇ ਲਈ ਕੀ ਕਰਾਂਗੇ, ਕੀ ਇਮੇਜਿਨ ਕਰਾਂਗੇ ਹੁਣ ਇੱਕ ਹੋਰ ਇਮੇਜਿਨਰੀ ਸਫੀਅਰ। ਇੱਥੇ ਇਮੇਜਿਨਰੀ ਸਫੀਅਰ ਹੀ ਕਿਉਂ ਇਮੇਜਿਨ ਕਰਾਂਗੇ, ਜਿਵੇਂ ਕਿ ਹੋਰ ਕੋਈ ਵੀ ਇਮੇਜਿਨ ਕਰ ਲਈ ਤਾਂ ਵੀ ਤਾਂ ਇਹਦੇ ਅੰਦਰ ਆ ਹੀ ਜਾਏਗਾ ਨਾ। ਆਪਾਂ ਸਿਮੈਟਰੀ ਨੂੰ ਕਾਇਮ ਰੱਖਣ ਲਈ ਕਰਦੇ ਹਾਂ ਕਿ ਜਿੰਨਾ ਫਲਕਸ ਹੋਵੇ ਉਹ ਦੋਨਾਂ 'ਚ ਬਰਾਬਰ ਵੰਡਿਆ ਜਾਵੇ। ਹਾਲਾਂਕਿ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਦੋਗੇ ਤਾਂ ਵੀ ਮਤਲਬ ਇੱਥੇ ਫਲਕਸ ਨੀਚੇ ਬਰਾਬਰ ਹੀ ਵੰਡਿਆ ਜਾਏਗਾ, ਉਹ ਸਿਮੈਟਰੀ ਤੋਂ ਪਤਾ ਲੱਗ ਰਿਹਾ ਆਪਾਂ ਨੂੰ। ਪਰ ਆਪਾਂ ਨੀਚੇ ਇੱਕ ਹੋਰ ਇਮੇਜਿਨ ਕਰ ਲੈਂਦੇ ਹਾਂ। ਹੁਣ ਪੂਰੇ ਸਫੀਅਰ ਦੇ ਲਈ ਫਲਕਸ ਆ ਜਾਏਗਾ ਨਾ ਕਿਊ ਬਾਈ ਐਪਸਿਲਨ ਨॉट, ਤਾਂ ਫਿਰ ਤੁਹਾਡਾ ਜਿਹੜਾ ਰਿਕੁਆਇਰਡ ਫਲਕਸ ਹੋਏਗਾ ਥਰੂ ਹੈਮੀਸਫੀਅਰ ਜਿਹੜਾ ਹੋਏਗਾ ਉਹ ਕਿੰਨਾ ਆਏਗਾ, ਆ ਵੀ ਉਨਾ ਹੀ ਹੋਏਗਾ ਕਿਊ ਬਾਈ 2 ਐਪਸਿਲਨ ਨॉट, ਬਿਲਕੁਲ ਉਹ ਨਹੀਂ ਆਏਗਾ। ਸੋ ਇਸ ਤਰ੍ਹਾਂ ਦੇ ਆ ਬੇਸਿਕ ਜੇ ਗੱਲਾਂ ਕੁਝ ਤੁਸੀਂ ਸੋਚ ਸਕਦੇ ਹੋ। ਹੋਰ ਵੀ ਇਸ ਤਰ੍ਹਾਂ ਸੋਚਿਆ ਜਾ ਸਕਦਾ ਜੇ ਮੰਨ ਲਓ ਤੁਹਾਡੇ ਕੋਲ ਐ ਹੋ ਜਾਵੇ ਕਿ ਵੀ ਜਿਹੜਾ ਤੁਹਾਡਾ ਇਹ ਆਪਾਂ ਹੁਣੇ ਡਰਾ ਕੀਤਾ ਸੀ, ਜਿਵੇਂ ਕਿਊਬ ਡਰਾ ਕਰ ਲਓ ਇਸ ਤਰ੍ਹਾਂ ਹੀ, ਤੇ ਆਪਾਂ ਕਿਊ ਚਾਰਜ ਨੂੰ ਹੁਣੇ ਫੇਸ ਤੇ ਰੱਖਿਆ ਸੀ ਨਾ, ਫੇਸ ਤੇ ਨਾ ਰੱਖੀਏ, ਆਪਾਂ ਕਿਊ ਚਾਰਜ ਨੂੰ ਇੱਥੇ ਰੱਖ ਦਈਏ ਐਜ ਤੇ, ਇੱਥੇ ਐਜ ਤੇ ਰੱਖਤਾ ਕਿਊ ਚਾਰਜ ਨੂੰ। ਹੁਣ ਐਜ ਤੇ ਰੱਖਿਆ ਹੈ, ਬਿਲਕੁਲ ਅੰਦਰ ਨਹੀਂ ਹੈਗਾ, ਅੰਦਰ ਥੋੜਾ ਜਿਹਾ ਵੀ ਅੰਦਰ ਹੋ ਗਿਆ ਤਾਂ ਪੂਰਾ ਕਿਊ ਬਾਈ ਐਪਸਿਲਨ ਨॉट ਆंसर ਆਏਗਾ। ਪਰ ਇਹ ਜਿਹੜਾ ਐਜ ਤੇ ਰੱਖਿਆ ਇਹ ਅੰਦਰ ਨਹੀਂ ਹੈ, ਇਹ ਐਜ ਤੇ ਹੈ। ਤਾਂ ਇਸ ਨੂੰ ਜੇ ਸੋਲਵ ਕਰਨਾ ਹੋਵੇ ਬਾय ਗੌਸਿਅਸ ਥਿਊਰਮ ਤਾਂ ਤੁਸੀਂ ਕੀ ਇਮੇਜਿਨ ਕਰੋਗੇ ਹੁਣ ਦੱਸੋ? ਸਰ 3 ਕਿਊਬ ਇਮੇਜਿਨ ਕਰ ਲਾਂਗੇ। ਕਿੰਨੇ? ਹਾਂ 3 ਕਿਊਬ ਇਮੇਜਿਨ ਕਰਨੇ ਪੈਣੇ ਹੁਣ, ਕਿਉਂਕਿ ਜੇ ਮੈਂ ਆਹ ਵਾਲਾ ਕਿਊਬ ਇਮੇਜਿਨ ਕਰ ਲਿਆ ਇੱਥੇ ਤਾਂ ਉਹਦੇ ਨਾਲ ਵੀ ਇਹ ਅੰਦਰ ਨਹੀਂ ਆਇਆ ਨਾ ਚਾਰਜ ਹਲੇ। ਫਿਰ ਆਪਾਂ ਕੀ ਕਰਾਂਗੇ, ਇਹਦੇ ਨੀਚੇ ਵੀ ਇਮੇਜਿਨ ਕਰਾਂਗੇ ਇਸ ਤਰ੍ਹਾਂ ਹੀ ਕਿਊਬ, ਤੇ ਇਹਦੇ ਨੀਚੇ ਵੀ ਇਮੇਜਿਨ ਕਰਾਂਗੇ ਇਸ ਤਰ੍ਹਾਂ ਹੀ, ਇਸ ਤਰ੍ਹਾਂ ਠੀਕ ਹੈ। ਤੇ ਇੱਕ ਇੱਧਰ ਵੀ ਹੋਏਗਾ। ਤਾਂ ਇਸ ਤਰ੍ਹਾਂ 4 1 2 3 4 ਕਿਊਬ ਲਵਾਂਗੇ ਤਾਂ ਜਾ ਕੇ ਕਿਊਬ ਅੰਦਰ ਆਏਗਾ ਬਿਲਕੁਲ ਉਹਦੇ ਇਨ ਬਿਟਵੀਨ। ਤੇ ਫਲਕਸ ਉਹਦਾ ਡਿਸਟ੍ਰੀਬਿਊਸ਼ਨ ਚਾਰੇ ਪਾਸੇ ਬਿਲਕੁਲ ਯੂਨੀਫਾਰਮ ਹੋਏਗਾ। ਤਾਂ ਤੁਹਾਡਾ ਜਿਹੜਾ ਫਲਕਸ ਆਏਗਾ ਥਰੂ ਆਲ 4 ਕਿਊਬਸ ਦੇ ਥਰੂ ਕਿੰਨਾ ਆਏਗਾ ਉਹ Q by epsilon. फ्लक्स थ्रू 1 क्यूब Q by 4 epsilon. Q by 4 epsilon। ਮਤਲਬ ਇਸ ਤਰ੍ਹਾਂ ਆਪਾਂ ਆਰਾਮ ਨਾਲ ਸੋਚ ਸਕਦੇ ਹਾਂ, ਗੌਸਿਅਸ ਥਿਊਰਮ ਨੂੰ ਯੂਜ਼ ਕਰਦੇ ਹੋਏ ਵੀ ਆਪਾਂ ਕੰਮ ਕਰ ਸਕਦੇ। ਇਹ ਇਸ ਤਰ੍ਹਾਂ ਜੇ ਆਪਾਂ ਕੋਈ ਸਫੀਅਰ ਸਰਫੇਸ ਗਿਵਨ ਹੈ ਤੇ ਚਾਰਜ ਗਿਵਨ ਹੈ ਤਾਂ ਇਹ ਕੰਮ ਕਰਦੇ ਆ ਆਪਾਂ। ਤਾਂ ਯਾਦ ਰੱਖਿਓ, ਇਸ ਤੋਂ ਪਹਿਲਾਂ ਆਪਾਂ ਜੋ ਫਲਕਸ ਕਰ ਰਹੇ ਸੀ ਤਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ 'ਚ ਰੱਖ ਕੇ ਆਪਾਂ ਸਿਰਫ ਫਲਕਸ ਦੇਖ ਰਹੇ ਸੀ, ਪਰ ਹੁਣ ਆਪਾਂ ਉਸ ਚੋਂ ਅੱਗੇ ਆ ਗਏ। ਹੁਣ ਆਪਾਂ ਚਾਰਜ ਰੱਖਦੇ ਹਾਂ, ਇਲੈਕਟ੍ਰਿਕ ਫੀਲਡ ਇਸੇ ਚਾਰਜ ਕਰਕੇ ਹੈ ਜਿਹਦੇ ਕਰਕੇ ਫਲਕਸ ਦੇਖ ਰਹੇ ਹਾਂ, ਬਾਹਰੋਂ ਕੋਈ ਇਲੈਕਟ੍ਰਿਕ ਫੀਲਡ ਨਹੀਂ ਅਪਲਾਈ ਕੀਤਾ ਹੈ ਇੱਥੇ, ਇਹ ਤਾਂ ਇਸੇ ਚਾਰਜ ਕਰਕੇ ਜਿਹੜਾ ਪੈਦਾ ਹੁੰਦਾ ਉਹ ਆਪਾਂ ਕਰਦੇ। ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਬੇਸਿਕਲੀ ਗੌਸੀਅਨ ਸਰਫੇਸ ਕੀ ਹੁੰਦਾ, ਇੱਕ ਨਵਾਂ ਟੌਪਿਕ ਜਿਹਦੇ ਨਾਲ ਕਿ ਆਪਾਂ ਪਤਾ ਕਰਾਂਗੇ। ਅੱਛਾ, ਸਭ ਤੋਂ ਸਿੰਪਲ ਜੀ ਗੱਲ ਬੱਚਾ ਸੋਚਦਾ ਹੈ ਕਿ ਗੌਸਿਅਸ ਥਿਊਰਮ ਅਸੀਂ ਕਿਉਂ ਕਰ ਰਹੇ ਹਾਂ, ਮਤਲਬ ਅਸੀਂ ਗੌਸਿਅਸ ਥਿਊਰਮ ਤੋਂ ਕਰਤਾ ਲਿਆ ਕਿ ਜੇ ਫਲਕਸ ਪਤਾ ਕਰਨਾ ਹੈ ਥਰੂ ਐਨੀ ਕਲੋਜ਼ਡ ਸਰਫੇਸ
ਤਾਂ 1/ε ਟਾਈਮਸ ਚਾਰਜ ਇਨਸਾਈਡ ਦੈਟ ਸਰਫੇਸ ਹੁੰਦਾ ਹੈ। ਆ ਗੱਲ ਤਾਂ ਆਪਾਂ ਕਰ ਲਈ, ਚਲੋ ਕਰ ਲਈ, ਪਰ ਇਹਦਾ ਕੀ ਫਾਇਦਾ? ਅਸੀਂ ਇਹਦਾ ਐਪਲੀਕੇਸ਼ਨ ਕੀ ਹੈ? ਐਪਲੀਕੇਸ਼ਨ ਆਫ ਗੌਸੀਅਸ ਥਿਊਰਮ ਕੀ ਹੈ? ਦੇਖੋ ਇਹਦੀ ਐਪਲੀਕੇਸ਼ਨ ਇਹ ਹੈ ਕਿ this is used to evaluate electric field at any point, observation point कोई भी, due to, बड़ी इंपॉर्टेंट चीज है, due to continuous charged distributions, जो कि तुसी हुणी ਪਿੱਛੇ ਕਰਦੇ ਰਹੇ ਹੋ, ਪਰ ਪਿੱਛੇ ਤੁਸੀਂ ਕਰਦੇ ਰਹੇ ਹੋ ਯੂਜ਼ਿੰਗ ਇੰਟੀਗ੍ਰੇਸ਼ਨ, ਯੂਜ਼ਿੰਗ ਕੈਲਕੂਲਸ। ਤੁਹਾਨੂੰ ਕੈਲਕੂਲਸ ਮੈਥਡ ਦੇ ਨਾਲ ਉਹ ਸਾਰੀ ਡੈਰੀਵੇਸ਼ਨ ਜਿਹੜੀ ਕਰਾਈਆਂ ਨੇ ਨਾ, ਤੁਹਾਨੂੰ ਆ ਇਹਦੇ ਲਈ ਇੱਕ ਹਾਫ ਰਿੰਗ ਲਈ ਜਾਂ ਪੂਰੀ ਰਿੰਗ ਜਾਂ ਉਹਦੇ ਲਈ ਜਾਂ ਫਿਰ ਰਿੰਗ ਦੇ ਐਕਸਲ ਪੁਆਇੰਟ ਤੇ ਐਕਸ ਡਿਸਟੈਂਸ ਤੇ ਉਹਦੇ ਲਈ, ਇਹ ਕੁਝ ਵੀ ਨਹੀਂ ਤੁਹਾਨੂੰ ਆਏਗਾ ਸਕੂਲ ਸਿਲੇਬਸ ਦੇ ਵਿੱਚ। ਇਹ ਸਭ ਚੀਜ਼ਾਂ ਤੁਹਾਨੂੰ ਸਕੂਲ ਦੇ ਲਈ ਨਹੀਂ ਆਏਗਾ, ਇਹ ਸਭ ਕੰਪੀਟੀਸ਼ਨ ਲਈ ਸੀਗਾ ਤੇ ਰਿਜ਼ਲਟਸ ਤੁਹਾਨੂੰ ਪਤਾ ਨੇ, ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਪਰ ਜਿਹੜੇ ਹੁਣ ਕਰਾਂਗੇ ਆਪਾਂ ਗੌਸਿਅਸ ਥਿਊਰਮ ਨੂੰ ਯੂਜ਼ ਕਰਕੇ, ਉਹ ਸਾਰੇ ਡੈਰੀਵੇਸ਼ਨ ਸਕੂਲ ਐਗਜ਼ਾਮ ਲਈ ਆਉਣਗੇ। ਅੱਜ ਜੋ ਮੈਂ ਹੁਣ ਤੁਹਾਨੂੰ ਕਰਵਾਉਣ ਜਾ ਰਿਹਾ ਅੱਜ, ਇਹ ਹੋ ਹੀ ਨਹੀਂ ਸਕਦਾ ਕਿ ਇਹ ਚੋਂ ਤੁਹਾਨੂੰ 5 ਮਾਰਕ 'ਚ ਉੱਥੇ ਨਾ ਮਿਲੇ। ਗੌਸਿਅਸ ਥਿਊਰਮ ਦੇ ਰਿਲੇਟਡ ਕੋਈ ਨਾ ਕੋਈ ਐਪਲੀਕੇਸ਼ਨ ਜ਼ਰੂਰ ਆਏਗੀ ਤੁਹਾਡੇ ਯੂਨਿਟ ਟੈਸਟ ਵਿੱਚ, ਜਿਹੜੇ ਤੁਹਾਡੇ ਹੁਣ ਹੋਣਗੇ ਮਈ ਦੇ ਵਿੱਚ ਕਦੇ ਵੀ। ਇਸ ਲਈ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ ਤੇ ਤੁਹਾਨੂੰ ਕਾਫੀ ਹੱਦ ਤੱਕ, ਕਿਉਂਕਿ ਆਪਾਂ ਗੌਸਿਅਸ ਥਿਊਰਮ ਬਾਰੇ, ਫਲਕਸ ਬਾਰੇ, ਫਲਕਸ ਦੀ ਡੈਫੀਨੇਸ਼ਨ ਬਾਰੇ, ਉਹਨੂੰ ਕੈਲਕੂਲੇਟ ਕਰਨ ਬਾਰੇ, ਹੈ ਨਾ, ਇੰਟੀਗ੍ਰੇਸ਼ਨ ਕਿਵੇਂ ਯੂਜ਼ ਕਰਦੇ ਹੋ ਉਹਦੇ ਬਾਰੇ ਗੱਲ ਕਰ ਚੁੱਕੇ ਹਾਂ। ਸੋ ਤੁਹਾਨੂੰ ਇਹ ਬਹੁਤ ਸੌਖਾ ਲੱਗਣ ਵਾਲਾ ਹੈ, ਤੁਸੀਂ ਸੌਖਾ ਬਹੁਤ ਇਹਨੂੰ ਸਮਝ ਲਓਗੇ, ਬਹੁਤ ਆਰਾਮ ਨਾਲ, ਤੁਹਾਡੇ ਲਈ ਇਹ ਬਹੁਤ ਵੱਡੀ ਗੱਲ ਨਹੀਂ ਹੋਏਗੀ। ਬਸ ਤੁਸੀਂ ਇਹ ਮੇਰੀ ਗੱਲ ਸਮਝ ਲਓ ਨਾਲ ਨਾਲ ਹੁਣ ਕਿ ਮੈਂ ਕਿਵੇਂ ਕੰਮ ਕਰਨਾ ਹੈ ਹਰ ਇੱਕ ਕੇਸ ਦੇ ਵਿੱਚ। ਹਾਂਜੀ शुभम सर मेरे थोड़े से सर डाउट थे सर फ्लक्स वगैरह वाले, सर वो अभी करें या बाद में कराओगे? तो अभी आप पहले क्यों नहीं बोले? जब मैं अभी जब क्लास स्टार्ट की तो क्यों नहीं बोले? अब मैंने पूछ नहीं रहा था कि कोई डाउट है तो पूछ लो। थोड़ा सा लेट है सर, मतलब थोड़ा सा मैं कुछ कर रहा हूँ, लेट हो गया। नहीं, फिर वो बात जो शुरू हो चुकी है अब इसके बीच में चल नहीं सकता, वो सब या तो एंड में पूछ लेना या फिर अब आप देखो, अब आप अगले क्लास एंड में करा देना, नहीं तो कल संडे है, कल तो हम कर ही लेंगे। और अभी क्या पता आपके क्लियर ही हो जाए, अभी हम फ्लक्स के बारे में बात करने वाले हैं सारी। ओके सर, यहाँ पे जहाँ पे समझ ना आए वहां पूछ लेना, क्या पता आपका डाउट भी क्लियर हो जाए। ठीक है, यस सर। अच्छा, भी कंटीन्यूअस चार्ज डिस्ट्रीब्यूशंस की होंदियां ने, मैं ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਇਹਦੇ ਬਾਰੇ ਨਾ ਘਬਰਾ ਜਾਓ ਯਾਰ ਨਵੀਂ ਚੀਜ਼ ਆ ਗਈ, ਕੋਈ ਨਵੀਂ ਚੀਜ਼ ਨਹੀਂ ਆ ਗਈ। ਕੰਟੀਨਿਊ ਚਾਰਜ ਡਿਸਟ੍ਰੀਬਿਊਸ਼ਨ ਮਤਲਬ ਕਿ ਜਿਵੇਂ ਕਿ ਮੰਨ ਲਓ ਕਿਸੇ ਲਾਈਨ ਦੇ ਉੱਪਰ ਚਾਰਜ ਹੋਵੇ ਨਾ, ਕੋਈ ਵਾਇਰ ਦੇ ਉੱਪਰ ਚਾਰਜ ਹੋਵੇ ਸਾਰੀ ਦੇ ਉੱਪਰ, ਜਾਂ ਫਿਰ ਕਿਸੇ ਸਰਫੇਸ ਦੇ ਉੱਪਰ ਚਾਰਜ ਹੋਵੇ, ਮੰਨ ਲਓ ਹਾਂ ਸਰਫੇਸ ਨੂੰ ਆਪਾਂ ਸ਼ੀਟ ਦੀ ਤਰ੍ਹਾਂ, ਸ਼ੀਟ ਹੈ ਮੰਨ ਲਓ, ਆ ਸ਼ੀਟ ਹੈ, ਸ਼ੀਟ ਦੇ ਉੱਪਰ ਚਾਰਜ ਹੈ, ਠੀਕ ਹੈ, ਜਾਂ ਕਿਸੇ ਸਫੀਅਰ ਜਾਂ ਸੋਲਿਡ ਦੇ ਉੱਪਰ ਚਾਰਜ ਹੈ ਨਾ, ਵੋਲਿਊਮ ਚਾਰਜ ਡਿਸਟ੍ਰੀਬਿਊਸ਼ਨ। ਸਰਫੇਸਿਸ ਲਈ ਅਸੀਂ ਸਿਗਮਾ ਯੂਜ਼ ਕਰਦੇ ਹਾਂ, ਸਰਫੇਸ ਚਾਰਜ ਡੈਂਸਿਟੀ। वॉल्यूम ਲਈ ਰੋ ਯੂਜ਼, ਵੋਲਿਊਮ ਚਾਰਜ ਡੈਂਸਿਟੀ। ਇਹਦੇ ਲਈ ਲੀਨੀਅਰ ਚਾਰਜ ਡੈਂਸਿਟੀ ਲੈਮਡਾ ਯੂਜ਼ ਕਰਦੇ ਆ। ਆ ਸਭ ਕਰਦੇ ਆ ਨਾ ਆਪਾਂ, ਇਦਾਂ ਦੀ ਜਿਹੜੀ ਚੀਜ਼ਾਂ ਨੇ, ਇਹਨਾਂ ਦੇ ਕਰਕੇ ਆਪਾਂ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੋਵੇ ਤਾਂ ਗੌਸਿਅਸ ਥਿਊਰਮ ਦੀ ਬਹੁਤ ਹੈਲਪ ਮਿਲਦੀ ਹੈ। ਕਿਵੇਂ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਸਮਝੀਏ ਇੱਕ ਚੀਜ਼, ਨਵੀਂ ਚੀਜ਼ ਤੁਹਾਡੇ ਲਈ, ਇੱਕ ਕਿ ਗੌਸੀਅਨ ਸਰਫੇਸ ਕੀ ਹੁੰਦਾ ਹੈ। गॉसियन सरफेस, सब तो पहला देखो कि समझो गॉसियन सरफेस एक बिल्कुल इमेजिनरी सरफेस है, ये एक इमेजिनरी सरफेस हुंदा है, ये याद रखियो। इदां दा कोई सरफेस हुंदा नहीं है उत्थे, आपां मनदे आ कि मान लो जे उत्थे इदां दा सरफेस होवे तां ओहदे थ्रू आपां फ्लक्स पता करदे। ते गॉसियन सरफेस इमेजिनरी सरफेस नहीं हुंदा बल्कि इमेजिनरी क्लोज्ड सरफेस हुंदा है। ते ये आपां इस तरह चूज करदे हां, बहुत क्लेवरली चूज करदे हां असीं, या फिर बहुत अटेंटिवली ਅਸੀਂ ਚੂਜ਼ ਕਰਦੇ ਹਾਂ ਇਹਨੂੰ। ਆਪਾਂ ਜਦੋਂ ਚੂਜ਼ ਕਰਦੇ ਹਾਂ ਹਾਊ ਟੂ ਚੂਜ਼ ਅ ਗੌਸੀਅਨ ਸਰਫੇਸ, ਤੇ ਇਹਨੂੰ ਆਪਾਂ ਕਿਵੇਂ ਚੂਜ਼ ਕਰਦੇ ਹਾਂ? ਅਰਾਊਂਡ ਜਾਂ ਅਬਾਊਟ, ਅਰਾਊਂਡ ਦਾ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ। ਆਪਾਂ ਕਿਸੇ ਵੀ ਕੰਟੀਨਿਊਸ ਚਾਰਜ ਜਾਂ ਐਨੀ ਡਿਸਟ੍ਰੀਬਿਊਸ਼ਨ ਹੋ ਸਕਦੀ, ਪੁਆਇੰਟ ਚਾਰਜ ਦੇ ਅਰਾਊਂਡ ਵੀ ਹੋ ਸਕਦਾ ਹੈ। ਆਪਾਂ ਕਿਸੇ ਵੀ ਚਾਰਜ ਡਿਸਟ੍ਰੀਬਿਊਸ਼ਨ ਦੇ ਅਰਾਊਂਡ ਇੱਕ ਆਪਣੇ ਆਪ ਹੀ ਇੱਕ ਕਲੋਜ਼ਡ ਗੌਸੀਅਨ ਸਰਫੇਸ ਚੂਜ਼ ਕਰਦੇ ਹਾਂ ਇਮੇਜਿਨਰੀ। ਇਹ ਤੁਹਾਨੂੰ ਹੌਲੀ ਹੌਲੀ ਹੁਣੇ ਪਤਾ ਲੱਗ ਜਾਏਗਾ 5-7 ਮਿੰਟ ਦੇ ਵਿੱਚ। ਅੱਛਾ, ਚੂਜ਼ ਕਿਵੇਂ ਕਰਦੇ ਆ? ਪਹਿਲੀ ਗੱਲ ਤਾਂ ਇਹ, ਤੁਹਾਡੇ ਕੋਲ ਮੋਸਟਲੀ ਸਿਚੁਏਸ਼ਨ ਕੀ ਹੁੰਦੀ? ਦੇਖੋ ਸਿਚੁਏਸ਼ਨ ਤੁਹਾਡੇ ਕੋਲ ਆ ਹੁੰਦੀ ਹੈ ਕਿ ਮੰਨ ਲਓ ਫॉर एग्जांपल, ਜਸਟ ਐਗਜ਼ਾਮਪਲ ਕਹਿ ਰਹੇ ਹਾਂ, ਮੰਨ ਲਓ ਤੁਸੀਂ ਇੱਕ ਲਾਈਨ ਚਾਰਜ ਲੈ ਲਿਆ, ਆ ਲਾਈਨ ਹੈ,
ਇਹਦੇ ਉੱਪਰ ਚਾਰਜ ਹੈ ਤੇ ਇਹਦੇ ਕਰਕੇ ਤੁਹਾਨੂੰ ਕਿਸੇ ਜਗ੍ਹਾ ਤੇ ਮੰਨ ਲਓ ਇਸ ਆਬਜ਼ਰਵੇਸ਼ਨ ਪੁਆਇੰਟ ਤੇ ਕਿਹਾ ਗਿਆ ਇਲੈਕਟ੍ਰਿਕ ਫੀਲਡ ਪਤਾ ਕਰੋ ਤਾਂ ਤੁਸੀਂ ਜਿਹੜਾ ਗੌਸੀਅਨ ਸਰਫੇਸ ਚੂਜ਼ ਕਰਨਾ ਹੈ ਪਹਿਲੀ ਗੱਲ ਤਾਂ ਇਹ ਗੌਸੀਅਨ ਸਰਫੇਸ should pass through observation point ਇਹ ਤੁਹਾਨੂੰ ਕੋਈ ਨਹੀਂ ਪੁੱਛੇਗਾ ਪੇਪਰ ਦੇ ਵਿੱਚ ਕੋਈ ਕਿ ਆ ਦੱਸੋ ਗੌਸੀਅਨ ਸਰਫੇਸ ਕਿਵੇਂ ਚੂਜ਼ ਕਰਦੇ ਆ ਇਹ ਜਸਟ ਤੁਹਾਨੂੰ ਸਮਝਾਉਣ ਲਈ ਕਹਿਣਾ ਮੈਂ ਇਹ ਪੁਆਇੰਟਸ ਲਿਖ ਲਿਓ ਪਹਿਲੀ ਗੱਲ ਤਾਂ ਗੌਸੀਅਨ ਸਰਫੇਸ ਪਾਸ ਕਰਨਾ ਚਾਹੀਦਾ ਆਬਜ਼ਰਵੇਸ਼ਨ ਪੁਆਇੰਟ ਤੋਂ ਦੂਜੀ ਗੱਲ ਗੌਸੀਅਨ ਸਰਫੇਸ ਕਲੋਜ਼ਡ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਨੂੰ ਇਮੇਜਿਨਰੀ ਕਲੋਜ਼ ਸਰਫੇਸ ਹੈ ਠੀਕ ਹੈ ਦੂਜੀ ਗੱਲ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਹੈ ਐਟ ਗੌਸੀਅਨ ਸਰਫੇਸ should be either constant ਵੀ ਜਾਂ ਤਾਂ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਗੌਸੀਅਨ ਸਰਫੇਸ ਦੇ ਉੱਪਰ ਕਾਂਸਟੈਂਟ ਹੋਵੇ ਯਾਨੀ ਕਿ ਉਹਦਾ ਮੈਗਨੀਟਿਊਡ ਕਾਂਸਟੈਂਟ ਹੋਵੇ ਔਰ ਇਲੈਕਟ੍ਰਿਕ ਫੀਲਡ ਜਿਹੜਾ ਆ ਉਹਦੇ ਸਰਫੇਸ ਏਰੀਆ ਐਲੀਮੈਂਟਸ ਜਿਹੜੇ ਬਣਨਗੇ ਉਹਨਾਂ ਦੇ ਪਰਪੈਂਡੀਕੂਲਰ ਹੋਵੇ ਠੀਕ ਹੈ ਕਾਂਸਟੈਂਟ ਹੋਵੇ ਪਰਪੈਂਡੀਕੂਲਰ ਹੋਵੇ ਅੱਛਾ ਔਰ ਆ ਵੀ ਹੋ ਸਕਦਾ ਕਿ ਇਲੈਕਟ੍ਰਿਕ ਫੀਲਡ ds ਵੈਕਟਰ ਦੇ ਪੈਰਲਲ ਹੋਵੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਫਲਕਸ ਕੈਲਕੂਲੇਟ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਫਲਕਸ ਕੈਲਕੂਲੇਟ ਕਰਦੇ ਹੋ E ਡਾਟ ds ਕਰਕੇ ਇਸ ਤਰ੍ਹਾਂ ਤਾਂ ਤੁਸੀਂ E ds cos ਥੀਟਾ ਕਰਦੇ ਹੋ ਨਾ ਤੇ ਜੇ E ds ਕਰੋਗੇ ਇੱਥੇ ਇੰਟੀਗਰਲ ਕਰੋਗੇ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਇਲੈਕਟ੍ਰਿਕ ਫੀਲਡ ਕਾਂਸਟੈਂਟ ਹੋਏਗਾ ਤਾਂ ਹੀ ਇਲੈਕਟ੍ਰਿਕ ਫੀਲਡ ਇੰਟੀਗਰਲ ਤੋਂ ਬਾਹਰ ਆਏਗਾ ਤੇ ਤੁਹਾਡਾ ਕੰਮ ਬਣੇਗਾ E ਪਤਾ ਕਰਨਾ ਹੁੰਦਾ ਹੈ ਤੇ ਇੱਥੇ cos ਥੀਟਾ ਨਹੀਂ ਆਣਾ ਚਾਹੀਦਾ ਕੋਈ ਜੇ ਪੈਰਲਲ ਹੋਏ ਤਾਂ cos 0 1 ਆ ਜਾਏਗਾ ਗੱਲ ਖਤਮ ਜੇ ਪਰਪੈਂਡੀਕੂਲਰ ਹੋਏ ਤਾਂ ਉਹ ਵਾਲਾ ਸਰਫੇਸ ਲਈ ਫਲਕਸ 0 ਹੋ ਜਾਏਗਾ ਸਮਝ ਲੱਗੀ ਗੱਲ ਸੋ ਆ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਦੇਖਦੇ ਹਾਂ ਕਿਵੇਂ ਆਪਾਂ ਇੱਕ ਗੌਸੀਅਨ ਸਰਫੇਸ ਚੂਜ਼ ਕਰਦੇ ਹਾਂ ਕਲੈਵਰਲੀ ਅਲੱਗ-ਅਲੱਗ ਸਰਫੇਸਿਸ ਦੇ ਲਈ ਤੇ ਫਿਰ ਕੰਮ ਕਿਵੇਂ ਕਰਾਂਗੇ ਮੈਂ ਆ ਵੀ ਦੱਸੂਗਾ ਤੁਹਾਨੂੰ ਤੇ ਉਹਦੇ ਲਈ ਮੈਂ ਤੁਹਾਨੂੰ 4 ਸਟੈਪ ਦੱਸ ਦਿੰਦਾ ਵਾਂ ਤੁਸੀਂ ਜਿਹੜੇ 4 ਸਟੈਪ ਐਵਰੀ ਡੈਰੀਵੇਸ਼ਨ ਜਿਹੜੀ ਵੀ ਕਰਨੀ ਹੈ ਆਪਾਂ ਉਹਦੇ ਲਈ 4 ਸਟੈਪਸ ਵਿੱਚ ਆਪਾਂ ਕੰਮ ਕਰਾਂਗੇ ਦਿਮਾਗ ਵਿੱਚ ਸੋਚ ਕੇ ਰੱਖਿਓ ਕੋਈ ਵੀ ਛੱਡਿਓ ਨਾ ਸਟੈਪ ਚਾਹੇ ਇਹਨੂੰ ਸਟੈਪ 1 ਸਟੈਪ 2 ਨਾ ਲਿਖਿਓ ਪਰ ਦਿਮਾਗ 'ਚ ਰੱਖਿਓ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਸਟੈਪ ਕੀ ਹੁੰਦਾ ਆ ਚੂਜ਼ ਕਰੋ ਅ ਸੂਟੇਬਲ ਗੌਸੀਅਨ ਸਰਫੇਸ ਜਿੱਤੇ ਸੂਟੇਬਲ ਕਿਵੇਂ ਹੁੰਦਾ ਹੈ ਜਦੋਂ ਆ ਹੋਵੇ ਜਾਂ ਇਲੈਕਟ੍ਰਿਕ ਫੀਲਡ ds ਦੇ ਪਰਪੈਂਡੀਕੂਲਰ ਹੋਵੇ ਜਾਂ ਪੈਰਲਲ ਦੂਜੀ ਗੱਲ ਇਲੈਕਟ੍ਰਿਕ ਫੀਲਡ ਕਾਂਸਟੈਂਟ ਹੋਣਾ ਚਾਹੀਦਾ ਹੈ ਗੌਸੀਅਨ ਸਰਫੇਸ ਦੇ ਉੱਪਰ ਜੇ ਇਲੈਕਟ੍ਰਿਕ ਫੀਲਡ ਕਾਂਸਟੈਂਟ ਨਹੀਂ ਹੈਗਾ ਤਾਂ ਉੱਥੇ ਹੀ ਪਰਪੈਂਡੀਕੂਲਰ ਹੋਣਾ ਚਾਹੀਦਾ ਬੇਸਿਕਲੀ ਆਪਾਂ ਦੇਖਦੇ ਹਾਂ ਹੁਣੇ ਕਰਾਂਗੇ ਹੁਣੇ ਜੋ ਸੂਟੇਬਲ ਚੂਜ਼ ਕਰਦਾ ਹਾਂ ਤਾਂ ਪਤਾ ਲੱਗੇਗਾ ਸਟੈਪ 2 ਜ਼ਰੂਰੀ ਹੈ कैलकुलेट करके पहले ही रख लो Q इनसाइड गॉसियन सरफेस भी गॉसियन सरफेस चूज कर लिया ਉਹਦੇ ਅੰਦਰ ਕਿੰਨਾ ਚਾਰਜ ਹੈ ਪਹਿਲਾਂ ਹੀ ਕੈਲਕੂਲੇਟ ਕਰਕੇ ਰੱਖ ਲਓ ਸਟੈਪ 2 ਚ ਸਟੈਪ 3 ਚ ਕੀ ਕਰੋਗੇ ਸਟੈਪ 3 ਚ ਤੁਸੀਂ ਕਰੋ ਕੈਲਕੂਲੇਟ the flux through Gaussian surface by definition ਤਾਂ ਬਾਈ ਡੈਫੀਨੇਸ਼ਨ ਫਲਕਸ ਕੀ ਹੁੰਦਾ ਹੈ ਆ ਹੁੰਦਾ ਹੈ ਤੁਸੀਂ ਇਸ ਇੰਟੀਗਰਲ ਨੂੰ ਪਰਫਾਰਮ ਕਰੋਗੇ ਪੂਰੇ ਗੌਸੀਅਨ ਸਰਫੇਸ ਦੇ ਉੱਪਰ ਐਸ ਮਤਲਬ ਸਰਫੇਸ ਕਹਿ ਰਿਹਾ ਮੈਂ ਗੌਸੀਅਨ ਸਰਫੇਸ ਦਾ ਨਾਮ ਐਸ ਰੱਖਿਆ ਬਸ ਇਹਨੂੰ ਸੋਲਵ ਕਰ ਲਓ ਇਸ ਦੀ ਇਕੁਏਸ਼ਨ ਨੰਬਰ 1 ਕਹਿ ਦੋ ਤੇ ਸਟੈਪ 3 ਵਿੱਚ ਕੀ ਕਰੋਗੇ ਸਟੈਪ 4 ਸੌਰੀ ਫਿਰ ਯੂ ਕੈਲਕੂਲੇਟ ਫਲਕਸ by using Gauss law ਤਾਂ ਉਹਦੇ ਨਾਲ ਫਲਕਸ ਕਿਹਦੇ ਬਰਾਬਰ ਆ ਜਾਏਗਾ Q ਇਨਸਾਈਡ ਡਿਵਾਈਡ ਬਾਈ ਐਪਸਾਈਲਨ ਨਾਟ ਉਹ 1 ਤੇ 2 ਜਿਹੜੇ ਨੇ ਦੋਨੇ ਫਲਕਸ ਨੇ ਤਾਂ ਦੋਨਾਂ ਨੂੰ ਇਕੁਏਟ ਕਰ ਦੋਗੇ 1 and 2 to get using 1 and 2 use 1 and 2 to get electric field बस हो गया काम ਤੁਸੀਂ ਇਸ ਤਰ੍ਹਾਂ ਵੀ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰ ਸਕਦੇ ਹੋ ਕਿਸੇ ਵੀ ਪੁਆਇੰਟ ਦੇ ਉੱਪਰ ਕਿਸੇ ਵੀ ਡਿਸਟ੍ਰੀਬਿਊਸ਼ਨ ਦੇ ਕਰਕੇ 4 ਸਟੈਪ ਇਹ ਦਿਮਾਗ 'ਚ ਬਿਠਾਓ ਹੁਣ ਹੀ ਸਾਰੇ ਡੈਰੀਵੇਸ਼ਨ ਇਦਾਂ ਹੀ ਕਰਦੇ ਆਪਾਂ ਦੇਖੋ ਸਭ ਤੋਂ ਪਹਿਲਾਂ ਗੌਸੀਅਨ ਸਰਫੇਸ ਚੂਜ਼ ਕਰਨਾ ਹੈ ਨੰਬਰ 2 ਉਹਦੇ ਅੰਦਰ ਦਾ ਚਾਰਜ ਦੇਖ ਲੈਣਾ ਕਿੰਨਾ ਹੈ ਨੰਬਰ 3 ਫਲਕਸ ਬਾਈ ਡੈਫੀਨੇਸ਼ਨ ਚੌਥਾ ਫਲਕਸ ਬਾਈ ਗੌਸ ਲਾ ਬਾਅਦ ਦੋਨਾਂ ਨੂੰ ਇਕੁਏਟ ਕਰ ਦੇਣਾ ਤੇ ਇਹ ਦੋਨੋਂ ਇਕੁਏਟ ਕਰੋਗੇ ਤਾਂ ਬੇਸਿਕਲੀ ਉੱਥੋਂ E ਨਿਕਲ ਜਾਏਗਾ ਕਿਉਂਕਿ ਆ E ਇੰਟੀਗਰਲ ਤੋਂ ਬਾਹਰ ਆ ਚੁੱਕਿਆ ਹੋਏਗਾ ਕਿਉਂਕਿ E ਕਾਂਸਟੈਂਟ ਹੁੰਦਾ ਹੈ ਇਹ E ਇੱਥੇ ਮਿਲੇਗਾ ਆਪਾਂ ਨੂੰ
ਸੋ ਗੌਸਿਸ ਲਾ ਨੂੰ ਯੂਜ਼ ਕਰਕੇ ਅਸੀਂ ਕਿਸੇ ਵੀ ਚਾਰਜ ਡਿਸਟ੍ਰੀਬਿਊਸ਼ਨ ਕਰਕੇ ਇਲੈਕਟ੍ਰਿਕ ਫੀਲਡ ਪਤਾ ਕਰ ਸਕਦੇ ਹਾਂ, ਜਿੱਥੇ ਕਿ ਆਪਣਾ ਨਾ ਤਾਂ ਆਪਾਂ ਕੈਲਕੂਲਸ ਲਗਾਉਣਾ ਚਾਹੁੰਦੇ ਆ ਤੇ ਨਾ ਹੀ ਆਪਾਂ ਕੂਲਮ ਲਾ ਲਗਾ ਸਕਦੇ ਆ, ਕਿਉਂਕਿ ਉਹ ਪੁਆਇੰਟ ਚਾਰਜ ਨਹੀਂ ਹੁੰਦੇ। ਤੇ ਆ ਮੈਥਡ ਇੰਨਾ ਜ਼ਿਆਦਾ ਐਕਿਊਰੇਟ ਹੈ ਕਿ ਇਹ ਕਿਸੇ ਵੀ ਜਗ੍ਹਾ ਇਹ ਪੁਆਇੰਟ ਚਾਰਜ ਤੇ ਵੀ ਐਪਲੀਕੇਬਲ ਹੈ। ਤੁਹਾਨੂੰ ਮੈਂ ਪੁਆਇੰਟ ਚਾਰਜ ਤੋਂ ਸ਼ੁਰੂਆਤ ਕਰਾਣਾ, ਇਹਨੂੰ ਮੈਂ 0 ਨੰਬਰ ਕਹਿ ਦਿੰਦਾ, 0 ਡੈਰੀਵੇਸ਼ਨ ਸਮਝ ਲਓ ਵੀ ਇਹਦਾ ਕੋਈ ਪਤਾ ਹੋ ਨਹੀਂਗਾ, ਜਸਟ ਮੈਂ ਵੈਸੇ ਸਮਝਾ ਦਿੰਦਾ। ਮੈਂ ਬਸ ਆਪਣੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਡਾਇਰੈਕਸ਼ਨ ਬਾਰੇ ਦਾ ਮੈਨੂੰ ਅੰਦਾਜ਼ਾ ਹੈਗਾ ਵਾ, ਪਰ ਮੈਗਨੀਟਿਊਡ ਪਤਾ ਕਰਨਾ ਚਾਹੁੰਦਾ। ਮੰਨ ਲਓ ਆ ਕਿਊ ਚਾਰਜ ਹੈ, ਇਹਦੇ ਕਰਕੇ ਇਸ ਤੋਂ r ਡਿਸਟੈਂਸ ਦੂਰ ਇਸ ਆਬਜ਼ਰਵੇਸ਼ਨ ਪੁਆਇੰਟ ਤੇ ਮੈਂ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ। ਤੁਹਾਨੂੰ ਪਤਾ ਹੈ ਵੈਸੇ ਕਿੰਨਾ ਹੋਏਗਾ? ਸਿੰਪਲ ਜੀ, ਪਤਾ ਹੀ ਆਪਾਂ ਨੂੰ ਕਿਉਂ r ਸਕੁਅਰ ਹੋਏਗਾ। ਪਰ ਮੈਂ ਕਹਿ ਰਿਹਾ ਮੰਨ ਲਓ ਮੈਨੂੰ ਨਹੀਂ ਪਤਾ, ਇੱਥੇ ਇਲੈਕਟ੍ਰਿਕ ਫੀਲਡ ਜਿਹੜਾ ਹੈ, ਮੈਨੂੰ ਇਲੈਕਟ੍ਰਿਕ ਫੀਲਡ ਦੇ ਬਾਰੇ ਨਹੀਂ ਪਤਾ ਮੰਨ ਲਓ, ਤੇ ਮੈਂ ਗੌਸਿਸ ਥਿਊਰਮ ਜਾਣਦਾ, ਸਾਰੀ ਗੱਲ ਮੈਨੂੰ ਪਤਾ, ਪਰ ਇਲੈਕਟ੍ਰਿਕ ਫੀਲਡ ਨਹੀਂ ਪਤਾ। ਮੰਨ ਲਓ ਕਿਵੇਂ ਪਤਾ ਕਰੂੰਗਾ? ਆਪਾਂ ਹੁਣ ਇਹਨੂੰ ਕੂਲਮਸ ਲਾ ਲਗਾ ਕੇ ਨਹੀਂ ਕਰਨ ਜਾ ਰਹੇ, ਆਪਾਂ ਗੌਸਿਸ ਥਿਊਰਮ ਨਾਲ ਪ੍ਰੂਵ ਕਰਦੇ ਹਾਂ। ਸੋ ਮੈਂ ਪਹਿਲਾਂ ਪਤਾ ਕਰਨ ਜਾ ਰਿਹਾ ਇਲੈਕਟ੍ਰਿਕ ਫੀਲਡ ਡਿਊ ਟੂ ਅ ਪੁਆਇੰਟ ਚਾਰਜ। ਤੁਸੀਂ ਕਹਿਣਾ ਇਹ ਤਾਂ ਬੜਾ ਸੌਖਾ ਹੈ, ਇਹ ਤਾਂ ਸਾਨੂੰ ਪਤਾ ਹੀ ਹੈ। ਹਾਂ ਪਤਾ ਤਾਂ ਹੈ ਤੁਹਾਨੂੰ, ਪਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਗੌਸਿਸ ਲਾ ਇੱਥੇ ਵੀ ਲੱਗ ਸਕਦਾ ਹੈ। ਸਭ ਤੋਂ ਪਹਿਲਾ ਸਟੈਪ ਦੱਸੋ ਕੀ ਹੁੰਦਾ ਹੈ, ਹੁਣ ਤੁਸੀਂ ਮੈਨੂੰ ਨਾਲ ਨਾਲ ਦੱਸੋ। Gaussian surface ਚੂਜ਼ ਕਰਨਾ ਹੈ, ਤੇ ਉਹ ਚੂਜ਼ ਐ ਕਰਨਾ ਕਿ ਆਬਜ਼ਰਵੇਸ਼ਨ ਪੁਆਇੰਟ ਚੋਂ ਪਾਸ ਵੀ ਕਰਦਾ ਹੋਵੇ, ਤੇ ਹੋਵੇ ਇਦਾਂ ਕਿ ਇਲੈਕਟ੍ਰਿਕ ਫੀਲਡ ਉਹਦੇ ਹਰ ਪੁਆਇੰਟ ਤੇ ਕਾਂਸਟੈਂਟ ਵੀ ਹੋਵੇ, ਤੇ ਇਲੈਕਟ੍ਰਿਕ ਫੀਲਡ ਤੇ ds ਦੇ ਵਿੱਚ ਵੈਕਟਰ ਵਿੱਚ ਐਂਗਲ 0 ਹੋਵੇ। ਤਾਂ ਸਭ ਤੋਂ ਸੂਟੇਬਲ ਗੌਸਿਅਨ ਸਰਫੇਸ ਤੁਹਾਨੂੰ ਕੀ ਲੱਗ ਨਹੀਂ ਰਿਹਾ ਕਿ ਇਹ ਸਫੀਅਰ ਹੀ ਹੋਣਾ ਚਾਹੀਦਾ ਹੈ? yes sir। ਇਹ ਆਪਾਂ ਇਮੇਜਿਨ ਕਰ ਲਿਆ ਆਪਣੇ ਆਪ ਹੀ ਗੌਸਿਅਨ ਸਰਫੇਸ। ਸਭ ਤੋਂ ਪਹਿਲਾ ਸਟੈਪ 'ਚ ਚੂਜ਼ਡ ਸਫੀਅਰ ਐਜ਼ ਗੌਸਿਅਨ ਸਰਫੇਸ, ਜੋ ਕਿ ਤੁਹਾਨੂੰ ਦਿਖ ਰਿਹਾ, ਤੇ r ਰੇਡੀਅਸ ਦਾ ਸਫੀਅਰ ਚੂਜ਼ ਕਰ ਲਿਆ। ਤੁਸੀਂ ਸੋਚ ਕੇ ਦੇਖੋ, ਇੱਥੇ ਹਰ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਇਦਾਂ ਹੋਏਗਾ, ਤੇ ਹਰ ਜਗ੍ਹਾ ਤੇ ਜਿਹੜਾ ਸਰਫੇਸ ਏਰੀਆ ਵੈਕਟਰ ਵੀ ਇਦਾਂ ਹੀ ਹੋਏਗਾ ਨਾ, ਹੈ ਕਿ ਨਹੀਂ? ਦੇਖੋ ਆਪਾਂ ਇਹ ਕੰਮ ਕਰ ਚੁੱਕੇ ਹਾਂ ਪਹਿਲਾਂ ਵੀ, ਹੈ ਨਾ? ਤਾਂ ਬੇਸਿਕਲੀ ਇਹ ਗੌਸਿਅਨ ਸਰਫੇਸ ਚੂਜ਼ ਕਰ ਲਿਆ, ਬੜਾ ਵਧੀਆ। ਆਪਾਂ ਸਟੈਪ 2 ਚ ਕੀ ਕਰਦੇ ਹਾਂ ਦੱਸੋ? ਆਪਾਂ ਕੈਲਕੂਲੇਟ ਕਿਊ ਇਨਸਾਈਡ, ਤੇ ਇਨਸਾਈਡ ਕਿੰਨਾ ਆ? ਇੰਨਾ ਹੀ ਤਾਂ ਹੈ, ਇਹ ਚ ਕਿਹੜਾ ਕੋਈ ਕੈਲਕੂਲੇਟ ਕਰਨ ਦੀ ਲੋੜ ਹੈ ਨਾ? ਸਟੈਪ 3 ਚ ਕੀ ਕਰਦੇ ਆ ਆਪਾਂ? ਫਲਕਸ ਬਾਈ ਡੈਫੀਨੇਸ਼ਨ। ਯੈਸ ਸਰ। ਤੇ ਫਲਕਸ ਬਾਈ ਡੈਫੀਨੇਸ਼ਨ ਕਰੋ, E ਪੁੱਟ ਨਾ ਕਰ ਦਿਓ, E ਪਤਾ ਨਹੀਂ ਹੈ ਆਪਾਂ ਨੂੰ। ਇੱਥੇ E ਤੇ ds ਚ ਐਂਗਲ ਪਤਾ ਹੈ ਨਾ, cos 0 1 ਹੋ ਗਿਆ। ਇਹ ਚੋਂ E ਕਾਂਸਟੈਂਟ ਬਾਹਰ ਆ ਜਾਏਗਾ ਕਿ ਨਹੀਂ? ਦੇਖੋ ਸਾਰੇ ਸਰਫੇਸ ਦੇ ਉੱਪਰ E ਦੀ ਵੈਲਿਊ ਜਿਹੜੀ ਹੋਏਗੀ ਕਾਂਸਟੈਂਟ ਹੋਏਗੀ ਕਿ ਨਹੀਂ? ਸਾਰੇ ਜਗ੍ਹਾ ਸੇਮ ਹੀ ਹੋਏਗੀ ਕਿ ਨਹੀਂ? ਯੈਸ ਸਰ। E ਬਾਹਰ ਆ ਗਿਆ ਤਾਂ ਇੰਟੀਗਰਲ ਦੇ ਵਿੱਚ ਸਿਰਫ ਰਹਿ ਗਿਆ ds, ਮਤਲਬ ਸਰਫੇਸ ਏਰੀਆ ਪੂਰੇ ਸਫੀਅਰ ਦਾ। ਇਹਦਾ ਮਤਲਬ ਇੰਟੀਗਰਲ ਦਾ ਮਤਲਬ ਸਰਫੇਸ ਏਰੀਆ ਹੋਇਆ, ਤੇ ਸਰਫੇਸ ਏਰੀਆ ਕਿੰਨਾ ਹੈ ਪੂਰੇ ਦਾ? 4 ਪਾਈ r ਸਕੁਅਰ, ਹੈ ਨਾ? ਆ ਪਹਿਲਾ ਇਕੁਏਸ਼ਨ ਆ ਗਈ। ਸਟੈਪ 3 ਤੋਂ ਬਾਅਦ ਸਟੈਪ 4 ਕੀ ਹੁੰਦਾ ਹੈ? ਫਲਕਸ ਪਤਾ ਕਰੋ ਬਾय, ਆਹੀ ਹੋ ਗਿਆ। ਤੇ ਪਹਿਲੇ ਤੇ ਦੂਜੇ ਨੂੰ ਇਕੁਏਟ ਕਰ ਦੋ, therefore ਆ ਗਿਆ। E ਕਿਹਦੇ ਬਰਾਬਰ ਆਇਆ? ਫਿਰ ਦੇਖੋ ਆ ਕੀ ਹੈ? ਬੇਸਿਕਲੀ k ਹੀ ਹੈ। ਸਮਝ ਲੱਗ ਗਈ ਗੱਲ ਸਾਰਿਆਂ ਨੂੰ? ਯੈਸ ਸਰ। ਇਹ ਕਦੀ ਵੀ ਪੇਪਰ 'ਚ ਨਹੀਂ ਆਏਗੀ, ਇਹ ਕਦੀ ਵੀ ਪੇਪਰ 'ਚ ਨਹੀਂ ਆਏਗੀ, ਪਰ ਇਹ ਜਸਟ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇੱਕ ਪੁਆਇੰਟ ਚਾਰਜ ਦੇ ਕਰਕੇ ਵੀ ਬਿਲਕੁਲ ਇਦਾਂ ਹੀ ਸੋਚਿਆ ਜਾ ਸਕਦਾ ਹੈ। ਗੌਸਿਅਨ ਸਰਫੇਸ ਨੂੰ ਯੂਜ਼ ਕਰਕੇ ਇਲੈਕਟ੍ਰਿਕ ਫੀਲਡ ਪਤਾ ਕੀਤਾ ਜਾ ਸਕਦਾ ਹੈ। ਤੇ ਗੌਸਿਅਨ ਸਰਫੇਸ ਹਮੇਸ਼ਾ ਕਲੋਜ਼ ਚੂਜ਼ ਕਰਨਾ ਹੈ, ਹਮੇਸ਼ਾ ਸੂਟੇਬਲ ਹੋਣਾ ਚਾਹੀਦਾ ਹੈ। ਉਹ ਗੌਸਿਅਨ ਸਰਫੇਸ ਜ਼ਰੂਰੀ ਨਹੀਂ ਕਿ ਕਰਵਡ ਹੋਏਗਾ ਇਦਾਂ ਹੀ, ਉਹ ਸਿਲੰਡਰ ਵੀ ਹੋ ਸਕਦਾ ਹੈ ਜਿੱਚ 2 ਪਲੇਨ ਤੇ ਇੱਕ ਕਰਵਡ ਸਰਫੇਸ ਵੀ ਹੋਏਗਾ। ਇਸ ਤਰ੍ਹਾਂ ਦਾ ਹੋ ਸਕਦਾ ਹੈ, ਉਹ ਮੈਂ ਦੇਖਦਾ ਕਿੱਥੇ ਹੋ ਸਕਦਾ ਹੈ। ਸੋ ਹੁਣ ਆਪਣੀ ਡੈਰੀਵੇਸ਼ਨ ਸ਼ੁਰੂ ਹੁੰਦੀ ਹੈ। ਪਹਿਲੀ ਇਹਦੀ ਐਪਲੀਕੇਸ਼ਨ ਸਮਝ ਲਓ, ਤੇ ਬੜੀ ਇੰਪੋਰਟੈਂਟ ਐਪਲੀਕੇਸ਼ਨ ਨੇ। ਕੀ ਹੈਗੀ? ਇਹ ਹੈਗੀ ਇਲੈਕਟ੍ਰਿਕ ਫੀਲਡ ਡਿਊ ਟੂ ਅ ਲੌਂਗ ਵਾਇਰ, ਚਾਰਜਡ ਵਾਇਰ, ਬੇਸਿਕਲੀ ਚਾਰਜਡ ਵਾਇਰ। ਓਨਲੀ ਵਾਇਰ ਦਾ ਤਾਂ ਕੋਈ ਸੈਂਸ ਨਹੀਂ ਬਣਦੀ।
ਹੁਣ ਆਪਾਂ ਇਲੈਕਟ੍ਰਿਕ ਡਿਊਟੀ ਲੌਂਗ ਚਾਰਜ ਵਾਇਰ ਪਤਾ ਕਰਨੀ, ਜਿਹੜੀ ਕਿ ਤੁਹਾਨੂੰ ਪਤਾ ਹੈ, ਥੋੜਾ ਪਤਾ ਤੁਸੀਂ ਕਰ ਚੁੱਕੇ ਹੋ ਨਾ। ਕੀ ਤਾਂ 2k ਲੈਮਡਾ ਬਾਈ ਆਰ ਆਈ ਸੀ ਨਾ। ਤੁਸੀਂ ਇੱਕ ਲੌਂਗ ਵਾਇਰ ਲਈ ਸੀ ਜਿਹੜੀ ਦੋਨੋਂ ਪਾਸੇ ਨੂੰ ਉੱਪਰ ਨੂੰ ਇਨਫਿਨਿਟੀ ਤੱਕ ਜਾਂਦੀ, ਤਾਂ ਉਹਦੇ ਕਰਕੇ ਕਿਸੇ r ਡਿਸਟੈਂਸ ਦੇ ਉੱਪਰ ਇੱਥੇ ਇਲੈਕਟ੍ਰਿਕ ਫੀਲਡ 2k ਲੈਮਡਾ ਬਾਈ ਆਰ ਆਇਆ ਸੀ। ਯਾਦ ਹੈ ਸਾਰਿਆਂ ਨੂੰ? ਪਰ ਆਪਾਂ ਨੂੰ ਹੁਣ ਨਹੀਂ ਯਾਦ, ਆਪਾਂ ਭੁੱਲ ਗਏ ਹਾਂ। ਆਪਾਂ ਕਹਿੰਦੇ ਕਿ ਸਾਨੂੰ ਬਸ ਗੌਸਿਅਸ ਥਿਊਰਮ ਦੇ ਥਰੂ ਕੱਢ ਕੇ ਦਿਖਾਓ ਉਹੀ ਰਿਜ਼ਲਟ ਕਿਵੇਂ ਆਏਗਾ, ਤੇ ਇਹ ਪੇਪਰ 'ਚ ਆਏਗਾ। ਤੁਹਾਨੂੰ ਡੈਰੀਵੇਸ਼ਨ ਆ ਕਰਨੀ ਪਏਗੀ ਪੇਪਰ 'ਚ, ਉੱਥੇ ਸਕੂਲ 'ਚ ਉਹ ਵਾਲੀ ਨਾ ਕਰਨ ਲੱਗ ਜਿਓ। ਉਹ ਕਹਿਣਗੇ, ਉਹ ਬਲਕਿ ਕਹਿ ਦਿੰਦੇ ਨੇ ਕਿ ਯੂਜ਼ਿੰਗ ਗੌਸਿਅਸ ਲਾ। ਤਾਂ ਹੁਣ ਇਹਦੇ ਲਈ ਮੈਂ ਮੰਨ ਲੈਣਾ ਕਿ ਮੰਨ ਲਓ ਬੇਸਿਕਲੀ ਆਪਾਂ ਡਿਊ ਟੂ ਲੌਂਗ ਵਾਇਰ ਕਿਵੇਂ ਪਤਾ ਕਰਾਂਗੇ। ਆਬਵੀਅਸਲੀ ਆਫ ਗਿਵਨ ਆਪ ਕਹਿ ਸਕਦੇ ਹੋ ਆਫ ਗਿਵਨ ਲੈਮਡਾ। ਲੈਮਡਾ ਮਤਲਬ ਸਮਝਦੇ ਹੋ ਕੀ ਹੈ? लीनियर चार्ज डेंसिटी। सो आ अपनी वायर है, बड़ी लंबी वायर है। ਇਹਦੇ ਉੱਪਰ ਪੋਜ਼ਿਟਿਵ ਚਾਰਜ ਹੈਗਾ, ਮੈਂ ਦਿਖਾ ਦਿੰਦਾ ਬਹੁਤ ਪਤਲੀ। ਇਹਨੂੰ ਲੈਫਟ ਦਿਖਾ ਰਿਹਾ, ਰਾਈਟ ਦਿਖਾ ਰਿਹਾ, ਇਹ ਚ ਟੈਨਸ਼ਨ ਨਾ ਲਿਆ ਕਰੋ। ਇਹਦਾ ਜਸਟ ਲੀਨੀਅਰ ਚਾਰਜ ਹੈ, ਇਹਦੀ ਕੋਈ ਵਿਡਥ ਨਹੀਂ ਹੈਗੀ ਵੀ ਇੱਧਰ ਦਾ ਉੱਧਰ ਦਾ ਅਲੱਗ-ਅਲੱਗ ਹੈ, ਬਸ ਚਾਰਜ ਹੈ ਇਹਦੇ ਉੱਪਰ। ਆ ਸਾਰੇ ਉੱਪਰ ਚਾਰਜ ਹੈ, ਬਹੁਤ ਲੰਬੀ ਵਾਇਰ ਹੈ। ਇਹਦੇ ਕਰਕੇ ਮੈਨੂੰ ਕਿਸੇ ਨੇ ਕਿਹਾ ਵੀ ਆਹ ਆਬਜ਼ਰਵੇਸ਼ਨ ਪੁਆਇੰਟ ਹੈ ਤੁਹਾਡਾ, ਇੱਥੇ ਤੁਸੀਂ ਪਤਾ ਕਰਕੇ ਦਿਖਾਓ ਇਲੈਕਟ੍ਰਿਕ ਫੀਲਡ, ਤੇ ਆਬਜ਼ਰਵੇਸ਼ਨ ਪੁਆਇੰਟ ਦਾ ਡਿਸਟੈਂਸ ਇਸ ਤੋਂ ਕਿੰਨਾ ਹੈਗਾ ਮੰਨ ਲਓ r। ਸੋ ਸਭ ਤੋਂ ਪਹਿਲਾਂ ਫਿਰ ਮੈਂ ਉਸੇ ਉਹ ਚ ਪੈ ਗਿਆ ਬਈ ਇਹਨੂੰ ਕਿਵੇਂ ਕੈਲਕੂਲੇਟ ਕਰਨਾ ਹੈ। ਦੇਖੋ ਕਿਵੇਂ ਕੈਲਕੂਲੇਟ ਕਰਨਾ ਹੈ। ਸਭ ਤੋਂ ਪਹਿਲਾਂ ਹੈਗਾ ਸਟੈਪ 1। ਸਟੈਪ 1 ਚ ਕੀ ਕਰਨਾ ਹੁੰਦਾ ਹੈ, ਅਸੀਂ ਗੌਸੀਅਨ ਸਰਫੇਸ ਚੂਜ਼ ਕਰਦੇ ਹਾਂ, ਹਨਾ। यस ਦੇਖੋ ਜੇ ਇੱਥੇ ਗੌਸੀਅਨ ਸਰਫੇਸ ਉਹ p ਪੁਆਇੰਟ ਨੂੰ ਲੈ ਕੇ ਜੇ ਤੁਸੀਂ ਸਫੀਅਰ ਮੰਨਦੇ ਹੋ ਇਸ ਤਰ੍ਹਾਂ, ਤਾਂ ਬਹੁਤ ਵੱਡਾ ਪੰਗਾ ਪੈਣ ਵਾਲਾ, ਕਿਉਂਕਿ ਸਫੀਅਰ ਦੇ ਹਰ ਪੁਆਇੰਟ ਤੇ ds ਇੱਧਰ ਹੋਏਗਾ, ਇਹਦੇ ਕਰਕੇ ਇਲੈਕਟ੍ਰਿਕ ਫੀਲਡ ਤਾਂ ਇੱਧਰ ਹੁੰਦਾ ਹੈ ਹਰ ਪੁਆਇੰਟ ਤੇ, ਹਨਾ। ਇਧਰਲੇ ਪੁਆਇੰਟ ਤੇ ds ਤੇ ਇਲੈਕਟ੍ਰਿਕ ਫੀਲਡ ਸੇਮ ਡਾਇਰੈਕਸ਼ਨ ਹੋਣਗੇ, ਫਿਰ ਇਧਰਲੇ ਪਾਸੇ ਨੀਚੇ ਨੂੰ ਹੋਏਗਾ ds ਤੇ ਇੱਧਰ ਹੋਏਗਾ e ਤਾਂ ਇਸ ਤੋਂ ਇੱਧਰ ਤੇ ਇੱਧਰ ਹੀ ਹੋਏਗਾ ਨਾ। ਇਸ ਪਾਸੇ ਲਓਗੇ ਤਾਂ ਇੱਧਰ ds ਤੇ ਇੱਧਰ e, ਇੱਧਰ ds ਤੇ ਇੱਧਰ e। ਆ ਤਾਂ ਫਿਰ ਨਹੀਂ ਬਣੇਗੀ ਨਾ ਗੱਲ ਆਪਣੀ, ਗੌਸੀਅਨ ਸਰਫੇਸ ਸਫੀਅਰ ਲੈ ਕੇ ਗੱਲ ਨਹੀਂ ਬਣੇਗੀ। ਤੇ ਹਰ ਜਗ੍ਹਾ ਤੇ ਇਲੈਕਟ੍ਰਿਕ ਫੀਲਡ p ਪੁਆਇੰਟ ਤੇ ਇਸ ਪੁਆਇੰਟ ਤੇ ਇਸ ਪੁਆਇੰਟ ਤੇ ਹਰ ਜਗ੍ਹਾ ਅਲੱਗ-ਅਲੱਗ ਆਏਗਾ, ਕਿਉਂਕਿ ਆ ਡਿਸਟੈਂਸ ਤੇ ਡਿਪੈਂਡ ਕਰਦਾ ਇਲੈਕਟ੍ਰਿਕ ਫੀਲਡ, ਹਨਾ, ਹੈ ਕਿ ਨਹੀਂ। ਸੋ ਆਹ ਆਪਣਾ ਗੌਸੀਅਨ ਸਰਫੇਸ ਨਹੀਂ ਹੋ ਸਕਦਾ, ਇਹਨੂੰ ਭੁੱਲ ਜਾਓ। ਸੋ ਸਾਨੂੰ ਦੇਖਣਾ ਪੈਣਾ, ਹਾਲਾਂਕਿ ਤੁਹਾਨੂੰ ਬਾਅਦ ਤਾਂ ਯਾਦ ਹੀ ਹੋ ਜਾਂਦਾ ਸਾਰਿਆਂ ਨੂੰ ਕਿ ਕਿਹੜਾ ਲੈਣਾ ਵਾ, ਪਰ ਆਪਾਂ ਲੈਣਾ ਕਿਉਂ ਆ ਇਹ ਸਮਝਣਾ ਚਾਹੀਦਾ ਆਪਾਂ ਨੂੰ। ਸੋ ਗੌਸੀਅਨ ਸਰਫੇਸ ਸਾਨੂੰ ਕੀ ਲੈਣਾ ਚਾਹੀਦਾ, ਇੱਥੇ ਦੇਖੋ ਇਸ p ਪੁਆਇੰਟ ਚੋਂ ਪਾਸ ਕਰਦਾ ਹੋਣਾ ਚਾਹੀਦਾ, ਤੇ ਆਪਾਂ ਇਸ p ਪੁਆਇੰਟ ਚੋਂ ਪਾਸ ਕਰਦਾ ਹੋਇਆ ਕੋਈ ਇੱਕ ਸਿਲੰਡਰ ਲੈਂਦੇ ਆ ਜਿਹਦਾ ਕਿ ਰੇਡੀਅਸ ਹੋਵੇ r ਤੇ ਜਿਹਦੀ ਲੈਂਥ ਹੋਵੇ l ਕਹਿ ਲਓ ਜਾਂ h ਕਹਿ ਲਓ, ਕੋਈ ਫਰਕ ਨਹੀਂ ਪੈਂਦਾ, ਜਿੰਨੀ ਮਰਜ਼ੀ ਲੈਂਥ ਲੈ ਲਓ ਤੁਸੀਂ, l ਲੈ ਲਓ। ਤੇ ਇਹ ਇੱਕ ਚੂਜ਼ ਕੀਤਾ ਆਪਾਂ ਕਲੋਜ਼ ਸਰਫੇਸ ਇਸ ਤਰ੍ਹਾਂ। ਤੁਸੀਂ ਕਹਿਣਾ ਜੀ ਪੂਰੀ ਲਾਈਨ ਚਾਰਜ ਤਾਂ ਉਹ ਚ ਆਈ ਨਹੀਂ, ਹਾਂਜੀ ਕੋਈ ਗੱਲ ਨਹੀਂ, ਆਪਾਂ ਬਸ ਪੁਆਇੰਟ p ਲਿਆ ਤੇ ਉਸ p ਪੁਆਇੰਟ ਤੇ ਜਿੰਨਾ ਇਲੈਕਟ੍ਰਿਕ ਫੀਲਡ ਸਾਰਿਆਂ ਕਰਕੇ ਆ, ਫਲਕਸ ਤਾਂ ਉਹਦੇ ਕਰਕੇ ਆਉਂਦਾ ਹੁੰਦਾ ਨਾ। ਫਲਕਸ ਜਦੋਂ ਕੈਲਕੂਲੇਟ ਕਰਨ ਲੱਗਦੇ ਆ ਤਾਂ ਸਾਰੇ ਪੁਆਇੰਟ ਚਾਰजेस ਕਰਕੇ ਆਉਂਦਾ ਹੁੰਦਾ ਹੈ ਆਪਣਾ, ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ। ਜਿਵੇਂ ਇੱਥੇ ਕਰ ਰਹੇ ਸੀ ਆਪਾਂ, ਇਹ ਇਲੈਕਟ੍ਰਿਕ ਫੀਲਡ ਤਾਂ ਸਾਰਿਆਂ ਕਰਕੇ ਹੈ, ਆਪਾਂ ਤਾਂ ਉਹੀ ਪਤਾ ਕਰਨ ਜਾ ਰਹੇ ਹਾਂ। ਸੋ ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਥੇ। ਸੋ ਆਪਾਂ ਕੋਈ ਵੀ ਲੈਂਥ l ਵਾਲਾ ਇਹ ਲੈ ਲਿਆ ਸਿਲੰਡਰ ਤੇ ਇਹਦੇ ਅੰਦਰ ਰੱਖ ਲਿਆ। ਹੁਣ ਬੰਦਾ ਕਹੂਗਾ ਇੱਥੇ ਤੇ ਕਿਹੜਾ ਇਲੈਕਟ੍ਰਿਕ ਫੀਲਡ ਕਾਂਸਟੈਂਟ ਹੈ, ਮੈਂ ਕਹੂੰਗਾ ਦੇਖੋ ਜੀ ਕਾਂਸਟੈਂਟ ਹੈ, ਕਿਉਂਕਿ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਹੋਏਗਾ, ਇਸ ਪੁਆਇੰਟ ਤੇ ਹੋਏਗਾ, ਇਸ ਪੁਆਇੰਟ ਤੇ ਜਾਂ ਇਸ ਪੁਆਇੰਟ ਤੇ ਜਾਂ ਇਸ ਪੁਆਇੰਟ ਤੇ ਜਾਂ ਇਹਦੇ ਪੂਰੇ ਇੱਥੇ ਕਰਵਡ ਸਰਫੇਸ ਦੇ ਕਿਸੇ ਵੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਤਾਂ ਸੇਮ ਹੀ ਹੋਏਗਾ ਕਿ ਨਹੀਂ, ਕਿਉਂਕਿ ਉਹ ਡਿਸਟੈਂਸ r ਤੇ ਹੀ ਹੋਏਗਾ ਉਹਦੇ ਚਾਰੇ ਪਾਸੇ, ਹੈ ਕਿ ਨਹੀਂ। ਤਾਂ ਆ ਤੇ ਜਿਹੜਾ ਉੱਪਰਲਾ ਸਰਫੇਸ ਹੈ ਇੱਥੇ ਇਲੈਕਟ੍ਰਿਕ ਫੀਲਡ ਦੇਖੋ ਇੱਥੇ ਡਿਫਰੈਂਟ ਹੋਏਗਾ, a ਪੁਆਇੰਟ ਤੇ b ਪੁਆਇੰਟ ਤੇ ਡਿਫਰੈਂਟ ਹੋਏਗਾ ਕਿ ਨਹੀਂ, ਦੱਸੋ। ਤਾਂ ਉੱਪਰ ਦਾ ਪ੍ਰੋਬਲਮ ਹੋ ਸਕਦੀ ਹੈ, ਇਲੈਕਟ੍ਰਿਕ ਫੀਲਡ ਡਿਫਰੈਂਟ ਹੈ। ਪਰ ਉੱਪਰ ਇੱਕ ਚੀਜ਼ ਹੈ, ਉੱਪਰ ਜਿਹੜਾ ਸਰਫੇਸ ਏਰੀਆ ਵੈਕਟਰ ਹੋਏਗਾ ਇਹਦਾ ਉੱਪਰ ਨੂੰ ਹੋਏਗਾ, ਇਹਦਾ ਸਰਫੇਸ ਏਰੀਆ ਵੈਕਟਰ ਉੱਪਰ ਨੂੰ ਹੋਏਗਾ, ਹਨਾ। ਤੇ ਇਲੈਕਟ੍ਰਿਕ ਫੀਲਡ ਜੋ ਵੀ ਹੋਏਗਾ, ਇਲੈਕਟ੍ਰਿਕ ਫੀਲਡ ਦਾ ਇਹਦੇ ਨਾਲ ਐਂਗਲ ਕਿੰਨਾ ਬਣੇਗਾ, ਇੱਥੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਏਗਾ ਨਾ, ਇੱਥੇ ਵੀ ਇਲੈਕਟ੍ਰਿਕ ਇੱਧਰ ਹੋਏਗਾ, 90-90 ਬਣੇਗਾ। ਬਲਕਿ ਤੁਸੀਂ ਜਿੱਥੇ ਮਰਜ਼ੀ ਲੈ ਕੇ ਦੇਖ ਲਓ, ਹੁਣ ਜੇ ਤੁਸੀਂ ਇੱਥੇ ਵੀ ਸਰਫੇਸ ਏਰੀਆ ਲੈਣੇ ਹੋ ਤਾਂ ਸਰਫੇਸ ਏਰੀਆ ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਐਂਗਲ ਕਿੰਨਾ ਆਏਗਾ, 90। ਨੀਚੇ ਲੈਣੇ ਹੋ ਤਾਂ ਉਹਦਾ ਸਰਫੇਸ ਏਰੀਆ ਵੈਕਟਰ ਨੀਚੇ ਨੂੰ ਹੋਏਗਾ ਤੇ ਇੱਧਰ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਏਗਾ, ਤਾਂ ਫਿਰ 90। ਇੱਧਰ ਲਓਗੇ ਤਾਂ ਇੱਧਰ ਵੀ ds and 9 मतलब 90 मतलब, इसलिए ऊपरले ਤੇ ਨਿਚਲੇ ਸਰਫੇਸ ਵਿੱਚ ਕੋਈ ਪੰਗਾ ਨਹੀਂ ਪਏਗਾ, ਕਿਉਂਕਿ ਤਾਂ ਜ਼ੀਰੋ ਹੀ ਹੋ ਜਾਣਾ, ਫਲਕਸ ਦੇ ਥਰੂ ਆਣਾ ਹੀ ਨਹੀਂ ਹੈ। ਜਿਹਦੇ ਥਰੂ ਫਲਕਸ ਆਣਾ ਆ ਆਹ ਵਾਲਾ ਜਿਹੜਾ ਸਰਫੇਸ ਹੈ ਇਹਦੇ ਰਾਉਂਡ ਜਿਹੜਾ ਆਹ ਵਾਲਾ ਰਾਉਂਡ ਜਿਹਦੇ ਵਿੱਚ ਕਿ ਬਿਲਕੁਲ ਸੈਂਟਰ ਦੇ ਵਿੱਚ ਐਕਸਿਸ ਤੇ ਹੈਗੀ ਆ ਲਾਈਨ,
ਇੱਥੇ ਜਿਹੜਾ ਆਪਣਾ ਇਲੈਕਟ੍ਰਿਕ ਫੀਲਡ ਹੈ ਉਹ ਕਾਂਸਟੈਂਟ ਰਹੇਗਾ ਤੇ ਇਲੈਕਟ੍ਰਿਕ ਫੀਲਡ ਉਨਾ ਹੀ ਰਹੇਗਾ ਜਿੰਨਾ P ਪੁਆਇੰਟ ਤੇ ਹੋਏਗਾ, ਹੈ ਕਿ ਨਹੀਂ। ਸੋ ਆਪਾਂ ਕੀ ਕੀਤਾ, ਆਪਾਂ ਸਭ ਤੋਂ ਪਹਿਲਾਂ ਚੂਜ਼ ਕੀਤਾ ਗੌਸੀਅਨ ਸਰਫੇਸ, ਤਾਂ ਆਪਾਂ ਲਿਖ ਦਿੰਦੇ ਆ ਇੱਥੇ that choosed cylinder as Gaussian surface as shown in diagram, है ना, ਇੱਥੇ ਛੱਡ ਦਿੰਦੇ ਆ। ਸਟੈਪ 2 ਚ ਕੀ ਸੋਚਦੇ ਆ ਫਿਰ ਆਪਾਂ, ਹੁਣ ਤੁਸੀਂ ਦੱਸੋ ਜੇ ਇਹਦੀ ਲੀਨੀਅਰ ਚਾਰਜ ਡੈਂਸਿਟੀ ਲੈਮਡਾ ਆ ਤੇ ਲੈਂਥ L ਹੈਗੀ ਹੈ ਇਹਦੀ ਸਿਲੰਡਰ ਦੀ, ਸਿਲੰਡਰ ਦੇ ਅੰਦਰ ਕਿੰਨੀ ਲੈਂਥ ਆਏਗੀ ਵਾਇਰ ਦੀ, L ਲੈਂਥ ਹੀ ਆਏਗੀ ਨਾ। ਤਾਂ ਕਿਉਂ ਇਨਸਾਈਡ ਕਿੰਨਾ ਆਏਗਾ, ਲੈਮਡਾ ਇਨਟੂ ਲੈਮਡਾ ਇਨਟੂ L ਆਏਗਾ। ਤੇ ਸਟੈਪ 3 डेफिनेशन से फ्लक्स फाइंड। ਬਹੁਤ ਧਿਆਨ ਨਾਲ ਕਰਨਾ ਇਸ ਸਟੈਪ ਨੂੰ, ਇਸ ਸਟੈਪ ਨੂੰ ਜੇ ਤੁਸੀਂ ਨਹੀਂ ਸਮਝਿਆ ਚੰਗੀ ਤਰ੍ਹਾਂ ਤੁਹਾਡੇ ਨੰਬਰ ਕੱਟੇ ਜਾਣਗੇ, ਮੈਂ ਤਾਂ ਕੱਟੂੰਗਾ ਹੀ, ਸਮਝ ਲਓ ਚੰਗੀ ਤਰ੍ਹਾਂ। ਫਲਕਸ ਕਿਵੇਂ ਪਤਾ ਕਰਨਾ ਇਸ ਗੌਸੀਅਨ ਸਰਫੇਸ ਲਈ, ਪਹਿਲੀ ਗੱਲ ਤਾਂ ਗੌਸੀਅਨ ਸਰਫੇਸ ਦਾ ਨਾਮ ਆਪਾਂ ਐਸ ਹੀ ਰੱਖਦੇ ਹਾਂ ਮੰਨ ਲਓ, ਤੇ ਆ ਜਿਹੜਾ ਉੱਪਰਲਾ ਸਰਫੇਸ ਹੈ ਆ ਵਾਲਾ, ਇਹਦਾ ਨਾਮ ਰੱਖ ਲਓ ਤੁਸੀਂ S1, ਨੀਚੇ ਵਾਲਾ ਸਰਫੇਸ ਜਿਹੜਾ ਹੈਗਾ ਆ ਵਾਲਾ ਇਹਦਾ ਨਾਮ ਰੱਖ ਦਿਓ S2, ਤੇ ਜਿਹੜਾ ਕਰਵਡ ਸਰਫੇਸ ਹੈਗਾ ਇਹਦਾ ਨਾਮ ਰੱਖ ਦਿਓ S3। ਫਲਕਸ ਪਤਾ ਕਰਨਾ ਹੈ ਤਾਂ ਉਹ ਪੂਰੇ ਦੇ ਪੂਰੇ E.ds ਕਰੋਗੇ ਤੁਸੀਂ ਪੂਰੇ ਕਲੋਜ਼ ਸਰਫੇਸ ਤੇ, ਤਾਂ ਕਲੋਜ਼ ਸਰਫੇਸ ਲਈ ਪੂਰਾ S ਆਏਗਾ ਕਿ ਨਹੀਂ। ਦੇਖੋ ਤੇ ਇੰਟੀਗਰਲ ਦੇ ਸਾਈਨ ਵਿੱਚ ਦੇਖੋ ਆ ਗੋਲ ਗੋਲ ਪਾਇਆ, ਮੈਂ ਕਿਉਂ ਪਾਇਆ ਤੁਹਾਨੂੰ ਕੱਲ ਸਮਝਾਇਆ ਸੀ। ਇਹ ਇੰਟੀਗ੍ਰੇਸ਼ਨ ਜਿਹੜੀ ਹੈ ਨਾ ਇਹ 3 ਹਿੱਸਿਆਂ ਚ ਵੰਡੀ ਜਾਏਗੀ। ਇੱਕ ਤਾਂ ਸਰਫੇਸ ਆਏਗਾ ਪਹਿਲਾਂ S1 ਦੇ ਥਰੂ E.ds, ਦੂਜਾ ਆਏਗਾ S2 ਦੇ ਥਰੂ E.ds, ਤੀਜਾ ਆਏਗਾ S3 ਦੇ ਥਰੂ E.ds, ਇਹ ਆਏਗਾ। ਤੇ ਇਹ ਸਾਰੇ S1 S2 S3 ਵਿੱਚ ਮੈਂ ਇੰਟੀਗਰਲ ਦੇ ਉੱਪਰ ਗੋਲ ਗੋਲ ਕਿਉਂ ਨਹੀਂ ਪਾ ਰਿਹਾ ਦੱਸੋ ਮੈਨੂੰ। ओपन अलग-अलग सरफेस। ਹਾਂ ਇਹ ਅਲੱਗ-ਅਲੱਗ ਸਰਫੇਸ ਓਪਨ ਨੇ, ਇਹ ਤਿੰਨਾਂ ਨੂੰ ਮਿਲਾ ਕੇ S ਬਣਦਾ ਆ, ਉਹ ਕਲੋਜ਼ਡ ਆ। ਪੂਰੇ ਸਿਲੰਡਰ ਦੇ ਸਾਰੇ ਸਰਫੇਸ ਨੂੰ ਆਪਾਂ S ਕਹਿ ਰਹੇ ਹਾਂ, ਪਰ ਉਹ S 3 ਸਰਫੇਸਿਸ ਤੋਂ ਮਿਲ ਕੇ ਬਣਿਆ ਹੋਇਆ। ਹੁਣ S1 ਸਰਫੇਸ ਦੇ ਵਿੱਚ E ਤੇ DS ਚ ਐਂਗਲ ਕਿੰਨਾ ਦੱਸੋ, 90 डिग्री। ਤਾਂ 0 90 ਤਾਂ ਇੰਟੀਗਰਲ 0 ਹੋ ਜਾਊਗਾ। S2 ਦੇ ਵਿੱਚ ਕਿੰਨਾ ਆ, S3 ਦੇ ਵਿੱਚ ਕਿੰਨਾ ਆ, 9 जीरो 0 डिग्री। ਠੀਕ ਹੈ ਗੱਲ। ਤੇ ਇਹਨਾਂ ਦੋਨਾਂ ਦੇ 0 ਹੋਣ ਦਾ ਰੀਜ਼ਨ ਜਿਹੜਾ ਹੈ ਤੁਸੀਂ ਉੱਥੇ ਰਫ ਦੇ ਵਿੱਚ ਇੱਥੇ ਸਾਈਡ ਤੇ ਦੇ ਦੋਗੇ ਰੀਜ਼ਨ that at S1 and S2 E is perpendicular to DS, therefore E.ds is equal to 0। तो आप आए लिख देंगे बस। ਹੁਣ ਇਹ ਜਿਹੜਾ E ਹੈ कि पूरे कर्व्ड सरफेस ਵਿੱਚ हर पॉइंट ਤੇ E कांस्टेंट है ना, तो बाहर आ जाएगा। इंटीग्रल कल्ला ds रह जाएगा ਤੇ ds ਇੱਥੇ ਕੱਲਾ ਕਰਵਡ ਸਰਫੇਸ ਆਏਗਾ ਨਾ, ਤੇ ਕਰਵਡ ਸਰਫੇਸ ਏਰੀਆ ਕੀ ਹੁੰਦਾ ਉਹਦਾ 2 पाई आ रहा है, ਆ ਜਾਊਗਾ ਨਾ, ਆ ਗਿਆ ਆਪਣਾ ਪਹਿਲਾ। ਤੇ ਸਟੈਪ 4 ਜੇ ਦੇਖੋ ਜਾਂ ਕੀ ਹੋਏਗਾ, ਸਟੈਪ 4 ਦੱਸੋ। phi is equal to 1 by epsilon times q inside। q inside कितना है, आई है ना। therefore by 1 and 2 ਜਿਹੜਾ ਆਪਣਾ E into 2 pi RL ਹੈ ਉਹ ਕਿਤੇ ਬਰਾਬਰ ਰਹੇਗਾ 1 by epsilon times lambda L। ਇसीलिए ਤੁਹਾਨੂੰ ਕਹਿ ਰਿਹਾ ਸੀ ਲੈਂਥ ਦਾ ਕੋਈ ਫਰਕ ਨਹੀਂ ਪੈਂਦਾ, ਜਿੰਨਾ ਮਰਜ਼ੀ ਲੈਂਥ ਦਾ ਸਿਲੰਡਰ ਲੈ ਲਓ ਉਹਨੇ ਕੱਟੇ ਹੀ ਜਾਣਾ ਮੁੜ ਕੇ। ਤੇ ਤੁਹਾਡਾ E ਕਿੰਨਾ ਆਇਆ ਦੱਸੋ, lambda divided by 2 pi epsilon naught R। ਤੁਹਾਨੂੰ ਕਈ ਵਾਰ ਪੇਪਰ 'ਚ ਆਹੀ ਆ ਜਾਂਦਾ ਪ੍ਰੂਵ ਕਰਨ ਲਈ, ਪ੍ਰੂਵ ਦਿਸ, ਤੇ ਬੱਚੇ ਕਹਿੰਦੇ ਲੈ ਹੱਦ ਹੋ ਗਈ, ਅਸੀਂ ਪਹਿਲਾਂ ਕੁਝ ਹੋਰ ਕੀਤਾ ਸੀ, ਅਸੀਂ ਤਾਂ 2k lambda by R ਕੀਤਾ ਸੀ, ਤੇ 2k lambda by R ਦੇ ਆ ਸੇਮ ਹੀ ਹੈ। ਦੇਖੋ ਕਰਕੇ ਦੇਖੋ ਜਿਹੜਾ ਰਿਜ਼ਲਟ ਤੁਸੀਂ ਕੀਤਾ ਨਾ 2k lambda k ਦੀ ਵੈਲਿਊ ਪੁੱਟ ਕਰੋ 1 by 4 by epsilon naught, ਤਾਂ ਦੇਖੋ ਬਣ ਗਿਆ ਕਿ ਨਹੀਂ ਹੋਈ, ਦੇਖੋ यस सर। ਤਾਂ ਬੇਸਿਕਲੀ 2k lambda by R ਹੀ ਹੈ। ਇਹ ਰਿਜ਼ਲਟ ਹੁਣ ਅਸੀਂ ਗੌਸੀਅਨ ਥਿਊਰਮ ਤੋਂ ਕੱਢ ਲਿਆ। ਹੁਣ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਰਹੇਗਾ ਕਿ ਲਾਈਨ ਚਾਰਜ ਦੇ ਅਰਾਊਂਡ ਗੌਸੀਅਨ ਸਰਫੇਸ ਸਿਲੰਡਰ ਲੈਣਾ ਚਾਹੀਦਾ ਹੈ। ਸਮਝ ਲੱਗ ਗਈ ਸਾਰਿਆਂ ਨੂੰ ਗੱਲ ਕੀ ਨਹੀਂ ਦੱਸੋ। सर ਹਾਂਜੀ सर Q inside सर lambda L कम लेता सर। ਲੈਮਡਾ ਨਹੀਂ ਹੈ, ਲੈਮਡਾ सर कम लेता मींस ਲੈਮਡਾ ਕੀ ਹੁੰਦਾ ਹੈ ਦੱਸ।
ਸਰ ਇਹਦਾ ਸਰ ਸਰਫੇਸ ਚਾਰਜ ਡੈਂਸਿਟੀ ਨਹੀਂ ਸਰਫੇਸ ਤਾਂ ਹੈ ਹੀ ਨਹੀਂ ਇੱਥੇ, ਲੀਨੀਅਰ ਚਾਰਜ ਡੈਂਸਿਟੀ, ਉਹ ਕੱਲੀ ਲਾਈਨ ਤੇ ਚਾਰਜ ਆ, ਵਾਇਰ ਤੇ ਚਾਰਜ ਆ। ਡਬਲ ਸਰਫੇਸ ਤੇ ਸਿਰਫ ਸਰਫੇਸ ਤੇ ਫਿਰ ਆਪਣੇ ਫਿਰ ਸਿਲੰਡਰ ਲੈਤਾ। ਨਹੀਂ ਸਰਫੇਸ ਤੇ ਤਾਂ ਫਲਕਸ ਦੇਖ ਰਹੇ ਨਾ ਆਪਾਂ, ਉਹਦੇ ਅੰਦਰ ਜਿਹੜਾ ਲਾਈਨ ਤੇ ਚਾਰਜ ਹੈ ਨਾ, ਵਾਇਰ ਤੇ ਚਾਰਜ ਆ, ਸਰਫੇਸ ਤੇ ਤਾਂ ਕੋਈ ਚਾਰਜ ਹੀ ਨਹੀਂਗਾ। ਸਰਫੇਸ ਦਾ ਇਮੇਜਿਨਰੀ ਤੁਸੀਂ ਸਰਫੇਸ ਇਮੇਜਿਨ ਕੀਤਾ, ਉਹ ਤੇ ਚਾਰਜ ਕਿੱਥੋਂ ਆਜੂ ਦੱਸ? ਫਲਕਸ, ਉਹਦੇ ਥਰੂ ਦਾ ਫਲਕਸ ਪਤਾ ਕਰ ਰਿਹਾ ਤੂੰ, ਸਰਫੇਸ ਦੇ ਅੰਦਰ ਕਿੰਨਾ ਚਾਰਜ ਹੈ ਇਹ ਤੂੰ ਦੇਖ ਸਕਦਾ ਕਿ ਅੰਦਰ ਉਹ ਲਾਈਨ ਤੇ ਜਿਹੜਾ ਹੈ ਉਹੀ ਤਾਂ ਅੰਦਰ ਆ ਉਹਦੇ। ਹਾਂਜੀ ਸਰ ਸਮਝ ਲੱਗੀ ਗੱਲ? ਸਰ ਤੇ ਲੈਂਡਾ ਕੀ ਹੈ? ਲਾਈਨ ਚਾਰਜ ਮਤਲਬ ਕਿ ਡੈਂਸਿਟੀ ਮਤਲਬ ਕਿ ਇੱਕ ਯੂਨਿਟ ਲੈਂਥ ਤੇ ਕਿੰਨਾ ਚਾਰਜ ਹੈ ਲੈਂਡਾ ਤੇ, ਐਲ ਲੈਂਥ ਤੇ ਕਿੰਨਾ ਹੋਗਾ ਲੈਂਡਾ ਇਨਟੂ ਐਲ। ਠੀਕ ਹੈ ਸਰ सर उसके पास स्क्वायर भी रह सकते थे, ਕੀ ਕਹਿ ਸਕਦੇ तो स्क्वायर भी रह सकते सिलेंडर की जगह। ਸਿਲੰਡਰ ਦੀ ਜਗ੍ਹਾ 'ਚ ਸਕੇਅਰ ਲਏਗਾ। हाँ जी सर। ਅੱਛਾ ਦੱਸੋ ਵੀ ਸਿਲੰਡਰ ਦੀ ਜਗ੍ਹਾ 'ਚ ਸਕੇਅਰ ਲਿਆ ਤਾਂ ਉਹ ਲੈ ਸਕਦੇ ਕਿ ਨਹੀਂ? ਮੈਨੂੰ ਦੱਸੋ ਫਿਰ ਸਮੱਸਿਆ ਕੀ ਆਏਗੀ ਕਿ ਹੋ ਜਾਏਗਾ ਉਹਦੇ ਨਾਲ। ਹਾਂ ਬੜਾ ਇੰਟਰਸਟਿੰਗ ਹੈ, ਸੋਚੋ ਸਕੇਅਰ ਲੈ ਸਕਦੇ ਆ ਇਹਦੇ ਅਰਾਊਂਡ, ਲਾਈਨ ਦੇ ਅਰਾਊਂਡ? सर ई कांस्टेंट नहीं आएगा। नहीं आएगा कांस्टेंट, बिल्कुल करेक्ट है, ई कांस्टेंट ही नहीं आएगा, इसलिए नहीं ले सकते योगेश। क्यों नहीं आएगा दिखावा? मान ला आ लाइन चार्ज ਜਿਹੜੀ ਹੈਗੀ ਆ ਇਹਦੇ ਅਰਾਊਂਡ ਤੂੰ ਸਕੁਅਰ ਲੈਣੇ ਆ, ਇਹ ਪੀ ਪੁਆਇੰਟ ਦੇ ਅਰਾਊਂਡ, ਪੀ ਪੁਆਇੰਟ ਦੇ ਉੱਪਰ ਇੱਕ ਫੇਸ ਬਣਾ ਲਾ ਤੂੰ ਇਸ ਤਰ੍ਹਾਂ ਠੀਕ ਹੈ, ਇਹਦੇ ਅਰਾਊਂਡ ਇਸ ਤਰ੍ਹਾਂ ਲੈ ਲਾ ਨਾ ਸਕੁਅਰ, ਐਂ ਹੀ ਕਰਾਂ ਨਾ ਯੋਗੇਸ਼? हाँ जी सर। ਇਸ ਪੀ ਪੁਆਇੰਟ ਦੇ ਉੱਪਰ ਜਿਹੜਾ ਆ ਪੁਆਇੰਟ ਹੋਏਗਾ ਤੇ ਜਿਹੜਾ ਆ ਪੁਆਇੰਟ ਹੋਏਗਾ, ਆ ਪੁਆਇੰਟ ਦਾ ਪਰਪੈਂਡੀਕੂਲਰ ਡਿਸਟੈਂਸ ਦਾ ਆ ਰਿਹਾ ਤੇ ਆ ਪੁਆਇੰਟ ਦਾ ਡਿਸਟੈਂਸ ਅਲੱਗ ਨਹੀਂ ਹੋ ਜਾਏਗਾ ਸਕੁਅਰ ਦੇ ਹੈ, ਤੇ ਆ ਪੁਆਇੰਟ ਦਾ ਅਲੱਗ ਨਹੀਂ ਹੋ ਜਾਏਗਾ? हाँ जी सर। तो मतलब ਇਸ ਲਈ ਨਹੀਂ ਲੈ ਸਕਦੇ। मतलब सोच के देखो ਤੁਸੀਂ ਲਾਈਨ ਚਾਰਜ ਹੈ, ਮੰਨ ਲਓ ਆ ਲਾਈਨ ਚਾਰਜ ਆ ਦੇਖੋ, ਤੇ ਆਪਾਂ ਇਹਦੇ ਅਰਾਊਂਡ ਕੋਈ ਵੀ ਸਰਫੇਸ ਲੈ ਲੈਣੇ ਆ, ਮੰਨ ਲਓ ਆਈਏ, ਮੰਨ ਲਓ ਆ ਸਰਫੇਸ ਹੈ, ਇਸ ਸਰਫੇਸ ਦਾ ਇੱਕ ਇਹਦੇ ਸੈਂਟਰ ਵਾਲੇ ਪੁਆਇੰਟ ਦਾ ਇਹਦੇ ਨਾਲ ਡਿਸਟੈਂਸ ਹੈਗਾ ਮੰਨ ਲਓ r, ਤਾਂ ਇਹਦੇ ਤੋਂ ਆ ਇਹਦੇ ਕਾਰਨਰ ਵਾਲੇ ਪੁਆਇੰਟਸ ਇਧਰਲੇ ਆ ਸਾਰੇ ਪੁਆਇੰਟ ਦਾ ਇਸ ਲਾਈਨ ਤੋਂ ਡਿਸਟੈਂਸ ਸੇਮ ਥੋੜੀ ਹੋਏਗਾ, ਨਹੀਂ ਨਾ ਹੋਏਗਾ? हाँ जी नहीं। इसीलिए फिर नहीं ले सकते, इसलिए गॉसियन सरफेस चूज करने लिए बेसिक कंडीशन ही है कि इलेक्ट्रिक फील्ड कांस्टेंट होना चाहिए, और नहीं होएगा फिर। सर हाँ जी सर पिछला पेज खोलो एक मिनट। एक मिनट पहले मिटे था मैं। हाँ जी सर ऐसे समझ नहीं आया इलेक्ट्रिक फील्ड कांस्टेंट किਵੇਂ आऊगी? अच्छा आ देखो आएगा एक आमल लाइन चार्ज है, ठीक है ठीक है, यस सर ये तो r डिस्टेंस ਤੇ ਇੱਥੇ ਪਤਾ ਕਰਨਾ ਇਲੈਕਟ੍ਰਿਕ ਫੀਲਡ। यस सर ਇਹਦੇ ਅਰਾਊਂਡ ਇਸ ਤਰ੍ਹਾਂ ਹੈਗਾ ਨਾ, ਇਹਦੇ ਅਰਾਊਂਡ ਇਸ ਤਰ੍ਹਾਂ ਮਤਲਬ ਆਪਣਾ ਸਿਲੰਡਰ ਹੈਗਾ, ਇਹ ਗੱਲ ਸਮਝ ਲੱਗੀ ਤੈਨੂੰ? समझ लगी ਹੈ यस सर ਤਾਂ ਇਹਦੇ ਹਰ ਪੁਆਇੰਟ ਤੇ ਇੱਥੇ 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 ਆ ਜਿਹੜੇ ਪੁਆਇੰਟ ਹੋਣਗੇ ਇਹਦੇ ਚਾਰੇ ਪਾਸੇ ਪੂਰੇ ਸਰਫੇਸ ਤੇ, ਉਹ ਸਾਰੇ ਪੁਆਇੰਟ ਹੀ ਇਸ ਤੋਂ r ਡਿਸਟੈਂਸ ਤੇ ਹੀ ਹੋਣਗੇ ਕਿ ਨਹੀਂ ਹੋਣਗੇ? यस सर ਤੇ ਫਿਰ ਉਹਨਾਂ ਦੀ ਇਲੈਕਟ੍ਰਿਕ ਫੀਲਡ ਡਿਫਰੈਂਟ ਕਿਵੇਂ ਹੋ ਰਹੀ? ਇਹਦੇ ਬਲਕਿ ਇਧਰਲੇ ਪੁਆਇੰਟ ਦੇ ਇਧਰ ਨੂੰ ਹੋਏਗਾ ਇਲੈਕਟ੍ਰਿਕ ਫੀਲਡ, ਇਹ ਇਧਰਲੇ ਪੁਆਇੰਟ ਇਧਰ ਨੂੰ ਹੋਏਗਾ, ਬਲਕਿ ਸਾਰੇ ਪਾਸੇ ਆਊਟਵਰਡ ਹੋਏਗਾ ਨਾ, ਬਿਲਕੁਲ ਆਊਟਵਰਡ, ਤੇ ਉਹ ਸਰਫੇਸ ਦੇ ਉੱਪਰ ਜਿਹੜੇ ਸਰਫੇਸ ਏਰੀਆ ਵੈਕਟਰ ਵੀ ਆਊਟਵਰਡ ਹੋਣਗੇ, ਸਾਰੇ ਜਗ੍ਹਾ ਡਾਟ e ਡਾਟ ds cos 0 डिग्री भी आएगा, e कांस्टेंट भी आएगा। सर जे p पॉइंट थोड़ा ऊपर नीचे होवे फिर p पॉइंट थोड़ा ऊपर नीचे होने नाल भी उत्ते इलेक्ट्रिक फील्ड तो उन्ना ही रहेगा ना, क्योंकि लाइन तेरी, हाँ देखना हुन जेडी तेरी लाइन चार्ज है, लाइन चार्ज तेरी लॉन्ग है, यस सर ये लॉन्ग है मतलब कि ऊपर भी इन्फिनिटी है नीचे भी इन्फिनिटी है, फिर तू ਇਹਦੇ ਵਿੱਚ ਉਹਦੇ p ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਦੇ ਕਾਂਸਟੈਂਟ ਨਾ ਹੋਣ ਦੀ ਤਾਂ ਗੱਲ ਨਹੀਂ ਸੋਚ ਸਕਦਾ ਨਾ, यस सर है ना, क्योंकि लॉन्ग है चार्ज। अच्छा जे लॉन्ग ना ਹੁੰਦਾ ਨਾ ਫੇਰ ਪੰਗਾ ਸੀ, ਆ ਵੀ ਗੱਲ ਸਮਝ ਲਓ ਸਾਰੇ ਜਣੇ। ਇੱਥੇ ਮੈਂ ਜਾਣ, ਇਹ ਬੜੀ ਇੰਪੋਰਟੈਂਟ ਗੱਲ ਆ ਵੀ ਆ ਲੌਂਗ ਲਿਖਿਆ ਨਾ ਇੱਥੇ, ਲੌਂਗ ਮਤਲਬ ਇਹ ਜਿਹੜੀ ਗੱਲ ਹੈ ਗੌਸਸ ਲਾ ਜਿਹੜੀ ਆ ਡੈਰੀਵੇਸ਼ਨ ਹੈ, ਸਾਰੀਆਂ ਗੱਲਾਂ ਤਾਂ ਹੀ ਵੈਲਿਡ ਨੇ ਜੇ ਆਪਣਾ ਲਾਈਨ ਚਾਰਜ ਜਿਹੜਾ ਹੈ ਲੌਂਗ ਚਾਰਜ ਵਾਇਰ ਹੈ, ਸਮਝੋ ਤਾਂ ਆਪਾਂ ਇਹ ਗੱਲ ਕਹਿ ਰਹੇ ਹਾਂ, ਨਹੀਂ ਤਾਂ ਇਹ ਕਰ ਨਹੀਂ ਸਕਾਂਗੇ ਆਪਾਂ। ਗੱਲ ਸਹੀ ਵੀ ਹੈ ਇਹਦੀ ਸਿਸਜੋਤ ਦੀ, ਕਿਉਂਕਿ ਜੇ ਉਹ ਲੌਂਗ ਨਾ ਹੋਇਆ ਤਾਂ ਕੀ ਹੋਊਗਾ, ਦੇਖੋ ਮੈਂ ਦੱਸਦਾ ਤੁਹਾਨੂੰ, ਅਗਲੇ ਪੇਜ ਤੇ ਦੇਖ ਲਓ। ਜੇ ਚਾਰਜ ਤੁਹਾਡਾ ਲਾਈਨ ਚਾਰਜ ਲੌਂਗ ਨਾ ਹੋਇਆ ਬਲਕਿ ਫਾਈਨਾਈਟ ਹੋਇਆ, ਆ ਫਾਈਨਾਈਟ ਹੋ ਗਿਆ ਮੰਨ ਲਓ, ਹੁਣ ਜੇ ਫਾਈਨਾਈਟ ਹੋਇਆ ਤਾਂ ਤੁਸੀਂ ਇਸ ਪੁਆਇੰਟ ਤੇ ਮੰਨ ਲਓ ਫਾਈਂਡ ਕਰਨਾ, ਇਹਦੇ ਅਰਾਊਂਡ ਜੇ ਤੁਸੀਂ ਕੋਈ ਵੀ ਇਸ ਤੋਂ ਮੰਨ ਲਓ ਲੈ ਵੀ ਲਿਆ ਸਿਲੰਡਰ ਇਸ ਤਰ੍ਹਾਂ ਦਾ, ਮੰਨ ਲਓ ਕਿਸੇ ਵੀ ਲੈਂਥ ਦਾ,
ਤਾਂ ਤੁਹਾਨੂੰ ਪਤਾ ਆ ਪੁਆਇੰਟ P ਤੇ ਇਲੈਕਟ੍ਰਿਕ ਫੀਲਡ ਜਿਹੜਾ ਆਏਗਾ ਉਹ ਡਿਫਰੈਂਟ ਹੋਏਗਾ, ਇਸ ਐਲਫਾ ਤੇ ਬੀਟਾ ਤੇ ਡਿਪੈਂਡ ਕਰੇਗਾ ਨਾ ਉਹ। ਤੇ ਜੇ P ਪੁਆਇੰਟ ਤੋਂ ਬਾਅਦ ਇਸ ਸਰਫੇਸ ਦੇ ਉੱਪਰ ਕੋਈ ਹੋਰ ਪੁਆਇੰਟ ਇੱਥੇ ਲੈਣੇ ਹੋ ਤਾਂ ਇਹਦਾ ਐਲਫਾ ਤੇ ਬੀਟਾ ਵੱਖਰਾ ਨਹੀਂ ਹੋ ਜਾਏਗਾ। ਦੇਖੋ ਇਹ ਨੀਚੇ ਐਲਫਾ ਤੇ ਬੀਟਾ ਹੋਰ ਵੱਖਰਾ ਹੋ ਜਾਏਗਾ, ਤਾਂ ਫਿਰ ਇਹ ਤੇ ਆ ਸਾਰੇ ਪੁਆਇੰਟਸ ਤੇ ਇਲੈਕਟ੍ਰਿਕ ਫੀਲਡ ਕਾਂਸਟੈਂਟ ਨਹੀਂ ਹੋਏਗਾ। ਤਾਂ ਫਿਰ E ਡਾਟ ds ਦੇ ਵਿੱਚੋਂ E ds ਦਾ ਜੇ ਬਲਕਿ ਇੱਥੇ ਵਰਟੀਕਲ ਕੰਪੋਨੈਂਟ ਵੀ ਆ ਜਾਏਗਾ, हॉरिजॉन्टल कंपोनेंट भी आ जाएगा, वर्टिकल कंपोनेंट भी, दोनों आ जाएंगे ना। फिर E कांस्टेंट भी नहीं होगा, बाहर भी नहीं आ पाएगा, फिर ये गॉस लॉ लग ही नहीं पाएगा। इसीलिए गॉस लॉ लगाते नहीं ਅਸੀਂ ਉੱਥੇ, ਅਸੀਂ ਲਾਉਂਦੇ ਉੱਥੇ ਜਿੱਥੇ लॉन्ग चार्ज रिंग होवे या चार्ज वायर होवे। सॉरी समय लगी गल हुन सर। तो स्केयर वाला समझा दो, स्केयर से क्यों नहीं यूज करना? स्केयर ते ਤੁਸੀਂ ਸੋਚ ਕੇ ਦੇਖੋ, सोचो तुम आप सोचो कि स्केयर दे हर पॉइंट ते इलेक्ट्रिक फील्ड सेम होएगा। मैं ए कर मेरी गल सुनो, आप लाइन चार्ज आ रख लेने आ, ਇਹਦੇ ਅਰਾਊਂਡ ਆ ਪੁਆਇੰਟ ਤੇ ਮੈਨੂੰ ਕਿਸੇ ਨੇ ਕਿਹਾ ਪਤਾ ਕਰੋ ਆ ਮੰਨ ਲਓ ਲੀਨੀਅਰਲੀ ਵੀ ਆਰ ਡਿਸਟੈਂਸ ਤੇ ਇਲੈਕਟ੍ਰਿਕ ਫੀਲਡ, ਤੇ ਤੁਸੀਂ ਜੇ ਸਕੁਅਰ ਲਾਓਗੇ ਇਹਦੇ ਅਰਾਊਂਡ, ਇਹਨੂੰ ਸਕੁਅਰ ਚ ਬੰਦ ਕਰਨ ਦੀ ਕੋਸ਼ਿਸ਼ ਕਰੋਗੇ ਕਿਵੇਂ, ਮਤਲਬ ਐ ਮੈਂ 2 ਡਾਇਮੈਂਸ਼ਨਲੀ ਸ਼ੋ ਕਰ ਦਿੰਦਾ ਪਹਿਲਾਂ ਤਾਂ, ਪਰ ਅਸਲ ਵਿੱਚ ਸਕੁਅਰ ਹੈ ਨਾ, ਸਮਝ ਲੱਗ ਰਹੀ ਗੱਲ? ਹਾਂਜੀ ਹਾਂਜੀ ਹਨਾ। ਹੁਣ ਤੁਸੀਂ ਇਹਨਾਂ ਨੂੰ ਉੱਪਰੋਂ ਦੇਖੋ, ਉੱਪਰਲਾ ਵਿਊ ਕੀ ਹੋਏਗਾ, ਉੱਪਰੋਂ ਦੇਖਣ ਤੇ ਕੀ ਹੋਏਗਾ, ਆ ਬਿਲਕੁਲ ਸੈਂਟਰ ਚ ਨਿਕਲ ਰਹੀ ਹੋਏਗੀ। ਆ ਉੱਪਰਲਾ ਜਿਹੜਾ ਫੇਜ਼ ਹੈ ਮੈਂ ਤੈਨੂੰ ਸਿਰਫ ਉਹ ਦਿਖਾਣਾ, ਆ ਦੇਖ ਉੱਪਰਲਾ ਫੇਜ਼, ਜਿਹੜੀ ਵਾਇਰ ਹੈ ਤੇਰੀ, ਵਾਇਰ ਤਾਂ ਤੇਰੀ ਇੱਥੇ ਸੈਂਟਰ ਚੋਂ ਨਿਕਲ ਰਹੀ ਹੈ ਨਾ। ਹਾਂਜੀ। ਤਾਂ ਆ ਵਾਲਾ P ਪੁਆਇੰਟ ਹੈ, ਮੰਨ ਲਾ ਤੇਰਾ ਜਿਸ ਪੁਆਇੰਟ P ਪੁਆਇੰਟ ਵਾਲਾ ਆ ਵਾਲਾ ਪੁਆਇੰਟ ਦਾ ਮੈਂ ਇੱਥੇ ਆ ਪੁਆਇੰਟ ਦਿਖਾ ਦੇਣਾ, ਇਹਦਾ ਭਰਾ ਇੱਥੇ ਉੱਪਰ ਪਿਆ ਵਾਲਾ ਪੁਆਇੰਟ ਆਰ ਡਿਸਟੈਂਸ ਤੇ, ਠੀਕ ਹੈ। ਹਾਂਜੀ। ਤੇ ਆ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਸੇਮ ਹੋਏਗਾ ਕੀ? ਆ ਪੁਆਇੰਟ ਤੇ, ਫਿਰ ਆ ਪੁਆਇੰਟ ਤੇ, ਫਿਰ ਆ ਪੁਆਇੰਟ ਤੇ, ਇਹ ਸੇਮ ਹੋਣਗੇ? ਨਹੀਂ ਸੇਮ ਹੋਊਗਾ ਸਾਰੇ ਪਾਸੇ। ਫਿਰ ਸਕੁਅਰ ਦਾ ਜਿਹੜਾ ਆ ਸਰਫੇਸ ਹੋਏਗਾ, ਆ ਵਾਲਾ, ਆ ਸਾਹਮਣੇ ਵਾਲਾ ਫੇਜ਼, ਪਿੱਛੇ ਵਾਲਾ ਫੇਜ਼ ਤੇ ਆ ਵਾਲਾ ਫੇਜ਼, ਇਹਨਾਂ ਸਾਰਿਆਂ ਥਰੂ ਇਲੈਕਟ੍ਰਿਕ ਫੀਲਡ ਦੀ ਵੈਲਿਊ ਤੇ ਇਹਨਾਂ ਦੇ ਸਾਰਿਆਂ ਦੇ ਥਰੂ ਇਲੈਕਟ੍ਰਿਕ ਫੀਲਡ ਦੇ ਨਾਲ ਉਹਦਾ ਜਿਹੜਾ ਐਂਗਲ ਸੇਮ ਹੋਏਗਾ? ਨਹੀਂ ਸਰ, ਨਹੀਂ ਨਾ ਸੇਮ, ਇਸ ਲਈ ਆਪਾਂ ਸਕੁਅਰ ਨਹੀਂ ਲੈਂਦੇ, ਆਪਾਂ ਫਿਰ ਇਹਦੇ ਅਰਾਊਂਡ ਇੱਕ ਸਿਲੰਡਰ ਲੈਨੇ ਆ, ਸੋ ਦੈਟ ਕਿ ਉਸ ਤੋਂ ਪੁਆਇੰਟ ਆ ਲਾਈਨ ਚਾਰਜ ਤੋਂ डिस्टेंस ਉਹਦੇ ਹਰ ਪੁਆਇੰਟ ਦਾ ਸੇਮ ਹੁੰਦਾ ਕਿ ds ਤੇ ਇਲੈਕਟ੍ਰਿਕ ਫੀਲਡ ਸਭ ਸੇਮ ਰਹਿਣ, ਇਸ ਲਈ ਆਪਾਂ ਲਾਈਨ ਚਾਰਜ ਦੇ ਅਰਾਊਂਡ ਆਪਾਂ ਸਿਲੰਡਰ ਹੀ ਲੈਣੇ। ਕਲੀਅਰ ਹੈ ਗੱਲ? ਹਾਂਜੀ ਸਰ। ਤਾਂ ਇਹ ਤਾਂ ਤੁਹਾਨੂੰ ਕਿਹਾ ਗੌਸੀਅਨ ਸਰਫੇਸ ਚੂਜ਼ ਕਰਦੇ ਹੋ, ਜਿਹੜੀ ਗੱਲ ਦਾ ਧਿਆਨ ਰੱਖਣਾ ਹੈ, ਜਿਹੜੀ ਆ ਗੱਲ ਦੱਸੀ ਤੁਹਾਨੂੰ ਮੈਂ। ਸਰ ਹਾਂਜੀ, ਜਦੋਂ ਆਪਾਂ ਸਿਲੰਡਰ ਇਮੇਜਿਨ ਕੀਤਾ ਫਿਰ ਆਪਾਂ ਸਿਰਫ ਉਹਦੇ ਅੰਦਰ ਵਾਲੇ ਵਾਇਰ ਕਰਕੇ ਨਹੀਂ ਦੇਖਾਂਗੇ ਚਾਰਜ? ਹਾਂ ਤਾਂ ਫਿਰ ਸਿਲੰਡਰ ਇਮੇਜਿਨ ਕਰਕੇ ਨਹੀਂ, ਆਪਾਂ ਇਲੈਕਟ੍ਰਿਕ ਫੀਲਡ ਤਾਂ ਪੂਰੀ ਵਾਇਰ ਕਰਕੇ ਹੀ ਆ ਰਿਹਾ ਵਾ ਉੱਥੇ, ਜੋ ਵੀ ਆ ਰਿਹਾ ਮੈਨੂੰ ਪਤਾ ਨਹੀਂ ਹੈ ਪਰ ਕਿੰਨਾ ਆ ਰਿਹਾ। ਫਲਕਸ ਜਦੋਂ ਪਤਾ ਕਰਦੇ ਆ ਭਾਈ ਇਲੈਕਟ੍ਰਿਕ ਫੀਲਡ ਤਾਂ ਸਾਰਿਆਂ ਕਰਕੇ ਹੁੰਦਾ ਨਾ, ਆ ਜਿਹੜਾ ਇਲੈਕਟ੍ਰਿਕ ਫੀਲਡ E ਹੈ ਇਹ Q1 Q2 Q3 -Q4 ਤੋਂ Q5 ਸਾਰਿਆਂ ਕਰਕੇ ਇਲੈਕਟ੍ਰਿਕ ਫੀਲਡ ਹੈ। ਆਪਾਂ ਦਾ ਕਿਸੇ ਪੁਆਇੰਟ ਤੇ ਫਲਕਸ ਪਤਾ ਕਰਨਾ, ਇਲੈਕਟ੍ਰਿਕ ਫੀਲਡ ਤਾਂ ਸਾਰੇ ਚਾਰजेस ਕਰਕੇ ਆਏਗਾ ਨਾ, ਕੀ ਤੂੰ ਕਹਿ ਸਕਦਾ ਕਿ ਆ Q1 ਕਰਕੇ ਇੱਥੇ ਇਲੈਕਟ੍ਰਿਕ ਫੀਲਡ ਕੋਈ ਹੋਏਗਾ ਹੀ ਨਹੀਂ? ਨੋ ਸਰ, ਹੋਏਗਾ, ਉਹ ਇਹਦੇ ਵਿੱਚ ਹੀ ਹੈ, E ਵਿੱਚ ਹੀ ਗਿਣਿਆ ਮਿਣਿਆ ਹੋਇਆ ਪਿਆ ਇਲੈਕਟ੍ਰਿਕ ਫੀਲਡ ਗਿਣਿਆ ਹੋਇਆ, ਪਰ ਫਲਕਸ ਵਿੱਚ ਕੰਟਰੀਬਿਊਸ਼ਨ ਇਹਦਾ 0 ਹੋ ਜਾਊਗਾ ਬਾਈ ਚਾਂਸ ਬਾਅਦ ਚ, ਕਿਉਂਕਿ ਜਿੰਨਾ ਫਲਕਸ ਇਨਵਰਟ ਦੇਗਾ ਉਹਨਾਂ ਆਊਟਵਰਡ, ਕਿਉਂਕਿ ਇਸ ds ਕਰਕੇ ਵੀ ਤਾਂ ਹੋਏਗਾ ਨਾ ਇਲੈਕਟ੍ਰਿਕ ਫੀਲਡ। ਯੈਸ ਸਰ, ਓਕੇ। ਇਸ Q1 ਨੇ ਇਸ ds ਦੇ ਉੱਪਰ ਯੈਲੋ ਵਾਲੇ ਦੇ ਉੱਪਰ ਜਿਹੜਾ ਫਲਕਸ ਦੇਣਾ ਹੈ ਉਹ ਨੈਗੇਟਿਵ ਦੇਣਾ ਹੈ, ਇਸੇ Q1 ਨੇ ਇਸ ds ਦੇ ਉੱਪਰ ਫਲਕਸ ਪੋਜ਼ਿਟਿਵ ਦੇਣਾ, ਇਹਦੇ ਨੈਗੇਟਿਵ ਤੇ ਪੋਜ਼ਿਟਿਵ ਫਲਕਸ ਮਿਲ ਕੇ ਖਤਮ ਹੋ ਰਹੇ ਨੇ, ਤਾਂ ਹੀ ਇਹ ਕੰਟਰੀਬਿਊਟ ਨਹੀਂ ਕਰ ਰਿਹਾ ਫਲਕਸ ਤੇ ਨਾ ਇਹ ਕਰ ਪਾ ਰਿਹਾ ਵਾ, ਬਾਕੀ ਸਾਰੇ ਕਰ ਪਾ ਰਹੇ ਨੇ, ਉਹਨਾਂ ਨੂੰ ਆਪਾਂ ਕੈਲਕੂਲੇਟ ਕਰਦੇ ਹਾਂ ਇਸ ਲਈ ਇਸ ਤਰ੍ਹਾਂ। ਯੈਸ ਸਰ, ਓਕੇ, ਠੀਕ ਹੈ। ਸੋ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਕਰਕੇ ਦੇਖੋਗੇ, ਤੁਹਾਨੂੰ ਪਤਾ ਲੱਗੇਗਾ ਗੌਸੀਅਨ ਸਰਫੇਸ ਬੜੀ ਕਲੈਵਰਲੀ ਚੂਜ਼ ਕਰਦੇ ਆ। ਹੋਰ ਸਰ ਜੇ ਫਾਈਨਾਈਟ ਲੈਂਥ ਦੀ ਵਾਇਰ ਹੋਵੇ ਉਹਦੇ ਲਈ ਕੋਈ ਗੌਸੀਅਨ ਸਰਫੇਸ ਹੋਏਗਾ? ਉਹਦੇ ਲਈ ਗੌਸੀਅਨ ਸਰਫੇਸ ਨਹੀਂ ਮਿਲ ਪਾਏਗਾ ਨਾ ਸਾਨੂੰ ਕੋਈ, ਕਿਉਂਕਿ ਉਹਦੇ ਕੋਈ ਇਹੋ ਜਿਹਾ ਸਰਫੇਸ ਸੋਚ ਕੇ ਦੇਖੋ ਤੁਸੀਂ, ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਸੋਚ ਕੇ ਦੇਖਿਓ ਕਿ ਜੇ ਫਾਈਨਾਈਟ ਲੈਂਥ ਦੀ ਵਾਇਰ ਹੈ ਤਾਂ ਕੀ ਤੁਸੀਂ ਇਹਦੇ ਉੱਪਰ ਕੋਈ ਗੌਸੀਅਨ ਸਰਫੇਸ ਬਣਾ ਪਾਓਗੇ? ਤੁਸੀਂ ਗੌਸੀਅਨ ਸਰਫੇਸ ਬਣਾ ਕੇ ਦੇਖਿਓ, ਇਸ ਤਰ੍ਹਾਂ ਬਣਾਇਓ ਜਿਹੜਾ ਸਰਫੇਸ ਹੈ ਤੁਹਾਡਾ, ਜਾਂ ਤਾਂ ਉਹ ਇੱਕ ਸਿੰਗਲ ਸਰਫੇਸ ਹੋ ਸਕਦਾ ਹੈ ਜਾਂ ਫਿਰ ਕਰਵਡ ਪਲੱਸ ਪਲੇਨ ਵੀ ਹੋ ਸਕਦਾ, ਜਿਵੇਂ ਆਪਣਾ ਸਿਲੰਡਰ ਹੁੰਦਾ ਹੈ, ਸਰਫੇਸ ਕਲਾ ਕਰਵਡ ਸਰਫੇਸ ਹੁੰਦਾ ਜਿਵੇਂ ਕਿ ਸਫੀਅਰ ਹੁੰਦਾ ਹੈ, ਸਿਲੰਡਰ ਹੁੰਦਾ ਹੈ, ਜਾਂ ਫਿਰ ਸਾਰੇ ਪਲੇਨ ਸਰਫੇਸਿਸ ਮਿਲਾ ਕੇ ਜਿਵੇਂ ਕਿ ਕਿਊਬ ਹੁੰਦਾ ਹੈ ਹਨਾ। ਤੁਸੀਂ ਸੋਚ ਸਕਦੇ ਹੋ ਨਾ ਇਹਦੇ ਅਰਾਊਂਡ ਕੁਝ ਵੀ, ਸੋਚ ਕੇ ਦੇਖ ਲਿਓ ਕਿ ਕੀ ਇਸਦਾ ਸਰਫੇਸ ਮਿਲਦਾ ਹੈ ਤੁਹਾਨੂੰ, ਜਿਹਦੇ ਵਿੱਚ ਕਿ ਇਲੈਕਟ੍ਰਿਕ ਫੀਲਡ ਐਟ ਸਮ ਜਿਹੜਾ ਕੋਈ ਸਰਫੇਸ ਚਾਹੇ ਕਰਵਡ ਹੋਵੇ ਚਾਹੇ ਪਲੇਨ ਹੋਵੇ ਜਿੱਤੇ ਇੱਕ ਕਾਂਸਟੈਂਟ ਹੋਵੇ।
ਤੇ ਜਿੱਥੇ ਕਾਂਸਟੈਂਟ ਨਾ ਹੋਵੇ ਉੱਥੇ ਇਲੈਕਟ੍ਰਿਕ ਫੀਲਡ ਤੇ ਸਰਫੇਸ ਵਿੱਚ ਐਂਗਲ ਕਿੰਨਾ ਹੋਵੇ 90 ਡਿਗਰੀ ਹੋਵੇ। ਇਸ ਤਰ੍ਹਾਂ ਸੋਚ ਕੇ ਦੇਖੋ, ਜੇ ਤੁਹਾਨੂੰ ਨਹੀਂ ਮਿਲਿਆ ਤਾਂ ਮਤਲਬ ਆਪਾਂ ਇੱਥੇ ਗੌਸਿਅਨ ਸਰਫੇਸ ਨਹੀਂ ਲਗਾ ਸਕਦੇ, ਗੌਸਿਅਨ ਥਿਊਰਮ ਨਹੀਂ ਲਗਾ ਸਕਦੇ, ਤਾਂ ਹੀ ਤਾਂ ਆਪਾਂ ਕੈਲਕੂਲਸ ਮੈਥਡ ਨਾਲ ਹੀ ਕਰਦੇ ਆ ਇਹਨੂੰ। sin alpha plus sin beta ਤੇ ਵਰਟੀਕਲ ਕੰਪੋਨੈਂਟ cos beta minus cos alpha ਆ ਜਾਂਦਾ, k lambda by r ਬਾਹਰ ਆ ਜਾਂਦਾ ਹੈ ਨਾ। yes sir. ਸੋ ਇਸ ਲਈ ਇਹ ਜਿਹੜਾ ਕੰਮ ਕਰ ਰਹੇ ਆ ਆਪਾਂ ਗੌਸਿਅਨ ਥਿਊਰਮ ਦਾ, ਇਹ ਇਨਫਾਈਨਾਈਟ ਲੌਂਗ ਵਾਇਰ ਲਈ ਹੈ, ਜਾਂ ਇਨਫਾਈਨਾਈਟ ਵੀ ਬੋਲ ਦਿੰਦੇ ਨੇ ਇਹਨੂੰ ਲੋਕ, ਇਨਫਾਈਨਾਈਟ ਵਾਇਰ ਵੀ ਬੋਲਦੇ ਨੇ, ਇਨਫਾਈਨਾਈਟ ਵਾਇਰ ਵੀ ਬੋਲ ਦਿੰਦੇ ਆ, ਚਾਰਜ ਵਾਇਰ। ਤੇ ਇਸੇ ਤਰ੍ਹਾਂ ਹੀ ਹੁਣ ਜੇ ਤੁਸੀਂ ਗੱਲ ਕਰੋਗੇ ਸ਼ੀਟ ਦੇ ਬਾਰੇ, ਤਾਂ ਸ਼ੀਟ ਬਾਰੇ ਵੀ ਆਹੀ ਗੱਲ ਹੈ। ਹੁਣ ਹੈਗਾ ਇਲੈਕਟ੍ਰਿਕ ਫੀਲਡ, ਦੂਸਰਾ ਦੇਖੋ ਇਹਦਾ दूसरा एप्लीकेशन, इलेक्ट्रिक फील्ड ड्यू टू लार्ज सरफेस, ये लार्ज यूनिफॉर्मली चार्ज्ड सरफेस, सरफेस बोल देंगे ने, कई लोग थिन शीट भी बोल देंगे ने, शीट ऑफ चार्ज समझो। थिन शीट ਦਾ ਤੇ ਥਿਕ ਸ਼ੀਟ ਦਾ ਬੜਾ ਫਰਕ ਹੁੰਦਾ ਹੈ, ਇਸ ਗੱਲ ਨੂੰ ਸਮਝਣਾ ਪੈਣਾ ਚੰਗੀ ਤਰ੍ਹਾਂ। ਮੈਂ ਤੁਹਾਨੂੰ ਹੁਣੇ ਸਮਝਾ ਰਿਹਾ, ਗੱਲ ਨੂੰ ਮੇਰੇ ਧਿਆਨ ਨਾਲ ਸੁਣਿਓ। ਮੰਨ ਲਓ ਇਹ ਚ ਕੀ ਆਪਣੇ ਕੋਲ ਇੱਕ ਸ਼ੀਟ ਹੈ, ਇਨਫਾਈਨਾਈਟ ਹੈ, ਇਹਦੀ ਹੁਣ ਮੈਂ ਬਾਉਂਡਰੀਜ਼ ਦਿਖਾ ਨਹੀਂ ਰਿਹਾ, ਇਸ ਤਰ੍ਹਾਂ ਟੇਡਾ ਮੇਡਾ ਕੁਝ ਵੀ ਕਰ ਦਿੰਦੇ ਆ। ਆਹ ਵਾ ਸ਼ੀਟ, ਠੀਕ ਹੈ। ਇਸ ਸ਼ੀਟ ਦੇ ਉੱਪਰ ਸਾਰੀ ਦੇ ਉੱਪਰ ਚਾਰਜ ਹੈ, ਇਹ ਸ਼ੀਟ ਇਨਫਾਈਨਾਈਟ ਹੈ, ਜਾਂ ਤਾਂ ਤੁਸੀਂ ਸ਼ੀਟ ਦੀ ਸਾਈਜ਼ ਇਨਫਾਈਨਾਈਟ ਮੰਨ ਕੇ ਚੱਲੋ, ਜਾਂ ਮੰਨ ਲਓ ਕਿ ਆਬਜ਼ਰਵੇਸ਼ਨ ਪੁਆਇੰਟ ਇੰਨੀ ਨੇੜੇ ਆ ਕਿ ਇਹਦਾ ਸਾਈਜ਼ ਉਹਦੇ ਸਾਹਮਣੇ ਇਨਫਾਈਨਾਈਟ ਹੈ। ਤੇ ਆਬਵੀਅਸਲੀ ਇੱਥੇ ਜਿਹੜੀ ਆਪਣੀ ਚਾਰਜ ਡੈਂਸਿਟੀ ਹੋਏਗੀ ਉਹਨੂੰ ਕੀ ਕਵਾਂਗੇ ਆਪਾਂ, ਸਿਗਮਾ ਅਪਨ, ਹਾਂ ਸਿਗਮਾ, ਸਰਫੇਸ ਚਾਰਜ ਡੈਂਸਿਟੀ ਸਿਗਮਾ ਹੈ ਆਪਣੀ, ਠੀਕ ਹੈ। ਹੁਣ ਆ ਜਿਹੜੀ ਥਿਨ ਸ਼ੀਟ ਹੈ, ਇਸ ਥਿਨ ਸ਼ੀਟ ਦੇ ਕਰਕੇ ਆਪਾਂ ਪਤਾ ਕਰਨਾ ਹੈ ਇਲੈਕਟ੍ਰਿਕ ਫੀਲਡ। ਤੇ ਸ਼ੀਟ ਦੇ ਆਬਵੀਅਸਲੀ ਸਾਹਮਣੇ ਆਪਾਂ ਕਿਸੇ ਪੁਆਇੰਟ ਤੇ ਪਤਾ ਕਰਦੇ ਹਾਂ, ਮੰਨ ਲਓ ਆਹ ਪੁਆਇੰਟ ਤੇ ਪਤਾ ਕਰਨਾ ਹੈ, ਆਹੀ ਪੁਆਇੰਟ ਜਿੱਥੇ ਪਤਾ ਕਰਨਾ ਇਹ ਮੰਨ ਲਓ ਪੁਆਇੰਟ ਆਪਣਾ P ਹੈ। ਹੁਣ ਤੁਸੀਂ ਸ਼ੀਟ ਦੇ ਉੱਪਰ ਸੋਚ ਕੇ ਦੇਖੋ, सिलेंडर सोच के देखो, P पॉइंट जो पास करता है वो हर पॉइंट ते इलेक्ट्रिक फील्ड बिल्कुल सेम नहीं आएगा, या आप सेम नहीं ले सकते। अपन पता सिलेंडर अराउंड लाओगे P जो पास करता है तो डिस्टेंस जिवें आया है जैसे सिलेंडर लाओगे ना, इस तरह करके ये सिलेंडर अद्धा इधर होएगा अद्धा उधर होएगा, इस तरह करके तो बिल्कुल ही मतलब बड़ा ही अजीब जो बनेगा, वो जो इलेक्ट्रिक फील्ड जो है वो उस तरह नहीं आएगा जिस तरह आप सोच रहे हैं कि कॉन्स्टेंट आवे। तो इलेक्ट्रिक फील्ड तो फिर सरफेस एरिया में एंगल का भी पंगा पैदा रहेगा। स्केयर भी नहीं लै सकते तुसी, स्केयर लाओगे तो स्केयर लै सकते हो, स्केयर लै सकते हो, स्केयर पर स्केयर भी नहीं बल्कि क्यूबॉइड कह सकते हो। स्केयर मैं बोल रहा, स्केयर तो बोलना नहीं चाहिए, 3 डायमेंशनल क्यूब लै सकते हो, या तुसी इस तो पहला भी स्केयर स्केयर बोली गए। देखो आप गल करिए मैं थोड़े नाल, स्केयर कितों लई जा रहे सी भी तुसी, क्यूब लेना सी ना योगेश? हाँ जी सर, क्यूब बोल रहे थे तू? हाँ जी सर। तो स्केयर बोली गया, मैं भी स्केयर बोली गया नाल नाल, ध्यान रखा करो। आप 3 डायमेंशनल गल कर रहे हैं, क्यूब या क्यूबॉइड। हुण इत्थे क्यूब या क्यूबॉइड नाल देखो सरदा कि नहीं सरदा है, सोच के देखियो। पहली गल तां इहदे अराउंड इलैक्ट्रिक फील्ड समझ लियो, पहला इलैक्ट्रिक फील्ड दी डायरेक्शन बारे बंदे नूं पता होवे ना, फिर थोड़ा ध्यान नाल बंदा सोच पांदा। जी मान लो आ शीट है, देखो वीडियो दिख रहा है सब लोग? यस मैंने दिख नहीं रहा, हाँ ठीक है। जी मान लो कि चलो आई ले लो कॉपी, आ कॉपी मान लो बड़ी पतली है, ठीक है, आ शीट है, इस शीट के ऊपर चार्ज है सारा। एक पासे मान लो तुसी, क्योंकि थिन शीट है, आप इधर लाया उधरला पासा नहीं, बिल्कुल पतली शीट है, मतलब शीट की कोई विड्थ है ही नहीं, मतलब बस चार्ज, मतलब हवा भी जी सोच के देखो, इधर बिल्कुल प्लेन बिल्कुल पतली शीट है, उधर चार्ज है बस पॉजिटिव चार्ज। तो चार्ज है तो ये शीट दे करके आ देखो इस तरह शीट, ये इस पॉइंट ते इलैक्ट्रिक फील्ड किधर ਨੂੰ ਹੋਏਗਾ, इधर ਨੂੰ ਹੋਏਗਾ ना, बाहर ਨੂੰ। यस सर, हर पॉइंट ते बाहर ਨੂੰ ਹੋਏਗਾ ना, क्योंकि इनफाइनाइट है, इनफाइनाइट शीट है। सो बेसिकली सिमेट्रिकली ऊपरों नीचलों बराबर हो जाता, तो फिर ਉਹਦਾ वर्टिकल कंपोनेंट सॉरी हॉरिजॉन्टल कंपोनेंट इधर ਨੂੰ ਆਏਗਾ। ਇਹਦੇ ਇਧਰਲੇ ਪਾਸੇ ਇਲੈਕਟ੍ਰਿਕ ਫੀਲਡ ਕਿੱਧਰ ਹੋਏਗਾ, ਉਹ ਇਧਰ ਨੂੰ ਹੋਏਗਾ, ਹੈ ਨਾ? ਸਮਝ ਲੱਗ ਰਹੀ ਗੱਲ? ਇਸ ਪਾਸੇ ਇਲੈਕਟ੍ਰਿਕ ਫੀਲਡ ਦਾ ਇਧਰੋਂ ਇਧਰ ਨੂੰ ਹੋਏਗਾ, ਬਾਹਰ ਨੂੰ, ਇਸ डायरेक्शन ਚ, ਹੈ ਨਾ? ਇਧਰਲੇ ਪਾਸੇ ਉਧਰ ਨੂੰ ਹੋਏਗਾ, ਯਾਨੀ ਦੋਨੋਂ ਪਾਸੇ पॉजिटिव चार्ज रखोगे तो उधर बाहर ਨੂੰ ਭਜੇਗਾ ना,
ਤੇ ਇਲੈਕਟ੍ਰਿਕ ਫੀਲਡ ਬਾਰੇ ਪਤਾ ਲੱਗ ਗਿਆ ਤੁਹਾਨੂੰ ਤੇ ਇਸ ਤੋਂ ਕਿਸੇ ਪਾਰਟਿਕੂਲਰ ਡਿਸਟੈਂਸ ਤੇ ਜੇ ਮੈਂ ਇਸ ਪੁਆਇੰਟ ਤੇ ਗੱਲ ਕਰ ਰਿਹਾ ਦੇਖੋ ਇਸ ਪੁਆਇੰਟ ਤੇ ਥੋੜਾ ਜਿਹਾ ਇੰਨਾ ਡਿਸਟੈਂਸ ਰੱਖਦੇ ਮੈਂ ਥੋੜਾ ਅੱਗੇ ਪਿੱਛੇ ਇਸ ਤਰ੍ਹਾਂ ਕਵਾਂ ਤਾਂ r ਸੇਮ ਰੱਖਦੇ ਤਾਂ ਫਿਰ ਆਬਵੀਅਸਲੀ ਜਿਹੜਾ ਇਲੈਕਟ੍ਰਿਕ ਫੀਲਡ ਆ ਉਹਦਾ ਮੈਗਨੀਟਿਊਡ ਸੇਮ ਰਹੇਗਾ ਨਾ ਤਾਂ ਇਹਦੇ ਰਾਉਂਡ ਮੈਂ ਇੱਥੇ ਤਾਂ ਕੋਈ ਪਲੇਨ ਲੈ ਲਵਾਂ ਤਾਂ ਜ਼ਿਆਦਾ ਵਧੀਆ ਹੈ ਪਰ ਇਹਨੂੰ ਫਿਰ ਬੰਦ ਵੀ ਕਰਨਾ ਹੈ ਸਰਫੇਸ ਨੂੰ ਜਿਹਦੇ 'ਚ ਸ਼ੀਟ ਵੀ ਆਵੇ ਕਿਵੇਂ ਕਰਾਂਗੇ ਦੇਖੋ ਅਸੀਂ ਕੀ ਕਰਦੇ ਹਾਂ ਫਿਰ ਅਸੀਂ P ਪੁਆਇੰਟ ਵਿੱਚੋਂ P ਪੁਆਇੰਟ ਨੂੰ ਇੱਥੇ ਰੱਖ ਕੇ ਨਾ ਸੈਂਟਰ 'ਚ ਰੱਖ ਲੈਂਦੇ ਆ ਇੱਕ ਲੈਣੇ ਆ ਸਰਫੇਸ ਸਿਲੰਡਰ ਤੇ ਸਿਲੰਡਰ ਜਿਹੜਾ ਹੈ ਉਧਰਲੇ ਪਾਸੇ ਵੀ ਬਿਲਕੁਲ ਸੇਮ ਇਸੇ ਤਰ੍ਹਾਂ ਇਮੇਜਿਨ ਕਰਦੇ ਆ 19 ਦੂਰੀ ਤੱਕ ਕਲੋਜ਼ ਸਰਫੇਸ ਤਾਂ ਕਿ ਪਿਕਚਰ ਦੇ ਵਿੱਚ ਸਾਡਾ ਉਹ ਵਾਲਾ ਇਲੈਕਟ੍ਰਿਕ ਫੀਲਡ ਜ਼ਰੂਰ ਆਵੇ ਜਿਹੜਾ ਇੱਥੇ ਹੋਵੇ ਜਿਹੜਾ ਕਿਉਂਕਿ ਆਈ ਤਾਂ ਪਤਾ ਕਰਨਾ ਨਾ ਮੇਰਾ ਪਰਪਸ ਤਾਂ ਮੇਰਾ ਇਸ ਇਲੈਕਟ੍ਰਿਕ ਫੀਲਡ ਨੂੰ ਪਤਾ ਕਰਨਾ ਹੈ ਤੇ ਇੱਥੇ ds ਤੇ E ਜਿਹੜਾ ਹੈ ਉਹ ਪੈਰਲਲ ਨੇ ਸੋ ਸਭ ਤੋਂ ਪਹਿਲਾਂ ਗੌਸੀਅਨ ਸਰਫੇਸ ਚੂਜ਼ ਕਰਨ ਦੀ ਆਪਾਂ ਗੱਲ ਸੀ ਉਹ ਆਪਾਂ ਇਹ ਕਰ ਲਿਆ ਤਾਂ ਆਪਾਂ ਸਭ ਤੋਂ ਸਟੈਪ 1 ਜਿਹੜਾ ਕੀਤਾ ਉਹ ਕਹੇਗਾ ਗੌਸੀਅਨ ਸਰਫੇਸ ਚੂਜ਼ ਗੌਸੀਅਨ ਸਰਫੇਸ ਐਜ਼ ਸਿਲੰਡਰ ठीक है दोनों पासे ले आपा ते इस सिलेंडर दा रेडियस मायने नहीं रखता इत्थे आपा इस सिलेंडर दा जेहड़ा रेडियस दी बजाय आपा एदा पूरा एरिया मान लेने आ पूरा एरिया मान लो हैगा A ते आ एरिया कितना आएगा फिर आ भी A ते आ एरिया जेहड़ा शीट दा इहदे अंदर आ गया आ कितना आएगा आ भी A इस सिलेंडर ਨੂੰ ਵੀ ਕਿਹਾ ਜਾਵੇ ਤਾਂ ਇਹ ਤਿੰਨ ਸਰਫੇਸਿਸ ਤੋਂ ਮਿਲ ਕੇ ਬਣਿਆ ਆ ਇੱਕ ਤਾਂ ਇਧਰਲਾ ਸਰਫੇਸ ਹੈਗਾ ਆ ਇਹਨੂੰ ਕਹਿ ਦੋ ਤੁਸੀਂ S1 इधरले सरफेस ਨੂੰ ਤੁਸੀਂ ਕਹਿ ਦੋ S2 ਤੇ ਜਿਹੜਾ ਕਰਵਡ ਸਰਫੇਸ ਹੈਗਾ ਨਾ ਇਹ ਦੋਨੋਂ ਪਾਸੇ ਇਸ ਤਰ੍ਹਾਂ ਇੱਥੇ ਸਰਫੇਸ ਏਰੀਆ ਦੇਖੋ ਉੱਪਰ ਨੂੰ ਹੈ ਇਲੈਕਟ੍ਰਿਕ ਫੀਲਡ ਇੱਧਰ ਹੋਏਗਾ ਤਾਂ ਦੋਨਾਂ 'ਚ ਐਂਗਲ ਕਿੰਨਾ ਆਏਗਾ ਦੇਖ ਲਓ ਚਾਹੇ ਪਾਸੇ ਇੱਧਰ ਵੀ ਜੇ ਹੋਏਗਾ ਤਾਂ ਇੱਧਰ ਸਰਫੇਸ ਏਰੀਆ ਉੱਪਰ ਨੂੰ ਇਲੈਕਟ੍ਰਿਕ ਫੀਲਡ ਇੱਧਰ ਨੂੰ ਸਰਫੇਸ ਏਰੀਆ ਨੀਚੇ ਨੂੰ ਇਲੈਕਟ੍ਰਿਕ ਫੀਲਡ ਇੱਧਰ ਨੂੰ ਇਲੈਕਟ੍ਰਿਕ ਫੀਲਡ ਤਾਂ ਸਮਝ ਰਹੇ ਹੋ ਨਾ ਆਊਟਵਰਡ ਇੱਥੇ ਵੀ ਬਿਲਕੁਲ ਉਵੇਂ ਹੋਏਗਾ ਇਲੈਕਟ੍ਰਿਕ ਫੀਲਡ ਤੇ ਇੱਧਰ ਨੂੰ ਤੇ ਇਸ ਇੱਧਰ ਨੂੰ ਕਲੀਅਰ ਹੋਈ ਸਭ ਨੂੰ ਗੱਲ ਯੈਸ ਸਰ ਇਦਾਂ ਆ ਸ਼ੀਟ ਜਿਹੜੀ ਹੈ ਨਾ ਇਹਨੂੰ ਨਾ ਹੈਲੋ ਇਸ ਤਰ੍ਹਾਂ ਹੈ ਦੇਖੋ ਇਸ ਤਰ੍ਹਾਂ ਜਿਵੇਂ ਆ ਇੱਕ ਸਿਲੰਡਰ ਦਾ ਇਧਰਲਾ ਹਿੱਸਾ ਏਦਾਂ ਠੀਕ ਹੈ ਤੇ ਬਾਕੀ ਇਧਰਲਾ ਇੱਧਰ ਦੋਨੋਂ ਪਾਸੇ ਇਸ ਤਰ੍ਹਾਂ ਸਿਲੰਡਰ ਲਗਾਇਆ ਆਪਾਂ ਇਹਦੀ ਸਿਰਫ ਆ ਇਹ ਏਰੀਆ ਵਿੱਚ ਆਏਗਾ ਸ਼ੀਟ ਦਾ ਬਾਕੀ ਬਾਹਰ ਰਹੇਗਾ ਆ ਇਸ ਪਾਸੇ ਆਪਣਾ P ਪੁਆਇੰਟ ਹੈ ਜਿਸ ਪੁਆਇੰਟ ਦੇ ਉੱਪਰ ਇੱਕ ਉਹਦਾ ਪਲੇਨ ਹੈ ਇਸ ਤਰ੍ਹਾਂ ਦਾ ਸਰਫੇਸ ਲਿਆ ਕਲੋਜ਼ ਸਰਫੇਸ ਇਹਦੇ ਵਿੱਚ ਹੋਏਗਾ ਕਿ ਜਿਹੜਾ ਮੇਰਾ ਫਿੰਗਰਸ ਦੇ ਨਾਲ ਜਿਹੜਾ ਇਹ ਬਣ ਰਿਹਾ ਨਾ ਕਰਵਡ ਸਰਫੇਸ ਏਰੀਆ ਉਹਦੇ ਤੇ ਫਲਕਸ ਤਾਂ ਆਏਗਾ ਹੀ ਕੋਈ ਨਹੀਂ ਨਾ ਫਲਕਸ ਸਿਰਫ ਇਧਰਲਾ S1 ਤੇ S2 ਦੇ ਉੱਪਰ ਹੀ ਆਏਗਾ ਤੇ ਬਹੁਤ ਈਜ਼ੀਲੀ ਕੈਲਕੂਲੇਟ ਹੋਏਗਾ ਦੇਖੋ ਦੇਖੋ ਸਰ ਹਾਂਜੀ ਸਰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਨਹੀਂ ਸਮਝਾਈ ਸਰ ਉਹ ਇੱਧਰ ਨੂੰ ਕਾਤੇ ਹੈ ਮੇਰੀ ਗੱਲ ਸੁਣ ਪੁਆਇੰਟ ਚਾਰਜ ਹੈਗਾ ਮੰਨ ਲਾ +Q ਪਹਿਲਾਂ ਇਹਦੇ ਕਰਕੇ ਦੱਸ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੁੰਦਾ ਇੱਧਰ ਹੁੰਦਾ ਕਿ ਨਹੀਂ ਹੁੰਦਾ ਸਰ ਹਾਂਜੀ ਸਰ ਇੱਧਰ ਹੁੰਦਾ ਇਸ ਪੁਆਇੰਟ ਤੇ ਕਿੱਧਰ ਹੁੰਦਾ ਇੱਧਰ ਹੁੰਦਾ ਕਿ ਨਹੀਂ ਹੁੰਦਾ ਹਾਂਜੀ ਸਰ ਤੇ ਜੇ ਇਹਦੀ ਜਗ੍ਹਾ ਤੇ ਲਾਈਨ ਚਾਰਜ ਲੈ ਲਵਾਂ ਮੈਂ ਪੋਜ਼ਿਟਿਵ ਔਰ ਲੌਂਗ ਚਾਰਜ ਦਾ ਉਹਦੇ ਕਰਕੇ ਇਲੈਕਟ੍ਰਿਕ ਫੀਲਡ ਇਧਰੋਂ ਇੱਧਰ ਨੂੰ ਹੁੰਦਾ ਕਿ ਨਹੀਂ ਹੁੰਦਾ ਹਾਂਜੀ ਸਰ ਹੁੰਦਾ ਤੇ ਇਸ ਪੁਆਇੰਟ ਤੇ ਇੱਧਰ ਹੁੰਦਾ ਕਿ ਨਹੀਂ ਹੁੰਦਾ ਹਾਂਜੀ ਸਰ ਤੇ ਜੇ ਇਹਦੀ ਜਗ੍ਹਾ ਮੈਂ ਇਨਫਾਈਨਾਈਟ ਲੌਂਗ ਸ਼ੀਟ ਲੈ ਲਈ ਮੈਂ ਤੇ ਸ਼ੀਟ ਆਫ ਚਾਰਜ ਸ਼ੀਟ ਦੇ ਪੋਜ਼ਿਟਿਵ ਚਾਰਜ ਤਾਂ ਉਹਦੇ ਕਰਕੇ ਇੱਥੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਤੇ ਇੱਧਰ ਨੂੰ ਹੋਏਗਾ ਕਿ ਨਹੀਂ ਹੋਏਗਾ ਹਾਂਜੀ ਸਰ ਤੇ ਵੱਖਰੀ ਗੱਲ ਆ ਕੋਈ ਓਕੇ ਤੇ ਇਸ ਸ਼ੀਟ ਦੇ ਕਰਕੇ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੀ ਹੋਏਗਾ ਕਿ ਨਹੀਂ ਹਾਂਜੀ ਸਰ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਏਗਾ ਇਹਦੇ ਉੱਪਰ ਆਹ ਵਾਲੇ ਸਰਫੇਸ ਤੇ ਇਲੈਕਟ੍ਰਿਕ ਫੀਲਡ ਇੱਧਰ ਹੋਏਗਾ ਇੱਧਰ ਹੋਏਗਾ ਇੱਧਰ ਹੋਏਗਾ ਤੇ ਇੱਧਰ ਹੋਏਗਾ ਆ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਬਣਾਈਆਂ ਮੈਂ ਦੇਖ ਹਾਂਜੀ ਸਰ ਠੀਕ ਸਰਫੇਸ ਦੀ ਡਾਇਰੈਕਸ਼ਨ ਇਧਰ ਉੱਪਰ ਸਰਫੇਸ ਦੇ ਨੀਚੇ ਇਹਦੀ ਇੱਧਰ ਨੂੰ ਆ ਇਹਦੀ ਉੱਪਰ ਨੂੰ ਆ ਇਹਦੀ ਨੀਚੇ ਨੂੰ ਆ ਹੈ ਕਿ ਨਹੀਂ ਦੱਸ ਠੀਕ ਹਾਂਜੀ ਸਰ ਹਾਂਜੀ ਸਰ तो पहला तो गॉसियन सरफेस चूज कर लिया स्टेप 2 ਦੇ ਵਿੱਚ ਮੈਨੂੰ ਐ ਦੱਸੋ क्लास खत्म होगी स्टेप 2 ਦੇ ਵਿੱਚ ਦੱਸੋ ਕੌਣ ਆ ਵੀ ਇਹ ਛੋਟਾ ਬੱਚਾ ਬੋਲਿਆ
ਕਿ ਮੈਨੂੰ ਹੀ ਆਵਾਜ਼ ਆਈ ਹੈ? ਬੋਲਿਆ ਸੀ ਕੋਈ। ਬੋਲਿਆ ਕਿਹਦੇ ਘਰ ਆ ਵੀ? ਸਰ ਭਰਾ ਮੇਰਾ ਬੋਲਿਆ ਸੀ ਸਰ, ਛੋਟਾ ਅੱਛਾ, ਕਿੰਨਾ ਛੋਟਾ? ਮਾਮੇ ਦਾ ਮੁੰਡਾ ਸਰ, ਹੈਗਾ 3 ਸਾਲਾਂ ਦਾ, 3 ਅੱਛਾ। 3.5 ਸਾਲਾਂ। ਉਹੀ ਮੈਂ ਕਿਹਾ ਆਵਾਜ਼ ਵੀ ਇਹ ਨਰਸਰੀ ਵਾਲੀ ਨਰਸਰੀ ਵਾਲੀ ਆਵਾਜ਼ ਲੱਗੀ ਮੈਨੂੰ, ਤੇ ਉਹਨੂੰ ਫਿਕਰ ਪਈ ਹੋਈ ਤੇਰੀ ਕਲਾਸ ਖਤਮ ਹੋ ਜਾਣੀ ਹੈ। ਹਾਂਜੀ ਸਰ, ਕਹਿੰਦਾ ਭਾਜੀ ਕਾਰਟੂਨ ਦੇਖਣੇ ਆ। ਕੀ ਦੇਖਣੇ ਆ? ਕਾਰਟੂਨ ਸਰ, ਕਹਿੰਦਾ ਕਾਰਟੂਨ ਦੇਖਣੇ ਆ ਮੈਂ। ਫੋਨ ਤੇ ਤੇਰੇ? ਹਾਂਜੀ ਅੱਛਾ, ਫਿਰ ਤੂੰ ਕਲਾਸਾਂ ਲਾਣੀਆਂ ਤਾਂ ਅਗਲੀਆਂ? ਹਾਂਜੀ ਸਰ, ਕੋਈ ਉਹ 5 ਮਿੰਟ ਬਾਅਦ ਉਹਨੂੰ ਦਿਖਾਣੇ, ਬਾਅਦ ਉਹ ਇਹ ਨਹੀਂ ਦੇਖਦਾ ਹੁੰਦਾ, ਇੰਨਾ ਨਹੀਂ ਦੇਖਦਾ। ਅੱਛਾ ਅੱਛਾ, ਚੁੰਗੀ ਦੇਣੀ ਪੈਂਦੀ ਆ, ਟੈਕਸ ਦੇਣਾ ਪੈਂਦਾ ਥੋੜਾ ਜਿਹਾ ਉਹਨੂੰ। ਹਾਂਜੀ ਸਰ। ਚਲੋ, ਵੈਸੇ ਤਾਂ ਇਹ ਥੋੜਾ ਧਿਆਨ ਰੱਖਿਆ ਕਰੋ ਵੀ ਕੋਈ ਉਹਦਾ ਆਸ-ਪਾਸ ਡਿਸਟਰਬੈਂਸ ਨਾ ਹੋਵੇ। ਹਾਲਾਂਕਿ ਚਲੋ ਬੱਚੇ ਦੀ ਆਵਾਜ਼ ਨਾਲ ਥੋੜਾ ਜਿਹਾ ਮਾਹੌਲ ਵਧੀਆ ਹੀ ਬਣਿਆ, ਮੈਨੂੰ ਤਾਂ ਵਧੀਆ ਲੱਗਿਆ। ਐਵੇਂ ਮੈਂ ਨਹੀਂ ਤਾਂ ਮੇਰੀ ਆਵਾਜ਼ ਸੁਣ ਰਹੇ ਤੁਸੀਂ ਸਾਰੇ, ਕਿੰਨੀ ਭੈੜੀ ਆਵਾਜ਼। ਚਲੋ ਸਟੈਪ 2 ਦੇ ਵਿੱਚ ਆਈਏ ਆਪਾਂ। ਸਟੈਪ 2 ਵਿੱਚ ਦੇਖੋ Q ਇਨਸਾਈਡ ਕਿੰਨਾ ਹੋਏਗਾ? Q ਇਨਸਾਈਡ ਕੀ ਹੋਏਗਾ? ਸਰਫੇਸ ਚਾਰਜ ਡੈਂਸਿਟੀ ਇਨਟੂ ਕਿੰਨਾ ਸ਼ੀਟ ਦਾ ਏਰੀਆ ਅੰਦਰ ਆ ਵਾਲਾ ਦੱਸੋ, ਕਿੰਨਾ ਸ਼ੀਟ ਦਾ ਏਰੀਆ ਅੰਦਰ ਆ ਗਿਆ? E ਆਇਆ ਨਾ, ਤਾਂ ਸਿਗਮਾ ਇਨਟੂ A ਆ ਗਿਆ। ਠੀਕ ਹੈ, ਇਹ ਚ ਮੈਂ ਪਹਿਲਾਂ ਪੂਰਾ ਕਰਦਾ, ਫਿਰ ਇੱਕ ਹੋਰ ਗੱਲ ਦੱਸੂਗਾ ਤੁਹਾਨੂੰ। ਸਟੈਪ 3 ਚ ਫਲਕਸ ਪਤਾ ਕਰੀਏ ਆਪਾਂ, ਉਹ ਕੀ ਹੋਏਗਾ? ਪੂਰੇ ਸਰਫੇਸ ਦੇ ਥਰੂ E ਡਾਟ ds ਕਰਨਾ ਪਊਗਾ, ਹੈਨਾ? ਇੱਥੇ ਕਲੋਜ਼ ਸੀਗਾ। ਫਿਰ ਮੈਂ ਸਰਫੇਸ S1 ਦੇ ਥਰੂ ਕਰ ਲਿਆ, ਠੀਕ ਹੈ। ਫਿਰ S2 ਦੇ ਥਰੂ ਕਰ ਲਿਆ, E ਡਾਟ ds, ਤੇ ਫਿਰ S3 ਦੇ ਥਰੂ ਕਰ ਲਿਆ, E ਡਾਟ ds। ਇਹਦੇ ਵਿੱਚ ਦੱਸੋ ਕਿਹੜੇ ਸਰਫੇਸ ਥਰੂ ਹੁਣ 0 ਹੋਣ ਜਾ ਰਿਹਾ ਫਲਕਸ? S3 ਹੈ ਨਾ ਆਪਣਾ, ਆਹ ਵਾਲਾ S3 ਹੈ ਸਰ ਕਰਵਡ ਵਾਲੇ। ਕਰਵਡ ਵਾਲੇ ਥਰੂ S3, ਇਹ 0 ਹੋ ਜਾਣਾ। ਤੁਸੀਂ ਇਹਨੂੰ ਕ੍ਰਾਸ ਨਾ ਪਾਏ, ਤੁਸੀਂ 0 ਲਿਖਿਓ, ਇਹਦਾ ਰੀਜ਼ਨ ਇੱਥੇ ਲਿਖਿਓ ਜਿਵੇਂ ਪਿਛਲੇ ਕੁਝ ਲਿਖਿਆ। ਇਹ ਕੀ ਬਣੇਗਾ? E into ds into cos 0, है ना? फिर E बाहर आ जाएगा, तो इंटीग्रल ds कला A नहीं बन जाएगा? देखो मैं सीधे लिख दूंगा, है ना? इधरले पासे भी E है, इलेक्ट्रिक सीधी देखो ना गल, आ एरिया तो इलेक्ट्रिक फील्ड नॉर्मली तो निकल रहा है बाहर, इलेक्ट्रिक फील्ड इनटू एरिया नहीं आएगा सीधा, वैसे भी फ्लक्स। तो E डॉट ds भी दिखा सकते हो तुसी, E बाहर आएगा पहला, फिर ds अंदर आ जाएगा, ds का A आ जाएगा, कला एरिया तो इतने A ही है उदा, तो कितना आ जाएगा? 2E आ जाएगा ना? आ जाएगा। तो स्टेप 3, इस तो बाद स्टेप 4 च की होएगा? फ्लक्स कितना आएगा? Q इनसाइड बाय Q इनसाइड कितना है? सिग्मा इनटू A। स्टेप 4 आ गया। ਤਾਂ ਫਿਰ ਇਹਦਾ ਆਨਸਰ, ਫਾਈਨਲ ਆਨਸਰ ਜਿਹੜਾ ਆਂਦਾ ਉਹ ਕਿਵੇਂ ਆਂਦਾ ਹੈ ਤੁਹਾਨੂੰ ਪਤਾ ਹੀ ਹੈ। ਹੁਣ ਮੈਂ ਇਹਦੇ ਵਿੱਚ ਸਾਈਡ ਤੇ ਕਰ ਦਿੰਦਾ, ਕੀ ਆਏਗਾ ਫਿਰ? 2EA, ਤੇ ਇਹੀ E ਪਤਾ ਕਰਨਾ ਸੀ ਆਪਣਾ, ਜਿਹੜਾ ਵਾਲਾ E ਇੱਥੇ ਹੈਗਾ, ਆਹ ਵਾਲਾ। ਹਾਲਾਂਕਿ ਇੱਧਰ ਵੀ E ਨਹੀਂ ਹੋਏਗਾ, ਇਸ ਲਈ ਆਪਾਂ ਬਣਾਇਆ ਇਸ ਤਰ੍ਹਾਂ ਸਿਲੰਡਰ। ਆ ਗਿਆ। ਹੁਣ ਇਹ ਏਰੀਆ ਦੇਖੋ ਮੈਟਰ ਨਹੀਂ ਕਰਦਾ, ਇਸ ਲਈ ਕਿੰਨਾ ਲੈਣਾ ਤੁਸੀਂ ਸਿਲੰਡਰ। ਕਿਸੇ ਕੋਈ ਮੈਂ ਮੋਟਾ ਸਿਲੰਡਰ ਲਿਆ, ਕੋਈ ਪਤਲਾ ਸਿਲੰਡਰ ਲਿਆ, ਕਿਸੇ ਨੂੰ ਕੋਈ ਮੈਟਰ ਨਹੀਂ ਕਰਦਾ। ਤਾਂ E ਕਿੰਨਾ ਆਇਆ ਦੱਸੋ ਮੈਨੂੰ ਜਲਦੀ? sigma by 2 epsilon naught। आंसर आ गया, ड्यू टू अ थिन लॉन्ग नहीं, लार्ज शीट ऑफ सिल्वर। समझ लग गई सारे गल? yes sir। Yes, sir. बहुत सिंपली। हुण तुसीं कोई होर सरफेस यूज करना चाहते हो, करके देख लियो, ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਵੀ ਉਹ ਕਰ ਸਕਦੇ ਸੀ ਕਿ ਨਹੀਂ ਕਰ ਸਕਦੇ ਸੀ। ਹੁਣ ਮੈਂ ਤੁਹਾਨੂੰ ਇਹ ਚ ਦੇਖੋ, ਕੋਈ ਬੰਦਾ ਚਾਹੇ ਤੁਸੀਂ ਕਰਨਾ ਇਦਾਂ ਹੀ ਆ, ਸਕੂਲ ਐਗਜ਼ਾਮ ਚ ਲਿਖੋ ਕਿ ਕਈ ਵਾਰ ਨਾ ਉਹ ਬੁੱਕਸ ਵਗੈਰਾ ਚ ਇਦਾਂ ਚੱਲਦਾ ਹੈ, ਤਾਂ ਉਹ ਹੋ ਸਕਦਾ ਤੁਹਾਡਾ ਕੋਈ ਐਵੇਂ ਦੇਖ ਕੇ ਹੀ ਕਾਟਾ ਨਾ ਮਾਰ ਦੇਵੇ ਕਈ ਵਾਰ ਐਗਜ਼ਾਮਿਨਰ। ਕਈ ਵਾਰ ਮਤਲਬ ਬਹੁਤ ਸਾਡੀ ਟ੍ਰੈਡੀਸ਼ਨਲ ਆਦਤ ਹੁੰਦੀ ਨਾ ਵੀ ਉਹ ਨਹੀਂ ਬਣਾਇਆ, ਮੈਂ ਕਹਾਂ ਇਹਨੂੰ ਨਹੀਂ ਪਤਾ। ਪਰ ਤੁਸੀਂ ਇਸੇ ਨੂੰ ਚਾਹੁੰਦੇ ਤਾਂ ਤੁਸੀਂ ਇਸ ਸਿਲੰਡਰ ਦੀ ਜਗ੍ਹਾ ਤੇ ਕੀ ਇੱਕ ਇੰਨੀ ਲੈਂਥ ਦੇ ਕਿਊਬੋਇਡ ਨਾਲ ਸਾਰ ਸਕਦੇ ਸੀ। ਦੇਖੋ ਉੱਥੇ ਗੱਲ ਵੈਲਿਡ ਹੋਣੀ ਸਾਰੀ। ਦੇਖੋ ਸੋਚ ਕੇ ਦੇਖੋ, ਯੈਸ ਔਰ ਨੋ ਦਾ। yes sir। ਸਰ ਜਾਣਾ ਸੀ, ਬਿਲਕੁਲ ਸਰ ਜਾਣਾ ਸੀ, ਕਿਉਂਕਿ ਕਿਊਬੋਇਡ ਚ ਫਿਰ ਇਧਰਲਾ ਏਰੀਆ ਜਿਹੜਾ ਤੁਸੀਂ ਉਹ ਲੈ ਲੈਂਦੇ A, ਹਨਾ, ਉਹਦੇ ਤੇ ਇਲੈਕਟ੍ਰਿਕ ਫੀਲਡ ਤੇ ਉਹ ਆ ਜਾਣਾ ਸੀ। ਇਧਰਲਾ ਏਰੀਆ ਜਿਹੜਾ ਹੈ ਉਹ ਵੀ ਆ ਜਾਣਾ ਸੀ ਇਲੈਕਟ੍ਰਿਕ ਫੀਲਡ ਤੇ ਉਹ, ਤੇ ਜਿਹੜਾ ਆ ਸਾਰਾ ਬਾਕੀ ਇਧਰਲਾ ਬਣਨਾ ਸੀ ਇਧਰਲੇ ਪਾਸੇ
ਉਹਨਾਂ ਦੇ ਇਲੈਕਟ੍ਰਿਕ ਫੀਲਡ ਤੇ ਉਹ ਹਮੇਸ਼ਾ ਪਰਪੈਂਡੀਕੂਲਰ ਹੋਣੇ ਸੀ ਤੇ ਉਹ ਜ਼ੀਰੋ ਹੋ ਜਾਣਾ ਸੀ। ਸੋ ਪਰ ਆਪਾਂ ਇਸ ਤਰ੍ਹਾਂ ਚਲਾਉਂਦੇ ਕੰਮ। ਹੁਣ ਯਾਦ ਰੱਖਿਓ, ਇਸ ਡੈਰੀਵੇਸ਼ਨ ਨੂੰ ਭੁੱਲ ਨਾ ਜਾਇਓ। ਪਰ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਨੂੰ ਦੇਖੋ, ਆ ਗੱਲਾਂ ਜਿਹੜੀਆਂ ਨੇ ਨਾ ਕਿਤਾਬ 'ਚ ਅਲੱਗ ਤੋਂ ਮੈਂਸ਼ਨ ਕਈ ਵਾਰ ਨਹੀਂ ਹੁੰਦੀਆਂ, ਪਰ ਤੁਹਾਨੂੰ ਗੱਲ ਸਮਝਣੀ ਚਾਹੀਦੀ। ਥਿਨ ਸ਼ੀਟ ਹੈ ਇਹ, ਤੇ ਇੱਕ ਲਾਰਜ ਯੂਨੀਫਾਰਮਲੀ ਚਾਰਜ ਸਰਫੇਸ ਦੀ ਗੱਲ ਕੀਤੀ ਕਿ ਮੈਂ ਸਰਫੇਸ ਦਾ ਮਤਲਬ ਸਰਫੇਸ ਹੁੰਦਾ ਹੈ, ਬਸ ਇੱਕ ਸਰਫੇਸ ਆ, ਮਤਲਬ ਇੱਕ ਸਰਫੇਸ ਤੇ ਹੀ ਚਾਰਜ ਹੈ। ਇਹ ਚਾਰਜ ਤੁਸੀਂ ਜਾਂ ਤਾਂ ਇਧਰਲੇ ਪਾਸੇ ਮੰਨੋਗੇ ਜਾਂ ਉਧਰਲੇ ਪਾਸੇ, ਜਾਂ ਫਿਰ ਬਲਕਿ ਇਸ ਤੋਂ ਵੀ ਚੰਗਾ ਹੈ ਤੁਸੀਂ ਹਵਾ ਵਿੱਚ ਹੀ ਇਮੇਜਿਨ ਕਰੋ ਚਾਰਜ ਹੈਗਾ ਬਸ ਫੈਲਿਆ ਹੋਇਆ, ਉਹਦੀ ਕੋਈ ਲੰਬਾਈ ਜਾਂ ਚੌੜਾਈ ਨਹੀਂ ਹੈਗੀ। ਆਈ ਮੀਨ ਕੋਈ ਸੌਰੀ ਕੋਈ ਉਹਦੀ ਆ ਵਿਡਥ ਨਹੀਂ ਹੈਗੀ। ਆ ਜਿਹੜੀ ਵਿਡਥ ਹੈ ਨਾ, ਦਿਸ ਵਨ, ਆ ਹੈ ਹੀ ਨਹੀਂ। ਕੀ ਫਰਕ ਪਏਗਾ ਇਹਦੇ ਨਾਲ? ਮੈਂ ਤੁਹਾਨੂੰ ਦੱਸਦਾ ਫਰਕ ਕੀ ਪਏਗਾ, ਤੁਸੀਂ ਸੋਚੋ ਧਿਆਨ ਨਾਲ। ਇੱਕ ਮਿੰਟ ਮੈਂ ਦੱਸਦਾ। ਆ ਦੇਖੋ, ਜਿਵੇਂ ਕਿ ਪਤਲੀ ਸ਼ੀਟ ਦਾ ਮਤਲਬ ਆ ਸ਼ੀਟ ਆ, ਪਤਲੀ ਸ਼ੀਟ, ਆ ਸ਼ੀਟ, ਇਹਦੇ ਉੱਪਰ ਚਾਰਜ ਹੈ ਜਿਹੜਾ ਮੈਂ ਹੁਣੇ ਕਰਾਇਆ ਆਰਟੀਕਲ। ਤੇ ਇਹਦੀ ਜਿਹੜੀ ਵਿਡਥ ਜਿਵੇਂ ਮੈਨੂੰ ਕੋਈ ਐ ਕਰਦਾ ਤੁਹਾਡੇ ਸਾਹਮਣੇ ਇਸ ਤਰ੍ਹਾਂ, ਤੇ ਇਹਦੀ ਜਿਹੜੀ ਕਿੰਨੀ ਮੋਟੀ ਹੈ ਸ਼ੀਟ, ਨੈਗਲੀਜੀਬਲ ਹੈ ਨਾ। ਦੇਖੋ ਇਧਰੋਂ, ਇਧਰਲੇ ਪਾਸੇ ਦੇਖੋ, ਇਹਦਾ ਕਿੰਨੀ ਕੁ ਮੋਟੀ ਹੈ ਸ਼ੀਟ। ਨਹੀਂ ਨਾ, ਇਹ ਥਿਨ ਸ਼ੀਟ ਇਹਨੂੰ ਕਹਿੰਦੇ ਆ। ਇਹ ਤੋਂ ਵੀ ਪਤਲਾ ਸੋਚੋ ਕਿ ਇਮੇਜਿਨ ਕਰੋ ਕਿ ਕੁਝ ਹੈ ਹੀ ਨਹੀਂ, ਬਸ ਚਾਰਜ ਹੀ ਆ ਇਕੱਲਾ ਬਸ। ਇਸੇ ਕਰਕੇ ਜਦੋਂ ਮੈਂ ਇਹਨੂੰ ਗੱਲ ਕਰਦਾ ਇਹਦੇ ਵਿੱਚ ਸਿਗਮਾ ਦੀ, ਤਾਂ ਟੋਟਲ ਚਾਰਜ ਬਾਈ ਉਹਦਾ ਇੱਕ ਏਰੀਆ ਆਂਦਾ ਇੱਕ ਪਾਸੇ ਦਾ ਸਿਰਫ, ਜਾਂ ਇਧਰਲਾ ਜਾਂ ਇਧਰਲਾ, ਦੋਨੋਂ ਏਰੀਆ ਨਹੀਂ ਆਂਦੇ। ਦੋਨੋਂ ਏਰੀਆ ਕਦੋਂ ਆਂਦੇ ਆ? ਜਦੋਂ ਹੋਵੇ ਥਿਕ ਸ਼ੀਟ। ਸਮਝ ਲੱਗ ਰਹੀ? ਥਿਕ ਸ਼ੀਟ ਚ ਕੀ ਹੁੰਦਾ, ਜਦੋਂ ਮੈਂ ਚਾਰਜ ਦਵਾਂਗਾ ਤਾਂ ਚਾਰਜ ਇਹਦੇ ਇਧਰਲੇ ਸਰਫੇਸ ਤੇ ਵੱਖਰਾ ਫੈਲੂਗਾ, ਇਧਰਲੇ ਸਰਫੇਸ ਤੇ ਵੱਖਰਾ ਫੈਲੂਗਾ ਨਾ। ਸਮਝ ਲੱਗ ਰਹੀ ਗੱਲ ਸਭ ਨੂੰ? ਤਾਂ ਜਦੋਂ ਮੈਂ ਇਹਦੇ ਅਰਾਊਂਡ ਇਸ ਤਰ੍ਹਾਂ ਇਧਰੋਂ ਸਿਲੰਡਰ ਲਾਉਂਗਾ, ਇਧਰੋਂ ਵੀ ਸਿਲੰਡਰ ਲਾਉਂਗਾ, ਤਾਂ ਉਹਦੇ ਚ ਇਧਰਲਾ ਇੱਕ ਏਰੀਆ ਆਏਗਾ, ਆ ਵਾਲਾ ਹਨਾ, ਆ ਵਾਲਾ, ਤੇ ਇਧਰਲਾ ਏਰੀਆ ਵੱਖਰਾ ਆਏਗਾ ਨਾ ਫਿਰ ਆ ਵਾਲਾ। ਦੱਸੋ ਸਮਝ ਲੱਗੀ ਗੱਲ? ਯੈਸ ਸਰ। ਦੈਨ ਜਿਹੜਾ ਚਾਰਜ ਐਨਕਲੋਜ਼ਡ ਹੋਏਗਾ ਉਹ ਸਿਗਮਾ ਇਨਟੂ a ਇਧਰਲਾ, ਇਹ ਇਧਰਲਾ ਵੀ ਤਾਂ ਆਏਗਾ ਕਿ ਨਹੀਂ? ਯੈਸ ਸਰ। ਤਾਂ ਫਿਰ ਇੱਥੇ ਜਿਹੜਾ ਸਟੈਪ 2 ਆ ਤੁਹਾਡਾ ਬਦਲ ਜਾਏਗਾ ਕਿ ਨਹੀਂ? ਦੇਖੋ ਸਮਝ ਲੱਗ ਰਹੀ ਗੱਲ ਮੇਰੀ ਹੁਣ? ਸਟੈਪ 2 ਤੁਹਾਡਾ ਬਦਲ ਜਾਏਗਾ, ਤੇ ਜੇ ਸਟੈਪ 2 ਤੁਹਾਡਾ ਬਦਲ ਜਾਏਗਾ, ਸਿਗਮਾ ਇਨਟੂ 2a ਹੋ ਗਿਆ, ਤਾਂ ਇੱਥੇ ਨੀਚੇ ਸਿਗਮਾ ਇਨਟੂ 2a ਹੋਇਆ ਨਾ, 2 ਨਾਲ 2 ਵੀ ਕੱਟਿਆ ਨਾ, e ਦੀ ਵੈਲਿਊ ਕਿੰਨੀ ਆਣੀ ਆ? ਸਿਗਮਾ ਸਾਇਲਨ। ਸੋ ਸਿਗਮਾ ਉਹਦੇ ਕਰਕੇ ਜਿਹੜਾ ਇਲੈਕਟ੍ਰਿਕ ਫੀਲਡ ਕਿਸੇ ਪੁਆਇੰਟ P ਤੇ ਥਿਕ ਸ਼ੀਟ ਕਰਕੇ ਸਿਗਮਾ ਬਾਈ ਐਪਸਿਲਨ ਨੋਟ ਆਏਗਾ। ਥਿਨ ਸ਼ੀਟ ਜਿਹਦੇ ਵਿੱਚ ਕਿ ਆਪਾਂ ਸਿਰਫ ਇੱਕ ਏਰੀਆ ਮੰਨਦੇ ਆ ਵੀ ਜਿਹੜਾ ਇਧਰੋਂ ਕਵਰ ਹੋ ਗਿਆ ਉਹ ਇਧਰੋਂ ਵੀ ਹੋ ਹੀ ਗਿਆ ਹੋਣਾ, ਮਤਲਬ ਆਪਾਂ ਕਹਿੰਦੇ ਆ, ਕਿਉਂਕਿ ਉਹ ਤਾਂ ਬਹੁਤ ਪਤਲੀ ਸ਼ੀਟ ਆ, ਉਹਦਾ ਕੋਈ ਇਧਰਲਾ ਤੇ ਉਧਰਲਾ ਪਾਸਾ ਹੈ ਹੀ ਨਹੀਂ। ਬਹੁਤ ਇੰਪੋਰਟੈਂਟ ਗੱਲ ਹੈ ਇਹ। ਹੁਣ ਮੈਂ ਤੁਹਾਨੂੰ ਦੱਸਦਾ ਇਹ ਬੜੀ ਚੀਜ਼ਾਂ ਨਿਕਲ ਗਈਆਂ ਇਹਦੇ ਚੋਂ ਹੀ। ਆਪਾਂ ਐ ਕਰਦੇ ਆ, ਅਗਲੇ ਪੇਜ ਤੇ ਕਰਦੇ ਆ ਗੱਲ। ਕਹਿਣ ਦਾ ਭਾਵ ਮੇਰਾ ਇਹ ਆ ਕਿ ਜਦੋਂ ਬਹੁਤ ਪਤਲੀ ਇੱਕ ਸ਼ੀਟ ਹੈ ਇਸ ਤਰ੍ਹਾਂ, ਤੇ ਉਹ ਸ਼ੀਟ ਇਨਫਾਈਨਾਈਟ ਸ਼ੀਟ ਹੈ, ਪਹਿਲੀ ਗੱਲ ਤਾਂ ਇਨਫਾਈਨਾਈਟ ਸ਼ੀਟ ਹੈ ਬਈ, ਠੀਕ ਹੈ, ਇਨਫਾਈਨਾਈਟ ਸ਼ੀਟ ਹੈ, ਤੇ ਇਹਦੇ ਉੱਪਰ ਚਾਰਜ ਹੈ। ਹੁਣ ਤੁਹਾਨੂੰ ਪਤਾ ਨੈਗੇਟਿਵ ਚਾਰਜ ਹੋਏਗਾ ਤਾਂ ਇਲੈਕਟ੍ਰਿਕ ਫੀਲਡ ਕੀ ਡਾਇਰੈਕਸ਼ਨ ਹੋਏਗੀ, ਮੈਂ ਦੱਸਣ ਦੀ ਲੋੜ ਨਹੀਂ, ਮੈਂ ਪੋਜ਼ਿਟਿਵ ਲੈ ਕੇ ਬਸ ਡਾਇਗਰਾਮ ਸੌਣੇ ਬਣ ਜਾਂਦੇ ਤਾਂ ਕਰ ਦੇਣਾ। ਇਹਦਾ ਜਿਹੜਾ ਸਿਗਮਾ ਸਰਫੇਸ ਚਾਰਜ ਡੈਂਸਿਟੀ ਹੈ, ਇਹਦੇ ਕਰਕੇ ਕਿਸੇ ਪੁਆਇੰਟ ਤੇ P ਪੁਆਇੰਟ ਤੇ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ ਉਹ ਕਿੰਨਾ ਹੋਏਗਾ ਤੇ ਕਿੱਧਰ ਨੂੰ ਹੋਏਗਾ? ਇੱਧਰ ਨੂੰ ਹੋਏਗਾ, ਤੇ ਸਿਗਮਾ ਬਟਾ 2 ਐਪਸਿਲਨ ਨੋਟ ਹੋਏਗਾ। ਤੇ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਸੋਚ ਕੇ ਦੇਖੋ ਕਿ ਇਸ P ਪੁਆਇੰਟ ਨੂੰ ਜੇ ਮੈਂ ਨੇੜੇ ਲੈ ਜਾਵਾਂ ਇੱਥੇ, ਤਾਂ ਵੀ ਆਨਸਰ ਸੇਮ ਹੀ ਆਉਣ ਵਾਲਾ ਨਾ, ਕਿਉਂਕਿ R ਤੇ ਤਾਂ ਡਿਪੈਂਡ ਹੀ ਨਹੀਂ ਕਰ ਰਿਹਾ ਇਹ। ਯੈਸ ਸਰ। ਪੂਰੀ ਇਲੈਕਟ੍ਰੋਸਟੈਟਿਕ ਦੀ ਸਭ ਤੋਂ ਅਜੀਬ ਗੱਲ ਇਹੀ ਹੈ ਕਿ ਕਿਸੇ ਵੀ ਵੱਡੀ ਲਾਰਜ ਸ਼ੀਟ ਦੇ ਨੇੜੇ ਕਿਸੇ ਪੁਆਇੰਟ ਤੇ ਤੁਸੀਂ ਜਾਣਦੇ ਹੋ ਇਲੈਕਟ੍ਰਿਕ ਫੀਲਡ ਲਈ, ਤਾਂ ਉਹਨੂੰ ਮਾੜਾ ਜਾਂ ਥੋੜਾ ਅੱਗੇ ਜਾਂ ਪਿੱਛੇ ਕਰਨ ਨਾਲ, ਯਾਨੀ ਡਿਸਟੈਂਸ ਤੇ ਡਿਪੈਂਡ ਹੀ ਨਹੀਂ ਕਰਦਾ, ਮਤਲਬ ਇਲੈਕਟ੍ਰਿਕ ਫੀਲਡ ਦੂਰ ਜਾਂਦੇ ਜਾਂਦੇ ਵੀਕ ਨਹੀਂ ਹੋ ਰਿਹਾ, ਕਿਉਂਕਿ ਸਿਗਮਾ 19 ਹੈ, ਐਪਸਿਲਨ ਨੋਟ ਵੀ 19 ਹੈ, ਸਭ ਦਾ ਕਾਂਸਟੈਂਟ ਹੈ। ਤੇ ਇਹਦੇ ਕਰਕੇ ਆਪਾਂ ਸ਼ੀਟ ਕਹਿੰਦੇ ਆ ਕਿ ਜਿਹੜੀ ਸ਼ੀਟ ਹੁੰਦੀ ਹੈ, ਸ਼ੀਟ ਆਫ ਚਾਰਜ, ਇਟ ਪ੍ਰੋਡਿਊਸਿਸ ਯੂਨੀਫਾਰਮ ਇਲੈਕਟ੍ਰਿਕ ਫੀਲਡ, ਹਨਾ।
ਤੇ ਜੇ ਆ ਸ਼ੀਟ ਥੋੜੀ ਮੋਟੀ ਹੋਵੇ, ਹੁਣ ਮੈਂ ਤੁਹਾਨੂੰ ਐ ਸਮਝਾ ਦਿੰਦਾ, ਦੇਖੋ ਜੇ ਆ ਸ਼ੀਟ ਥੋੜੀ ਮੋਟੀ ਹੋਵੇ, ਹੁਣ ਤੁਸੀਂ ਸਮਝ ਸਕਦੇ ਹੋ ਇਸ ਗੱਲ ਨੂੰ ਐ, ਠੀਕ ਹੈ, ਤਾਂ ਇਹਦੇ 'ਚ ਜਿਹੜਾ ਚਾਰਜ ਫੈਲਦਾ ਆ ਉਹ ਇਧਰਲੇ ਫੇਸ ਤੇ ਤਾਂ ਫੈਲਦਾ ਹੀ ਆ, ਉਹ ਇਧਰਲੇ ਫੇਸ ਤੇ ਵੀ ਵੱਖਰਾ ਚਾਰਜ ਹੁੰਦਾ ਹੈ ਨਾ, ਸਮਝ ਲੱਗ ਰਹੀ ਗੱਲ? ਤਾਂ ਇਹ ਥਿਕ Yes, ਸ਼ੀਟ sir. ਆ ਹੈਗੀ ਥਿਨ ਸ਼ੀਟ, ਇਹ ਹੈਗੀ ਥਿਨ ਸ਼ੀਟ, ਜਿਹਦੀ ਕੀ ਆਪਾਂ ਕੋਈ ਦੱਸ ਸਕਦੇ, ਇਹ ਥੋੜੀ ਵਾਈਡ ਹੈਗੀ ਆ, ਇਹਨੂੰ ਕਹਿੰਦੇ ਥਿਕ ਸ਼ੀਟ, ਥਿਕਨੈਸ ਹੈਗੀ ਹੈ ਥੋੜੀ ਜਿਹੀ ਇਹਦੀ, ਪਰ ਮਤਲਬ ਫਾਈਨਾਈਟ ਥਿਕਨੈਸ ਆ। ਥਿਕ ਸ਼ੀਟ ਦੇ ਕਰਕੇ ਕਿਸੇ ਪੁਆਇੰਟ P ਤੇ ਇਲੈਕਟ੍ਰਿਕ ਫੀਲਡ ਇੱਧਰ ਹੀ ਹੋਏਗਾ, ਪਰ ਕਿੰਨਾ ਹੋਏਗਾ? सिग्मा बाय एप्सिलॉन। ਤੇ ਇਹ ਜਿਹੜਾ ਹੋਏਗਾ ਸਿਗਮਾ ਬਾਈ ਐਪਸਿਲਨ ਨॉट, ਇਹ ਵੀ ਇੰਡੀਪੈਂਡੈਂਟ ਆਫ ਦਾ ਡਿਸਟੈਂਸ ਹੋਏਗਾ ਫਰੋਮ ਦਾ ਸ਼ੀਟ। ਸੋ ਆਪਾਂ ਕਹਿ ਸਕਦੇ ਹਾਂ ਸ਼ੀਟ ਚਾਹੇ ਥਿਕ ਹੋਵੇ ਚਾਹੇ ਥਿਨ, ਲਾਰਜ ਸ਼ੀਟ ਹੁੰਦੀ ਜਿਹੜੀ of charge, it produces uniform electric field, है ना, क्योंकि इलेक्ट्रिक फील्ड यूनिफॉर्म रह और डिस्टेंस के नाल नाल घट नहीं रहा, वध नहीं रहा, और नहीं रह रहा वा। हम कई बार सोचते सारे कि भी ये किवें हो सकता है, ये बड़ी अजीब गल है, मैं तुहानू दसदा किवें अजीब गल नहीं है, तुसीं गल नूं समझो बस। आ शीट है, आ शीट है, शीट दे करके आ शीट इनफाइनाइट है, पहले मैंने दसो इनफाइनाइट है? नहीं है, इनफाइनाइट है, फाइनाइट है। जे तुसीं इत्थों देखोगे ना फिर तो तुहानू इनफाइनाइट ही है। जे ऑब्जर्वेशन पॉइंट नेड़े ले आओ, ऑब्जर्वेशन पॉइंट नूं इहदे शीट दे नेड़े लेके आ रहा मैं, हुण भी फाइनाइट ही है, हुण भी फाइनाइट ही है, हुण भी फाइनाइट ही है। जदों बहुत नेड़े आ गया ना, इत्थे बहुत नेड़े, तो उहदे लई आ शीट हुण की बन गई? इनफाइनाइट। ਤਾਂ ਉਸ ਪੁਆਇੰਟ ਦੀ ਗੱਲ ਕਰ ਰਿਹਾ ਮੈਂ, ਇੰਨੀ ਦੇਰ ਤੋਂ ਜਿਹੜੀ ਗੱਲ ਕਰ ਰਿਹਾ ਮੈਂ, ਉਹ ਜਿਹੜਾ ਸਿਲੰਡਰ ਲਿਆ ਸੀ ਬਹੁਤ ਛੋਟਾ, ਬਹੁਤ ਬਰੀਕ ਸੀਗਾ, ਉਹ ਐਡਾ ਵੱਡਾ ਨਹੀਂ ਸੀਗਾ ਜਿੰਨਾ ਮੈਂ ਤੁਹਾਨੂੰ ਦਿਖਾ ਰਿਹਾ ਸੀ। ਸੋ ਉਹਦੇ ਬਿਲਕੁਲ ਨੇੜੇ ਪੁਆਇੰਟ ਤੇ, ਹੁਣ ਬਿਲਕੁਲ ਨੇੜੇ ਮਤਲਬ ਜਿਸ ਪੁਆਇੰਟ ਤੇ ਜਾ ਕੇ ਉਹ ਸ਼ੀਟ ਇਨਫਾਈਨਾਈਟ ਹੋ ਗਈ, ਹੁਣ ਉਹਦੇ ਨੇੜੇ ਆ ਕੇ ਬਹੁਤ ਥੋੜਾ ਜਿਹਾ ਅੱਗੇ ਪਿੱਛੇ ਕਰਨ ਨਾਲ ਇਲੈਕਟ੍ਰਿਕ ਫੀਲਡ ਦੇ ਮੈਗਨੀਟਿਊਡ ਤੇ ਫਰਕ ਨਹੀਂ ਪੈਂਦਾ, ਮਤਲਬ ਬਹੁਤ ਨੇੜੇ ਜਾ ਕੇ ਥੋੜੇ ਡਿਸਟੈਂਸ ਤੱਕ ਇਲੈਕਟ੍ਰਿਕ ਫੀਲਡ ਕੀ ਹੁੰਦਾ ਹੈ? ਯੂਨੀਫਾਰਮ ਹੁੰਦਾ ਹੈ। पर जो तुसीं उहनूं दूर ले आके बहुत ज्यादा ही दूर ले आओगे तो फिर डिस्टेंस से डिपेंडेंट होया ना, फिर इत्थे स्ट्रॉन्ग इत्थे वीक, है ना, क्योंकि इन्हां दोनों लिए शीट इनफाइनाइट है नहीं है। दसो गल समझ लगी सारिਆਂ ਨੂੰ? यस यस सर। ਤੇ ਥਿਕ ਸ਼ੀਟ ਤੇ ਥਿਨ ਸ਼ੀਟ 'ਚ ਫਰਕ ਕਿੱਥੇ ਪੈਂਦਾ? ਸਟੈਪ 2 'ਚ ਪੈਂਦਾ ਨਾ। यस सर। ਆਪਾਂ ਇਹਨਾਂ ਗੱਲਾਂ ਨੂੰ ਐ ਸਮਝ ਸਕਦੇ ਹਾਂ, ਥੋੜਾ ਹੋਰ ਰਿਲੇਟ ਕਰਦੇ ਹਾਂ ਇਹਨਾਂ ਨੂੰ, बड़ी इंपॉर्टेंट चीज़ा ने, एक बार समझ आ गया तो फिर थोड़ा सौखे रहूंगे। चलो सो आ वाला रिजल्ट याद रखियो, ये थिन शीट लई ते आ थिक शीट लई, या फिर ये सिंगल सरफेस लिया, दो सरफेस लिए हो गया, या भी कह लो सी, ठीक है। ਤੇ ਸਿਗਮਾ ਵੀ ਯਾਦ ਰੱਖਿਆ ਕਰੋ, ਸਿਗਮਾ ਵੀ ਕਿਵੇਂ ਆਉਂਦਾ, ਜਿਵੇਂ ਫॉर एग्जांपल ਮੈਂ ਥਰਡ ਇਹਦਾ ਉਹ ਕਰਦਾ ਹਾਂ ਵੀ ਇਲੈਕਟ੍ਰਿਕ ਫੀਲਡ ਨੀਅਰ ਅ ਲਾਰਜ, ਇਹ ਵੀ ਲਾਰਜ ਹੈ ਪਰ ਇਹ ਕੰਡਕਟਿੰਗ ਸ਼ੀਟ ਹੈ, ਜਿਹੜੀ ਮੈਂ ਹੁਣੇ ਬਣਾ ਰਹੀ ਸੀ ਥਿਕ, ਉਹ ਵੀ ਕੰਡਕਟਿੰਗ ਸ਼ੀਟ ਹੀ ਸੀਗੀ, ਆ ਥਿਕ ਹੈ, ਠੀਕ ਹੈ। ਤੇ ਇਹਦੇ ਵਿੱਚ ਜੇ ਤੁਸੀਂ ਇਹ ਸ਼ੀਟ ਨੂੰ ਆਪਾਂ ਰੱਖਾਂਗੇ ਤਾਂ ਐਂ, ठीक है, इस तरह, ठीक है। पर मैं सिर्फ ਇਹਦਾ ਆ ਵਾਲਾ ਜਿਹੜਾ ਸਾਈਡ ਵਿਊ ਹੈਗਾ ਨਾ, ਆ ਵਾਲਾ ਸਿਰਫ ਇਹ ਦਿਖਾ ਰਿਹਾ ਤੁਹਾਨੂੰ, ਠੀਕ ਹੈ। ਸੋ ਇਧਰਲਾ ਫੇਸ ਤੇ ਇਹਦੇ ਪਿਛੇਲਾ ਫੇਸ ਜਿਹੜਾ ਉਹ ਆਪਾਂ ਨਹੀਂ ਦਿਖਾਵਾਂਗੇ, ਆਪਾਂ ਸਿਰਫ ਇਹਦਾ ਸਾਈਡ ਵਿਊ ਦਿਖਾਣੇ ਆ, ਤੇ ਸਾਈਡ ਵਿਊ ਨਾਲ ਇਹ ਇਸ ਤਰ੍ਹਾਂ ਦੀ ਦਿਖੇਗੀ। थिकनेस पे दी ਆਪਾਂ निकल लेने, ਤੇ ਮੰਨ ਲਓ ਆ ਮੈਟਲ ਦੀ ਹੈ, ਠੀਕ ਹੈ। ਤੇ ਜੇ ਤੁਸੀਂ ਇਹਨੂੰ ਕੋਈ ਚਾਰਜ ਦਿੰਨੇ ਹੋ ਤਾਂ ਚਾਰਜ ਇਹਦੇ ਕਿੱਥੇ ਆ ਜਾਂਦਾ ਹਮੇਸ਼ਾ? सरफेस। ਇੱਧਰ ਆ ਜਾਂਦਾ, ਤੇ ਫਿਰ ਇੱਧਰ ਵੀ ਆ ਜਾਊਗਾ ਨਾ, यस। ਦੂਜੇ ਪਾਸੇ ਵੀ ਆ ਜਾਊਗਾ। ਸੋ ਆਪਾਂ
ਦੂਜੇ ਸਰਫੇਸ ਦੀ ਗੱਲ ਕਰਦੇ ਆ ਵੀ ਦੂਜੇ ਸਰਫੇਸ ਤੇ ਚਾਰਜ ਹੋਵੇ ਜਾਂ ਨਾ ਹੋਵੇ, ਆ ਮੈਟਰ ਨਹੀਂ ਕਰਦਾ ਫਿਲਹਾਲ। ਮੰਨ ਲਓ ਦੂਜੇ ਚਾਰਜ ਹੈ ਜਾਂ ਨਹੀਂ ਹੈ, ਪਾਈ ਦਿੰਦੇ ਚਾਰਜ। ਦੇਖੋ ਕੁਝ ਗੱਲਾਂ ਦਾ ਧਿਆਨ ਰੱਖਿਓ, ਤੁਹਾਨੂੰ ਕਈ ਵਾਰ ਕੋਈ ਚੀਜ਼ ਗਿਵਨ ਹੁੰਦੀ, ਕਈ ਵਾਰ ਕੋਈ ਚੀਜ਼ ਗਿਵਨ ਹੁੰਦੀ। ਮੰਨ ਲਓ ਜੇ ਮੈਨੂੰ ਕੋਈ ਕਹਿ ਰਿਹਾ ਇਹਦਾ ਜਿਹੜਾ ਇੱਕ ਪਾਸੇ ਦਾ ਏਰੀਆ A ਹੈ ਤੇ ਆਹ ਵਾਲਾ ਆ ਤੁਹਾਨੂੰ ਸਾਈਡ ਵਿਊ ਦਿਖਾ ਰਿਹਾ ਇੱਧਰ, ਹੈ ਨਾ, ਪਤਾ ਨਾ ਇਹ ਗੱਲ ਦਾ ਤੁਹਾਨੂੰ, ਆ ਸਾਈਡ ਵਿਊ ਦਿਖ ਰਿਹਾ ਤੁਹਾਨੂੰ, ਤੇ ਇੱਧਰ ਪਿੱਛੇ ਵਾਲਾ ਏਰੀਆ ਕਿੰਨਾ ਹੋਏਗਾ, ਉਹ ਵੀ ਇਹੀ ਹੋਏਗਾ, ਠੀਕ ਹੈ। ਆਹ ਵਾਲਾ ਏਰੀਆ ਜਿਹੜਾ ਆ, ਆਹ ਵਾਲਾ ਏਰੀਆ ਤੇ ਆ ਪਿੱਛੇ ਵਾਲਾ ਆਹ ਵਾਲਾ ਏਰੀਆ, ਆਪਾਂ ਨੈਗਲੈਕਟ ਕਰ ਦਿੰਦੇ ਆ, ਆਪਾਂ ਕਹਿੰਦੇ ਵੀ ਥਿਕ ਹੈ ਪਰ ਇੰਨੀ ਵੀ ਥਿਕ ਨਹੀਂ ਹੈ। ਏਰੀਆ ਮੇਨਲੀ ਇਹੀ ਹੈ ਜਿੱਥੇ ਸਾਰਾ ਸ਼ੀਟ ਤੇ ਚਾਰਜ ਫੈਲਣਾ ਹੈ। ਤੇ ਜੇ ਮੈਂ ਇਹਨੂੰ ਚਾਰਜ ਦੇ ਦੇਵਾਂ Q, ਜੇ ਮੈਂ ਇਹਨੂੰ ਚਾਰਜ ਦੇ ਦੇਵਾਂ Q, ਤਾਂ ਇਹ ਸਿਗਮਾ ਜਿਹੜੀ ਆਏਗੀ ਉਹ ਕੀ ਹੋਏਗੀ, ਆਪ ਟੋਟਲ ਚਾਰਜ ਹੀ ਫੈਲਿਆ ਹੋਏਗਾ ਨਾ ਸਾਰੇ ਉੱਤੇ। ਦੱਸੋ ਆ ਗੱਲ ਸਮਝ ਲੱਗੀ ਗੱਲ, ਕਲੀਅਰ ਹੈ ਕਿ ਨਹੀਂ? ਯੈਸ ਸਰ। ਯੈਸ ਸਰ। ਹਨਾ, ਉਹ ਚਾਰਜ ਤੁਸੀਂ ਤਾਂ Q ਦਿੱਤਾ ਆਪਣੇ ਵੱਲੋਂ, ਪਰ ਉਹ ਫੈਲਿਆ ਤਾਂ ਦੋਨੋਂ ਪਾਸੇ ਹੈ ਨਾ, ਮੈਟਲ ਦੇ ਯੂਨੀਫਾਰਮਲੀ ਫੈਲ ਗਿਆ। ਤਾਂ ਫਿਰ ਉਹ ਜਿੰਨਾ ਇਧਰਲੇ ਏਰੀਆ ਤੇ ਉਧਰਲੇ ਤਾਂ ਟੋਟਲ 2 ਏਰੀਆ ਵਿੱਚ ਫੈਲ ਗਿਆ Q ਚਾਰਜ, ਤਾਂ ਉਹਦਾ ਸਰਫੇਸ ਚਾਰਜ ਡੈਂਸਿਟੀ ਤਾਂ Q/2 ਹੀ ਆਏਗੀ। ਦੂਜਾ ਮੈਂ ਕਹਿੰਦਾ ਕਿ ਮੰਨ ਲਓ ਤੁਸੀਂ ਇਹ ਤੁਹਾਨੂੰ ਚਾਰਜ ਦਿੱਤਾ ਹੀ ਨਹੀਂ ਹੈ, ਤੁਹਾਨੂੰ ਬਸ ਆਹ ਦਿੱਤਾ ਹੋਇਆ ਵਾ ਕਿ ਆਹ ਇੱਕ ਸ਼ੀਟ ਹੈ, ਥਿਕ ਸ਼ੀਟ, ਇਹਦੇ ਇੱਕ ਪਾਸੇ ਆ ਚਾਰਜ ਹੈ, ਆਪਾਂ ਨੂੰ ਕੁਝ ਨਹੀਂ ਗਿਵਨ, ਆਪਾਂ ਨੂੰ ਬਸ ਆ ਪਤਾ ਕਿ ਆਹ ਜਿਹੜੀ ਸਰਫੇਸ ਚਾਰਜ ਡੈਂਸਿਟੀ ਦੀ ਸਿਗਮਾ ਹੈ, ਬਸ ਆ ਗਿਵਨ ਹੈ। ਬਸ ਆਪਾਂ ਨੂੰ ਦੂਜੇ ਸਰਫੇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉੱਥੇ ਚਾਰਜ ਹੈ ਕਿ ਨਹੀਂ ਹੈ ਕਿ ਕੀ ਹੈ, ਮੈਨੂੰ ਨਹੀਂ ਪਤਾ, ਬਸ ਇੱਕ ਸਰਫੇਸ ਦੇ ਬਾਰੇ ਜਾਣਕਾਰੀ ਹੈ। ਤੇ ਮੈਨੂੰ ਕੋਈ ਪੁੱਛ ਰਿਹਾ ਵੀ ਇਹਦੇ ਕਰਕੇ ਤੁਸੀਂ ਇੱਥੇ ਦੱਸੋ ਇਹਦੇ ਨੇੜੇ ਕਿਸੇ ਪੁਆਇੰਟ ਤੇ, ਜਿਸ ਪੁਆਇੰਟ ਦੇ ਲਈ ਇਹ ਇਨਫਲਾਈਨ ਬਣਾਇਆ ਸਕੇ ਵੀ ਕਿੰਨਾ ਇਲੈਕਟ੍ਰਿਕ ਫੀਲਡ ਹੈ, ਆ ਪੁਆਇੰਟ P ਤੇ। ਆਪਾਂ ਕੀ ਕਰਦੇ ਹਾਂ, P ਪੁਆਇੰਟ ਤੇ ਫਿਰ ਆਪਾਂ ਇਸ ਤਰ੍ਹਾਂ ਇੱਕ ਸਿਲੰਡਰ ਇਮੇਜਿਨ ਕਰ ਲੈਂਦੇ ਹਾਂ, ਤੇ ਸਿਲੰਡਰ ਦਾ ਦੂਜਾ ਜਿਹੜਾ ਸਰਫੇਸ ਹੈ ਨਾ ਇਹਦੇ ਅੰਦਰ ਹੀ ਇਮੇਜਿਨ ਕਰ ਲੈਂਦੇ ਹਾਂ, ਇਸ ਤਰ੍ਹਾਂ, ਇਸ ਤਰ੍ਹਾਂ, ਠੀਕ ਹੈ। ਹੁਣ ਇੱਥੇ ਇਲੈਕਟ੍ਰਿਕ ਫੀਲਡ ਜਿਹੜਾ ਆਏਗਾ, ਇਲੈਕਟ੍ਰਿਕ ਫੀਲਡ ਇੱਥੇ ਆਏਗਾ ਤਾਂ ਇਸੇ ਡਾਇਰੈਕਸ਼ਨ ਚ, ਤੁਹਾਨੂੰ ਪਤਾ ਨਾ ਇਹ ਗੱਲ ਬਲਜੀਤ, 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 पूरी कनेक्टिविटी नहीं रहती ना थोड़ी सारे दी, फिर वही गलती है। हाँ भाई बलजीत तो दिखता रहा, मैनू ऑनलाइन भी दिख रहा वा, वीडियो भी दिख रहा भी तेरा अटैच। बलजीत इदा ही थोड़े गैप पैंदे फिर छोटी छोटी चीज़ां नहीं समझ आती, फिर बाद इकट्ठा हो जाता, फिर बस गल खत्म हो जाती है। शुभम, यस सर, एक गल पता लग रही है? यस सर। तो हुण इधर देखो, अगर इस तरह मैं छोटा सरफेस लिया, इतने मैंने सिग्मा पता है इस पासे का, दूजे पासे मैंने कोई जानकारी नहीं है, हो सकता है दूजे पासे करके भी इलैक्ट्रिक फील्ड आ रहा, ई इलैक्ट्रिक फील्ड है ये पिछले सरफेस दे करके भी हो सकता है, ई कैन बी एनीथिंग, मैं आई एम जस्ट इंटरेस्टेड इन द फ्लक्स। अच्छा ये अंदर वाले सरफेस ते इतने इलैक्ट्रिक फील्ड दसो कितना आएगा? 0 पक्का, क्योंकि वो अंदर हो गया ना, होता यस सर। ये इतने देखा या फ्लक्स जे पता करिए ਆਪਾਂ E.ds इस सरफेस ਦੇ ਲਈ, ਤਾਂ E.ds ਕਰਨ ਤੇ ਤੁਸੀਂ ਦੇਖੋ ਇਹ ਕਿਹਦੇ ਬਰਾਬਰ ਆਏਗਾ। ਜੇ ਮੈਂ ਆਹ ਵਾਲਾ ਸਰਫੇਸ ਏਰੀਆ ਕਵਾਂ, ਇਸ ਸਰਫੇਸ ਏਰੀਆ ਦਾ A ਲੈ ਲੈਣੇ ਵੈਲਿਊ, ਟੋਟਲ ਮੈਗਨੀਟਿਊਡ, ਅੰਦਰ ਵਾਲੇ ਇਸ ਸਰਫੇਸ ਦੇ ਲਈ ਫਲਕਸ ਕਿੰਨਾ ਆਏਗਾ? 0, ਕਿਉਂਕਿ ਇਲੈਕਟ੍ਰਿਕ ਫੀਲਡ ਹੀ ਨਹੀਂ ਹੈ। ਤੇ ਜਿਹੜਾ ਆਹ ਵਾਲਾ ਸਰਫੇਸ ਕਰਵਡ ਹੈਗਾ, ਇਹਦੇ ਲਈ ds ਉੱਪਰ ਤੇ ਇਲੈਕਟ੍ਰਿਕ ਫੀਲਡ ਇੱਧਰ ਤਾਂ 90 ਡਿਗਰੀ, ਉਹਦੇ ਲਈ ਵੀ 0, ਸਿਰਫ E into A ਹੀ ਬਚੇਗਾ ਕਿ ਨਹੀਂ ਬਾਹਰ? यस सर, यस सर। आ गई गल। दूसरा फ्लक्स ਨੂੰ ਜੇ ਮੈਂ ਉਹਨੂੰ ਕੱਢਾਂ ਗੌਸਿਸ ਥਿਊਰਮ ਨਾਲ, ਦੇਖੋ ਮੈਂ ਫਾਸਟ ਕਰ ਰਿਹਾ ਕੰਮ, ਇਨਸਾਈਡ ਉਹਦੇ ਕਿੰਨਾ ਚਾਰਜ ਹੋਏਗਾ? ਸਿਗਮਾ ਇਨਟੂ A ਹੋਏਗਾ, यस सर। ਤੇ ਜਦੋਂ ਉਹਨਾਂ ਨੂੰ ਇਕੁਏਟ ਕਰਾਂਗਾ ਤਾਂ E into A will be equal to sigma into A by epsilon naught, then ਤੁਹਾਡਾ E ਕਿਹਦੇ ਬਰਾਬਰ ਆਏਗਾ? सिग्मा बाय एप्सिलॉन नॉट। यानी कि किसी भी थिक शीट दे करके, थिक शीट देखो ਤੁਸੀਂ थिन शीट ਦੇ ਵਿੱਚ ਆ ਕੰਮ ਕਰ ਸਕਦੇ ਸੀ, ਆਹ ਵਾਲਾ ਆ ਇਸ ਤਰ੍ਹਾਂ ਦਾ ਜਿਹੜਾ ਮੈਂ ਸਿਲੰਡਰ ਲਿਆ ਇੱਥੇ ਇੱਥੋਂ ਆਇਆ ਕਰਕੇ, ਕੈਨ ਯੂ ਇਮੇਜਿਨ ਇਟ ਇਨ हेयर? नो यू कांट, है ना? यस। इसीलिए ਤੁਸੀਂ ਇਹ थिक शीट ਲਈ ਕਹਿ ਸਕਦੇ ਹੋ ਕਿ सिग्मा बाय एप्सिलॉन नॉट है, या फिर दोनों पासे चार्ज आ गया ਤਾਂ ਕਹਿ ਸਕਦੇ ਹੋ सिग्मा बाय एप्सिलॉन नॉट है, जो मैं गल कर रहा हूं। पर ਤੁਸੀਂ थिन शीट ਲਈ ਨਹੀਂ ਕਹਿ ਸਕਦੇ, ਇੱਕ ਸਰਫੇਸ ਲਈ ਨਹੀਂ ਕਹਿ ਸਕਦੇ।
ਕਲੀਅਰ ਹੋ ਗਈ ਗੱਲ ਹੁਣ ਸਭ ਨੂੰ? ਸਰ ਹਾਂਜੀ ਸਰ ਇਹ ਜਿਹੜਾ ਸਿਲੰਡਰ ਲਿਖਤਾ ਹੈ ਗੌਸਿਅਨ ਸਰਫੇਸ ਹੈ। ਹਾਂ ਹਾਂ ਬਿਲਕੁਲ ਆਬਵੀਅਸਲੀ ਸਰ ਫਿਰ ਇਹ ਇਲੈਕਟ੍ਰਿਕ ਫੀਲਡ ਤਾਂ ਕਾਂਸਟੈਂਟ ਹੈ ਨਹੀਂ, ਅੰਦਰ ਜ਼ੀਰੋ ਆ, ਬਾਹਰ ਕੁਝ ਹੈ। ਹਾਂ ਤਾਂ ਫਿਰ ਆਪਾਂ ਇਸ ਤੋਂ ਪਹਿਲਾਂ ਵੀ ਜਿਹੜਾ ਗੌਸਿਅਨ ਸਰਫੇਸ ਲਏ ਆਪਾਂ ਉਹਦੇ ਅਲੱਗ-ਅਲੱਗ ਪਾਰਟ ਤੇ ਦਾ ਕਨਸਟੈਂਟ ਹੈ ਨਾ। ਇੱਥੇ ਆਹ ਵਾਲੇ ਕਰਵਡ ਸਰਫੇਸ ਤੇ ਕਿਹੜਾ ਕਨਸਟੈਂਟ ਸੀਗਾ ਇਲੈਕਟ੍ਰਿਕ ਫੀਲਡ? ਦੱਸ। ਇੱਥੇ ਇਲੈਕਟ੍ਰਿਕ ਫੀਲਡ ਇੱਥੇ ਵੱਖਰਾ ਹੋਏਗਾ, ਇੱਥੇ ਵੱਖਰਾ ਹੋਏਗਾ, ਇੱਥੇ ਵੱਖਰਾ ਹੋਏਗਾ, ਇੱਥੇ ਵੱਖਰਾ ਹੋਏਗਾ, ਇੱਥੇ ਵੱਖਰਾ, ਇੱਥੇ ਵੱਖਰਾ, ਇੱਥੇ ਵੱਖਰਾ, ਪਰ ਉੱਥੇ 90 ਡਿਗਰੀ ਹੋ ਗਿਆ ਤਾਂ ਕੰਮ ਸਰ ਗਿਆ ਆਪਣਾ। ਤੇ ਇੱਧਰ ਜਿੰਨਾ ਇਲੈਕਟ੍ਰਿਕ ਫੀਲਡ ਸੀਗਾ ਇਸ ਸਰਫੇਸ ਤੇ ਉਨਾ ਹੀ ਇੱਧਰ ਵੀ ਸੀਗਾ, ਤਾਂ ਇਹਦੇ ਸਾਰੇ ਪੁਆਇੰਟ ਤੇ ਕਨਸਟੈਂਟ ਸੀਗਾ, ਤਾਂ ਆਪਾਂ ਇਲੈਕਟ੍ਰਿਕ ਫੀਲਡ ਇੰਟੈਗਰਲ ਚੋਂ ਬਾਹਰ ਕੱਢ ਪਾਏ। ਤਾਂ ਹੀ ਮੈਂ ਕਦੀ ਕਿਹਾ ਹੀ ਨਹੀਂ ਕਿ ਪੂਰੇ ਸਰਫੇਸ ਦੇ ਥਰੂ ਹੀ ਇਲੈਕਟ੍ਰਿਕ ਫੀਲਡ ਕਾਂਸਟੈਂਟ ਹੋਵੇ। ਜੇ ਸਰਫੇਸ 3-4 ਹਿੱਸਿਆਂ 'ਚ ਵੰਡਿਆ ਹੈ ਤਾਂ ਕੱਲੇ-ਕੱਲੇ ਹਿੱਸੇ ਲਈ ਤੁਸੀਂ ਗੱਲ ਕਰੋ ਵੀ ਜਾਂ ਤਾਂ ਕਿਸੇ ਹਿੱਸੇ ਲਈ ਇਲੈਕਟ੍ਰਿਕ ਫੀਲਡ ਕਾਂਸਟੈਂਟ ਹੋਵੇ ਜਾਂ ਪਰਪੈਂਡੀਕੂਲਰ ਹੋਵੇ। ਠੀਕ ਹੈ ਗੱਲ? ਹਾਂਜੀ ਸਰ, ਪਰ ਜਿਹੜਾ ਲੇਟਰਲ ਸਰਫੇਸ ਏਰੀਆ ਹੋਏਗਾ ਆਹ ਸਿਲੰਡਰ ਦਾ, ਉਹਦੇ ਲਈ ਤਾਂ ਅੱਧਾ ਅੰਦਰ ਚਲੇ ਗਿਆ, ਅੱਧਾ ਬਾਹਰ ਆ ਗਿਆ। ਹਾਂ ਤਾਂ ਫਿਰ ਉਹੀ ਗੱਲ ਕਹਿ ਰਿਹਾ ਨਾ, ਉਹਦੇ ਵਿੱਚ ਜਿਹੜਾ ਅੰਦਰ ਚਲਾ ਗਿਆ ਉਹ 'ਚ ਫਲਕਸ ਵੀ ਨਹੀਂ ਆਇਆ ਕੋਈ। ਆ ਜਿਹੜਾ ਬਿਲਕੁਲ ਸਹੀ ਹੈ ਤੇਰੀ ਗੱਲ ਵੀ ਜਿਹੜਾ ਇੱਥੇ ਆ ਜਿਹੜਾ ਸਰਫੇਸ ਇਹਦਾ ਅੱਧਾ ਅੰਦਰ ਚਲਾ ਗਿਆ, ਆ ਵਾਲਾ ਨਾ ਤੂੰ ਆਈ ਕਹਿ ਰਿਹਾ। ਹਾਂਜੀ ਸਰ, ਇੱਥੋਂ ਤਾਂ ਫਲਕਸ ਆਇਆ ਹੀ ਕੋਈ ਨਹੀਂ। ਬਾਹਰ ਵਾਲਾ ਜਿਹੜਾ ਇੱਧਰਲਾ ਸਰਫੇਸ ਹੈਗਾ ਜਿਹੜਾ ਬਾਕੀ ਬਾਹਰ ਬਚਿਆ ਉਹਦੇ ਲਈ ਪਰਪੈਂਡੀਕੂਲਰ ਹੋ ਗਿਆ ਤਾਂ ਨਹੀਂ ਆਇਆ ਨਹੀਂ। ਫਿਰ ਇਹਦੇ ਵਿੱਚ ਇਲੈਕਟ੍ਰਿਕ ਫੀਲਡ 0 ਹੋ ਗਿਆ ਤਾਂ ਨਹੀਂ ਆਇਆ। ਇਲੈਕਟ੍ਰਿਕ ਫੀਲਡ ਸਿਰਫ ਇਹਦੇ ਕਰਕੇ ਆਇਆ ਫਲਕਸ, ਸਿਰਫ ਇਸ ਸਰਫੇਸ, ਸਿਰਫ ਆਹ ਟੱਕਣਾ ਜਿਹੜਾ ਯੈਲੋ ਮੈਂ ਕਰ ਰਿਹਾ ਪੂਰਾ ਹੁਣ ਡਾਰਕ, ਇਹਦੇ ਥਰੂ ਹੀ ਫਲਕਸ ਆਇਆ, ਬਾਕੀ ਆਇਆ ਹੀ ਨਹੀਂ। ਇਹੀ ਤਾਂ ਗੱਲ ਆ। ਸੋ ਆਪਾਂ ਇਸ ਤਰ੍ਹਾਂ ਚੂਜ਼ ਕਰਦੇ ਹਾਂ ਗੱਲਾਂ ਨੂੰ। ਕਲੀਅਰ ਹੋ ਗਈ ਗੱਲ ਹੁਣ ਕਿ ਨਹੀਂ ਦੱਸੋ ਮੈਨੂੰ? ਹਾਂਜੀ ਸਰ ਹੋ ਗਈ। ਸੋ ਜਦੋਂ ਕਿਸੇ ਕੰਡਕਟਿੰਗ ਸ਼ੀਟ ਦੇ ਦੋਨੋਂ ਪਾਸੇ ਚਾਰਜ ਹੋਵੇ ਤਾਂ ਆਪਣਾ ਜਿਹੜਾ ਇਲੈਕਟ੍ਰਿਕ ਫੀਲਡ ਆਉਂਦਾ ਹੈ ਉਹ ਆਉਂਦਾ ਸਿਗਮਾ ਬਾਈ ਐਪਸਾਈਲਨ ਨੋਟ। ਕਲੀਅਰ ਆ ਗੱਲ? यस सर। ਹੁਣ ਆਪਾਂ ਕਰਦੇ ਆ ਇੱਕ ਕੁਐਸਚਨ ਹੈਗਾ ਆ, ਉਹ ਕੁਐਸਚਨ ਮੈਂ ਸਿਰਫ ਨਾਨ ਮੈਡੀਕਲ ਵਾਲਿਆਂ ਨੂੰ ਕਰਾਉਂਗਾ ਬਾਅਦ ਚ, ਤੁਹਾਡੀ ਸੈਕਸ਼ਨ ਬੀ ਦੀ ਅਲੱਗ ਕਲਾਸ ਲਗਾ ਕੇ। ਫਿਲਹਾਲ ਆਪਾਂ ਬਾਕੀ ਕੰਮ ਕਰਦੇ ਆ। ਚਲੋ ਐ ਕਰੋ, ਪਹਿਲਾਂ ਸ਼ੀਟਸ ਲਈ ਕਰ ਲਈਏ। ਦੇਖੋ ਹੁਣ ਸਾਰਿਆਂ ਨੇ ਹੁਣ ਆ ਗੱਲਾਂ ਯਾਦ ਰੱਖਿਓ। ਹੁਣ ਮੈਂ ਰਿਜ਼ਲਟ ਲਿਖਣ ਲੱਗਿਆ ਕੁਝ। ਮੰਨ ਲਓ ਆ ਇੱਕ ਸ਼ੀਟ ਹੈ, ਆ ਸ਼ੀਟ ਇਦਾਂ ਦੀ ਹੈ, ਇਹ ਥਿਕ ਸ਼ੀਟ ਹੈ, ਤੁਹਾਨੂੰ ਪਤਾ ਲੱਗ ਹੀ ਰਿਹਾ, ਪਰ ਇਹ ਥਿਕ ਸ਼ੀਟ ਪਲਾਸਟਿਕ ਦੀ ਹੈ। ਇਹ ਪਲਾਸਟਿਕ ਦੀ ਹੈ ਤੇ ਪਲਾਸਟਿਕ ਦੀ ਸ਼ੀਟ ਦੇ ਮੰਨ ਲਓ ਇੱਕ ਪਾਸੇ ਚਾਰਜ ਹੈ, ਤੇ ਤੁਹਾਨੂੰ ਪਤਾ ਪਲਾਸਟਿਕ ਸ਼ੀਟ ਤੇ ਤਾਂ ਇੱਕ ਪਾਸੇ ਚਾਰਜ ਰਹੇਗਾ, ਇਹ ਡਿਸਟ੍ਰੀਬਿਊਟ ਵੀ ਨਹੀਂ ਹੁੰਦਾ ਨਾ ਕਿਤੇ ਜਾਂਦਾ ਹੈ ਹਨਾ। ਤੇ ਇਹਦੀ ਸਰਫੇਸ ਚਾਰਜ ਡੈਂਸਿਟੀ ਮੰਨ ਲਓ ਸਿਗਮਾ ਹੈ, ਤੇ ਇਹ ਇੱਕ ਸ਼ੀਟ ਆ, ਇਹ ਥਿਨ ਸ਼ੀਟ ਵਾਂਗੂ ਹੋ ਗਿਆ ਕਿ ਨਹੀਂ? ਦੱਸੋ ਮੈਨੂੰ ਰਿਜ਼ਲਟ। ਕਿਉਂਕਿ ਥਿਨ ਸ਼ੀਟ ਤੇ ਚਾਰਜ ਹੁੰਦਾ, ਬਸ ਇੱਕ ਸਰਫੇਸ ਤੇ ਚਾਰਜ ਹੁੰਦਾ ਨਾ, ਉਹ ਵੀ ਸਰਫੇਸ ਹੀ ਮੰਨਦੇ ਉਹਨੂੰ ਆਪਾਂ ਇੱਕ। ਤਾਂ ਇਹਦੇ ਇਧਰਲੇ ਪਾਸੇ ਕਿਸੇ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਜਿਹੜਾ ਹੋਏਗਾ ਇਧਰ ਨੂੰ ਹੋਏਗਾ, ਕਿੰਨਾ ਹੋਏਗਾ? सिग्मा बाय 2 एप्सिलॉन। यस। इधर किसी भी पॉइंट ਤੇ ਜੇ ਗੱਲ ਕਰੋਗੇ ਜਿੱਧਰ ਪਾਸੇ ਚਾਰਜ ਨਹੀਂ ਵੀ ਸੀਗਾ, ਪਰ ਇਸ ਸ਼ੀਟ ਦੇ ਕਰਕੇ ਇਹ ਵਾਲੇ ਚਾਰਜ ਕਰਕੇ ਵੀ ਤਾਂ ਇੱਧਰ ਹੋਏਗਾ ਇਲੈਕਟ੍ਰਿਕ ਫੀਲਡ, ਤੇ ਕਿੱਧਰ ਨੂੰ ਹੋਏਗਾ? सिग्मा बाय 2। ਆ ਗੱਲ ਕਲੀਅਰ ਹੋਈ ਸਭ ਨੂੰ? ਦੱਸੋ। ਇੱਕ ਤਾਂ ਆ ਗੱਲ ਹੋ ਗਈ। ਜੇ ਸ਼ੀਟ ਐ ਨਾ ਹੁੰਦੀ, ਆਪਣੀ ਸ਼ੀਟ ਇਹ ਮੰਨ ਲਓ ਐ ਹੁੰਦੀ, पूरी गल सुनोगे ना तो फिर सारी चीजें रिलेट कर पाओगे। एक ही कंडक्टिंग शीट, हुण ये प्लास्टिक शीट नहीं हैगी या मैटल है समझ लो, या कंडक्टिंग शीट है। कंडक्टिंग शीट दे विच तुसी जे चार्ज तुसी एक पासे दा इमेजिन कर ही नहीं सकते ना, मतलब उहदे तो चार्ज होएगा ही लगभग दोनों पासे इन नॉर्मल कंडीशंस इन आइसोलेटेड शीट। तां इहदे इस पासे जे इलैक्ट्रिक फील्ड दी गल करोगे, हुण ਇਹਦੇ ਇਸ ਪਾਸੇ ਕਿਸੇ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੋਏਗਾ? ਇੱਧਰ ਨੂੰ। ਕਿੰਨਾ ਹੋਏਗਾ? ਸਿਗਮਾ ਬਾਈ ਐਪਸਿਲਨ। ਹੁਣ ਇਹਨੂੰ ਪਤਾ ਕਿ ਤੁਸੀਂ ਐ ਵੀ ਸੋਚ ਸਕਦੇ ਹੋ, ਸੋਚ ਕੇ ਦੇਖੋ ਕਿ ਜੇ ਇਹਦਾ ਸਿਗਮਾ ਸਰਫੇਸ ਚਾਰਜ ਡੈਂਸਿਟੀ ਹੈਗੀ ਆ ਤਾਂ ਇਧਰਲੀ ਸ਼ੀਟ ਕਰਕੇ ਇੱਥੇ ਚਾਰਜ ਹੋਇਆ ਸਿਗਮਾ ਬਾਈ 2 ਐਪਸਿਲਨ ਨੋਟ, ਇਧਰਲੀ ਸ਼ੀਟ ਕਰਕੇ ਵੀ ਇਧਰਲੇ ਚਾਰਜ ਕਰਕੇ ਵੀ ਸਿਗਮਾ ਬਾਈ 2 ਐਪਸਿਲਨ ਨੋਟ, ਦੋਨਾਂ ਨੂੰ ਜੋੜ ਦੋ ਤਾਂ ਕਿੰਨਾ ਬਣਿਆ? ਹਨਾ? ਐ ਵੀ ਸੋਚ ਸਕਦੇ ਹੋ ਤੁਸੀਂ। ਇਧਰਲੇ ਪਾਸੇ ਕਿਸੇ ਪੁਆਇੰਟ ਤੇ ਇਧਰ ਨੂੰ ਹੋਏਗਾ ਤਾਂ ਕਿੰਨਾ ਆਏਗਾ? ठीक है जी, गल समझ लग गई? क्लियर होगी गल सबनू? सर जे ਆਪਾਂ ਇੱਕ ਵੁਡਨ ਬਲੌਕ ਲਈਏ
वुडन ते प्लास्टिक इको गल ही है। प्लास्टिक तो मेरा मतलब इंसुलेटिंग या वो तो हो गया ना, नॉन कंडक्टर। नॉन ਸਰ कंडक्टर। ਉਹਨਾਂ ਦੀ ਸਰਫੇਸ ਜਾਂ ਉਹਨਾਂ ਦੇ ਏਰੀਆ ਤੇ ਸਰ ਉਹਨਾਂ ਦੀ ਸਰਫੇਸ ਏਰੀਆ ਨਾਲ ਨਹੀਂ ਕੋਈ ਫਰਕ ਪੈਂਦਾ ਕਿ ਆਪਾਂ ਕਿੰਨਾ ਲਵਾਂਗੇ। ਜੇ ਆਪਾਂ ਸਿਗਮਾ ਹੀ ਲੈ ਲਿਆ ਤਾਂ ਫਿਰ ਸਰਫੇਸ ਏਰੀਆ ਤੋਂ ਕੀ ਫਰਕ ਪੈਂਦਾ, ਨਾਲੇ ਸਭ ਕੁਝ ਤਾਂ ਲੌਂਗ ਹੈ ਇਹ 'ਚ, ਯਾਨੀ ਆ ਜਿਹੜੇ ਪੁਆਇੰਟਸ ਨੇ ਬਹੁਤ ক্লোਜ਼ ਨੇ, ਯਾਨੀ ਇਨਫਾਈਨਾਈਟ ਸ਼ੀਟਸ ਨੇ, ਫਿਰ ਸਰਫੇਸ ਏਰੀਆ ਦਾ ਕੀ ਫਰਕ ਪਏਗਾ। ਠੀਕ ਹੈ ਗੱਲ। ਇੱਕ ਹੋਰ ਬੜਾ ਇੰਟਰਸਟਿੰਗ ਹੈ, ਦੇਖੋ ਜੇ ਆਪਾਂ ਇਹ ਲੈ ਲਈਏ ਵੀ ਆ ਇੱਕ ਮੈਟਲ ਸ਼ੀਟ ਹੀ, ਮੈਟਲ ਪਲੇਟ ਹੀ ਹੈ, ਆ ਇੱਕ ਹੋਰ ਮੈਟਲ ਪਲੇਟ ਹੈ, ਤੇ ਯਾਦ ਰੱਖਿਓ ਇਹਨਾਂ ਦੇ ਏਰੀਆਜ਼ ਇੰਨੇ ਕੁ ਜ਼ਿਆਦਾ ਨੇ ਜਾਂ ਫਿਰ ਇਹਨਾਂ ਦੇ ਵਿੱਚ ਡਿਸਟੈਂਸ ਇੰਨਾ ਘੱਟ ਹੈ ਕਿ ਏਰੀਆ ਨੂੰ ਇਨਫਾਈਨਾਈਟ ਮੰਨ ਕੇ ਚੱਲ ਸਕਦੇ ਆ। ਸਾਰੇ ਰਿਜ਼ਲਟ ਤਾਂ ਹੀ ਵੈਲਿਡ ਨੇ, ਆਪਾਂ ਗੱਲ ਕਰ ਚੁੱਕੇ ਹਾਂ ਪਹਿਲੇ। ਮੰਨ ਲਓ ਇਹ ਸਭ ਆ ਵੀ ਮੈਟਲ ਹੈ, ਆ ਵੀ ਮੈਟਲ ਹੈ, ਪਰ ਹੋਇਆ ਕੀ ਹੈ, ਇਸ ਮੈਟਲ ਨੂੰ ਆਪਾਂ ਚਾਰਜ ਦੇਤਾ +Q ਤੇ +Q ਚਾਰਜ ਦੇਤਾ। ਤੁਸੀਂ ਕਹੋਗੇ ਤਾਂ ਦੋਨੋਂ ਪਾਸੇ ਆਉਣਾ ਚਾਹੀਦਾ, ਹਾਂਜੀ ਦੋਨੋਂ ਪਾਸੇ ਆਉਣਾ ਚਾਹੀਦਾ, ਪਰ ਗੱਲ ਸੁਣੋ ਮੇਰੀ ਧਿਆਨ ਨਾਲ ਪੂਰੀ। ਤੇ ਆ ਜਿਹੜੀ ਦੂਜੀ ਮੈਟਲ ਪਲੇਟ ਹੈ ਇਹਨੂੰ ਚਾਰਜ ਦੇਤਾ -Q। ਜਦੋਂ ਇਹਨੂੰ -Q ਦਵਾਂਗੇ, ਇਹਨੂੰ +Q ਦਵਾਂਗੇ ਤਾਂ ਚਾਰजेस ਇਨਰ ਫੇਸਿੰਗ ਸਰਫੇਸਿਸ ਤੇ ਆ ਜਾਣਗੇ ਕਿ ਨਹੀਂ? ਯੈਸ ਯੈਸ ਸਰ। ਤਾਂ ਇਧਰਲੇ ਖਾਲੀ ਪਿੱਛੇ ਵਾਲੇ ਹਨਾ, ਤੇ ਇੱਥੇ ਸਰਫੇਸ ਚਾਰਜ ਡੈਂਸਿਟੀ ਜੋ ਬਣੇਗੀ ਸਿਗਮਾ, ਇਹ Q/A ਆਏਗੀ ਕਿ Q/2A ਆਏਗੀ? Q/A ਆਏਗੀ ਨਾ, ਕਿਉਂਕਿ ਉਹ ਦੂਸਰੇ ਸਰਫੇਸ ਤੇ ਤਾਂ ਚਾਰਜ ਹੀ ਨਹੀਂ ਗਿਆ। ਤਾਂ ਇਹਦੇ ਕਿਸੇ ਪੁਆਇੰਟ ਤੇ ਜੇ ਦੇਖਿਆ ਜਾਵੇ, ਆਪਾਂ 3 ਪੁਆਇੰਟ ਤੇ ਗੱਲ ਕਰਦੇ ਹਾਂ। ਮੰਨ ਲਓ ਆ ਪੁਆਇੰਟ ਹੈਗਾ A, ਇਹਨਾਂ ਦੇ ਇਨ ਬਿਟਵੀਨ, ਇੱਧਰ ਕੋਈ ਪੁਆਇੰਟ ਲੈ ਲਓ B, ਤੇ ਇੱਧਰ ਕੋਈ ਪੁਆਇੰਟ ਲੈ ਲਓ C, ਤੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਇਲੈਕਟ੍ਰਿਕ ਫੀਲਡ ਕਿੱਥੇ ਕਿੰਨਾ ਹੋਏਗਾ। ਸੋਚੋ C ਪੁਆਇੰਟ ਤੇ ਇਲੈਕਟ੍ਰਿਕ ਫੀਲਡ ਆ ਵਾਲੀ ਸ਼ੀਟ ਦੇ ਕਰਕੇ ਜਿਹੜੀ ਪੋਜ਼ਿਟਿਵ ਹੈਗੀ ਆ, ਇੱਧਰ ਨੂੰ ਹੋਏਗਾ ਕਿੰਨਾ, σ/, ਕਿੰਨਾ ਆਏਗਾ? सिग्मा बाय 2 2, यस 2 आएगा क्योंकि एक सरफेस पे चार्ज है ना, है ना। यस सर। नेगेटिव वाली करके इधर ਨੂੰ ਨਹੀਂ ਆਏਗਾ ਫਿਰ ਉਨਾ ਹੀ। यस सर। डिस्टेंस ਤਾਂ ਇੱਥੇ ਡਿਪੈਂਡ ਹੀ ਨਹੀਂ ਕਰਦਾ ਨੇੜੇ ਹੈ ਕਿ ਦੂਰ ਹੈ, ਕਿਉਂਕਿ ਇਹਦਾ ਤਾਂ ਡਿਸਟੈਂਸ ਡਿਪੈਂਡ ਨਹੀਂ ਕਰਦਾ, ਫਿਰ ਦੋਨੋਂ ਕੈਨਸਲ ਨਹੀਂ ਹੋਣਗੇ। ਫਿਰ C ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੰਨਾ ਆਏਗਾ? 0। ਬਿਲਕੁਲ ਇਸੇ ਤਰਜ ਤੇ ਇਧਰਲੇ ਪਾਸੇ ਕਿੰਨਾ ਇਲੈਕਟ੍ਰਿਕ ਫੀਲਡ ਹੋਏਗਾ? 0। मतलब ਉਹਨਾਂ ਦੇ ਆਸ-ਪਾਸ ਨਹੀਂ ਹੋਏਗਾ, ਇਹਦੇ ਇਨ ਬਿਟਵੀਨ ਕਿੰਨਾ ਹੋਏਗਾ? ਇੱਧਰ ਨੂੰ ਹੋਏਗਾ ਪਹਿਲੀ ਗੱਲ ਤਾਂ, ਨੈਗੇਟਿਵ ਕਰਕੇ ਪੋਜ਼ਿਟਿਵ ਕਰਕੇ ਇੰਨਾ ਹੋਏਗਾ। ਕਲੀਅਰ ਹੋ ਗਈ ਗੱਲ? यस सर। ਸਮਝ ਲੱਗੀ ਗੱਲ ਸਭ ਨੂੰ? ਯੈਸ ਸਰ। ਤੁਸੀਂ ਇਸ ਗੱਲ ਨੂੰ ਬਹੁਤ ਆਰਾਮ ਨਾਲ ਸੋਚ ਕੇ ਜਾ ਕੱਲੀ ਥਿਨ ਸ਼ੀਟਸ ਬਾਰੇ ਵੀ ਗੱਲਾਂ ਕਰ ਸਕਦੇ ਹੋ ਸਾਰੇ ਜਣੇ। ਜੇ ਮੈਂ ਇਫ ਆਈ ਐਮ ਟਾਕਿੰਗ ਅਬਾਊਟ ਓਨਲੀ ਥਿਨ ਸ਼ੀਟਸ, ਸਿਰਫ ਥਿਨ ਸ਼ੀਟਸ ਬਾਰੇ ਗੱਲ ਕਰਦੇ ਹਾਂ, ਪਲਾਸਟਿਕ ਤੇ ਉਹਦੇ ਲਈ ਕੀ ਕੀ ਹੁੰਦਾ ਤੁਹਾਨੂੰ ਪਤਾ ਲੱਗ ਹੀ ਗਿਆ ਉਹ ਤਾਂ। ਜੇ ਮੈਂ ਥਿਨ ਸ਼ੀਟਸ ਦੀ ਗੱਲ ਕਰਾਂ ਤੇ ਇੱਕ ਥਿਨ ਸ਼ੀਟ ਰੱਖਾਂ ਕੱਲੀ, ਆ ਦੇਖੋ ਬਲਜੀਤ ਤੇਰਾ ਫੋਨ ਖਰਾਬ ਹੋ ਗਿਆ ਸੀ ਮਾਈਕ? ਹਾਂਜੀ ਸਰ, ਸਰ ਆਵਾਜ਼ ਬਹੁਤ ਲੈਗ ਕਰਦੀ। ਇੱਧਰ ਹੁਣ ਮੇਰੀ ਗੱਲ ਸੁਣੋ, ਮਾਈਕ ਔਨ ਰੱਖੀ। ਇਹ ਸ਼ੀਟ ਲਾਰਜ ਸ਼ੀਟ ਹੈ, ਠੀਕ ਹੈ, ਥਿਨ ਸ਼ੀਟ ਹੈ ਨਾਲੇ। ਇਹਦੇ ਇਸ ਜਗ੍ਹਾ ਤੇ ਕਿੰਨਾ ਹੋਏਗਾ? ਇਹਦੀ ਸਰਫੇਸ ਚਾਰਜ ਸਿਗਮਾ ਹੈਗੀ, ਦੱਸ ਕਿੰਨਾ ਹੋਏਗਾ ਇੱਥੇ? ਸਰ σ/2 ε0। ਤੇ ਇੱਧਰ ਨੂੰ ਹੋਏਗਾ ਨਾ? ਹਾਂਜੀ ਸਰ। ਇਹਦੇ ਵਿੱਚ ਇੱਧਰ ਨੂੰ ਹੋਏਗਾ ਨਾ? ਹਾਂਜੀ ਸਰ। ਇੰਨੀ ਗੱਲ ਕਲੀਅਰ ਹੋ ਗਈ? ਯੈਸ ਸਰ। ਇਹ ਸ਼ੀਟ ਤੇ ਚਾਰਜ ਨੈਗੇਟਿਵ ਹੁੰਦਾ, -σ ਹੁੰਦਾ, ਤਾਂ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਣਾ ਸੀ। ਹਾਂਜੀ ਸਰ। ਇੱਧਰ ਨੂੰ ਹੋਣਾ ਸੀ, ਉਹ ਵੀ ਉਨਾ ਹੀ σ/2 ε। ਆ ਗੱਲ ਕਲੀਅਰ ਹੈ? ਹਾਂਜੀ ਸਰ। ਮੈਗਨੀਟਿਊਡ ਚ σ/2 ε ਤੇ ਡਾਇਰੈਕਸ਼ਨ ਮੈਂ ਦਿਖਾਈ ਰਿਹਾ ਹਾਂ। ਸਭ ਨੂੰ ਸਮਝ ਲੱਗੀ ਗੱਲ ਇਹ? ਹਾਂਜੀ ਸਰ। ਯੈਸ। ਦੱਸ ਵੀ ਜੇ ਆਹ ਸ਼ੀਟ ਹੋਵੇ, ਇੱਕ ਦੋ ਸ਼ੀਟਸ ਨੇ ਆਪਣੇ ਕੋਲ, ਇੱਕ ਸ਼ੀਟ ਆ ਹੈਗੀ ਆ ਇਨਫਾਈਨਾਈਟ ਸ਼ੀਟ, ਹਾਂਜੀ ਸਰ। ਹੋਰ ਸ਼ੀਟ ਹੈਗੀ ਆ ਇੱਥੇ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਪਈਆਂ ਨੇ, ਜਿਵੇਂ ਆਪਾਂ ਸਮਝ ਸਕਦੇ ਹੋ ਤੁਸੀਂ, ਇੱਕ ਦੂਜੇ ਦੇ ਸਾਹਮਣੇ ਪਈਆਂ, ਫੇਸ ਕਰ ਰਹੀ ਇੱਕ ਦੂਜੇ ਨੂੰ। ਯੈਸ ਸਰ। ਇਸ ਤਰ੍ਹਾਂ ਠੀਕ ਹੈ ਵੀ ਗੱਲ ਕਲੀਅਰ ਹੋ ਰਹੀ ਹੈ? ਹਾਂਜੀ ਸਰ। ਇਹ ਪਈਆਂ ਨੇ। ਯੈਸ ਸਰ। ਜੇ ਇਹ ਪਈਆਂ ਨੇ, ਇਹਦੇ ਉੱਪਰ ਮੰਨ ਲਾ ਸਰਫੇਸ ਚਾਰਜ ਡੈਂਸਿਟੀ ਹੈਗੀ ਆ σ1,
ਇਹਦੇ ਉੱਪਰ ਸਿਰਫ ਚਾਰਜ ਡੈਂਸਿਟੀ ਹੈਗੀ ਹੈ ਸਿਗਮਾ 2 ਤੇ ਇਹ ਵੀ ਪੋਜ਼ਿਟਿਵਲੀ ਚਾਰਜ ਹੈਗੀ ਹੈ ਸ਼ੀਟ ਤੇ ਆ ਵੀ ਪੋਜ਼ਿਟਿਵ ਚਾਰਜ ਹੈਗੀ ਹੈ ਸ਼ੀਟ। ਹੁਣ ਕੁਝ ਗੱਲਾਂ ਬੇਸਿਕ ਨੇ, ਤੁਸੀਂ ਆਪ ਸਮਝੋ, ਆਪ ਸਮਝ ਕੇ ਕਰੋ। ਤੇ ਮੈਂ ਦੱਸ ਦੇਣਾ ਤੈਨੂੰ ਕਿ ਜਿਹੜਾ ਚਾਰਜ ਸਿਗਮਾ 1 ਹੈਗੀ ਹੈ ਹਨਾ, ਸਿਗਮਾ 1 ਉਹ ਸਿਗਮਾ 1 ਗ੍ਰੇਟਰ ਦੈਨ ਸਿਗਮਾ 2 ਆ। ਠੀਕ ਆ ਬਲਜੀਤ? ਹਾਂਜੀ ਸਰ। ਹੁਣ ਮੈਨੂੰ ਤੂੰ ਦੱਸੇਗਾ ਵੀ ਇਹਦੇ ਇਸ ਪਾਸੇ ਇਲੈਕਟ੍ਰਿਕ ਫੀਲਡ ਕਿੰਨਾ ਆਏਗਾ, ਸੈਂਟਰ 'ਚ ਕਿੰਨਾ ਹੋਏਗਾ ਤੇ ਇੱਥੇ ਕਿੰਨਾ ਹੋਏਗਾ। ਸਰ ਲੈਫਟ ਸਾਈਡ, ਪਹਿਲਾਂ ਇਹ ਪੁਆਇੰਟ ਤੇ ਦੱਸ। ਸਰ ਲੈਫਟ ਸਾਈਡ ਸਿਗਮਾ 1 ਬਾय 2 ਐਪਸਾਈਲਨ ਨੋਟ ਪਲੱਸ ਸਿਗਮਾ 2 ਬਾय 2 ਐਪਸਾਈਲਨ ਨੋਟ। ਐਗਜ਼ੈਕਟਲੀ ਸਿਗਮਾ 1 ਪਲੱਸ ਸਿਗਮਾ 2 ਬਾय, ਬਿਲਕੁਲ ਸਹੀ ਬੋਲਿਆ ਤੂੰ। ਤੇ ਹੋਏਗੀ ਡਾਇਰੈਕਸ਼ਨ ਕੀ ਹੋਏਗੀ? ਸਰ ਲੈਫਟ ਸਾਈਡ ਨੂੰ ਹੋਣੀ। ਠੀਕ ਹੈ, ਹੁਣ ਸੀ ਪੁਆਇੰਟ ਤੇ ਵੀ ਦੱਸ ਦੇ ਵਿੱਚ ਜਲਦੀ। ਸਰ ਸੀ ਪੁਆਇੰਟ ਤੇ ਵੀ ਇੰਨਾ ਹੀ ਇਹ ਵਾਂਗੂ ਹੀ ਸਰ, ਤਾਂ ਸੀ ਨੂੰ ਡਾਇਰੈਕਸ਼ਨ। ਬਿਲਕੁਲ ਕਰੈਕਟ। ਚੱਲ ਫਿਰ ਬੀ ਪੁਆਇੰਟ ਤੇ ਦੱਸ ਦੇ। ਸਰ ਇੱਥੇ ਆ ਜਾਣੇ ਸਿਗਮਾ 1 ਬਾय 2 ਹੋਏਗਾ ਐਪਸਾਈਲਨ ਕਿੱਧਰ ਨੂੰ ਨੋਟ ਦੱਸ ਦੇ ਮਾਈਨਸ ਸਿਗਮਾ 2 ਬਾय। ਕਿੱਧਰ ਨੂੰ? ਸਰ ਸਿਗਮਾ ਸਰ ਸੀ ਦੀ ਡਾਇਰੈਕਸ਼ਨ ਚ। ਹਾਂ, ਕਿਉਂ? ਕਿਉਂਕਿ ਸਿਗਮਾ 1 ਜ਼ਿਆਦੇ ਆ ਇਸ ਕਰਕੇ। ਕਿੰਨਾ ਹੋਏਗਾ? ਹਾਂਜੀ ਸਰ ਸਿਗਮਾ 1 बाय 2 एप्सिलॉन नॉट ਬਸ। माइनस सिग्मा 2 बाय 2 एप्सिलॉन नॉट। ਹਾਂ, ਸਾਰਿਆਂ ਨੂੰ ਸਮਝ ਲੱਗ ਗਈਆਂ ਗੱਲਾਂ ਇਹ ਜੋ ਬਲਜੀਤ ਨੇ ਦੱਸਿਆ? ਯੈਸ ਸਰ। ਯੈਸ ਸਰ। ਤੇ ਥਿਨ ਸ਼ੀਟਸ ਦੀ ਗੱਲ ਚੱਲ ਰਹੀ ਹੈ ਆਪਣੀ। ਥਿਨ ਸ਼ੀਟਸ ਤੁਹਾਨੂੰ ਪਤਾ ਹੀ ਹੈ ਕਿਵੇਂ ਕੰਮ ਕਰਦੇ ਆ। ਹਾਲੇ ਜਾਣਾ ਨਹੀਂ, ਦੱਸਣਾ ਇੱਕ ਹੋਰ। हाँ जी सर। ਮੈਂ ਇਹ ਕਹਿ ਰਿਹਾ ਹਾਂ ਜੇ ਇਹ ਹੋ ਜਾਵੇ ਖਾਸੀ ਡਿਸਟਰਬੈਂਸ 'ਚ ਪੜਨਾ ਹੈ ਬਲਜੀਤ ਤੂੰ। ਇਹ ਤੁਹਾਡਾ ਰੱਖਿਆ ਆ ਵਾ? नहीं सर गवांडियां दा। ਲੈ ਬੱਲੇ, ਗਵਾਂਡੀਆਂ ਦਾ ਕਾਫੀ ਤਾਂ ਪਾਈ ਜਾਂਦਾ। ਉਹਨੂੰ ਲਿਆ ਕੇ ਨਾ ਤੇ सर दो ਗਲਾਸ का ਛੱਡਾ रखे ਕੇ हुए हैं। ਚੁੱਪ ਕਰ ਜਾਣਾ ਉਹਨੇ, ਮੁੜ ਕੇ 3-4 ਦਿਨ ਬੋਲਣਾ ਹੀ ਨਹੀਂ। ਚੱਲ ਐ ਕਰ, ਇਧਰ ਇਹਦੀ ਵੀ ਸਿਗਮਾ ਹੈਗੀ, ਇਹਦੀ ਵੀ ਸਿਗਮਾ ਹੈਗੀ ਆ ਕੀ ਬਲਜੀਤ? हाँ जी सर। ਇਹਦੀ ਵੀ ਸਿਗਮਾ, ਇਹਦੀ ਵੀ ਸਿਗਮਾ। ਆਹ ਪੁਆਇੰਟ ਤੇ ਏ ਤੇ ਸੀ ਤੇ ਦੱਸਣਾ ਤੂੰ ਹੁਣ ਕਿੱਧਰ ਕਿੰਨਾ ਇਲੈਕਟ੍ਰਿਕ ਫੀਲਡ ਹੋਏਗਾ। ਦੱਸ ਏ ਤੇ ਕਿੰਨਾ ਹੋਏਗਾ? ए ते होना ए ते है सर सिग्मा। ਹਾਂ, ਕਿੱਧਰ ਨੂੰ ਹੋਏਗਾ ਪਹਿਲਾਂ ਦੱਸ ਦੇ। सर बी ते ਏ ਤੇ ਕਿੰਨਾ? लेफ्ट साइड डायरेक्शन। ਕਿਉਂ? सर पॉजिटिव सर, पॉजिटिव है सर। हाँ, सिग्मा बाय 2 एप्सिलॉन नॉट ਇਹਦੇ ਕਰਕੇ, सिग्मा बाय 2 ਇਹਦੇ ਕਰਕੇ, ਤਾਂ ਟੋਟਲ ਕਿੰਨਾ ਹੋ ਜਾਏਗਾ? सिग्मा बाय एप्सिलॉन। ਤੇ ਸੀ ਤੇ ਕਿੰਨਾ ਹੋ ਜਾਏਗਾ? सर सिग्मा बाय एप्सिलॉन नॉट। ਸਮਝ ਲੱਗੀ ਗੱਲ ਸਾਰਿਆਂ ਨੂੰ? ਤੇ ਅੰਦਰ ਕਿੰਨਾ ਹੋ ਜਾਏਗਾ? ਇਹ 'ਚ ਦੱਸ, ਬੀ ਪੁਆਇੰਟ ਦੱਸ ਕਿੰਨਾ ਹੋ ਜਾਏਗਾ? सर 0। ਦੇਖੋ ਹੁਣ ਗੱਲ ਨੂੰ ਸਾਰੇ ਧਿਆਨ ਨਾਲ ਸੋਚ ਕੇ ਦੇਖੋ ਇਸ ਗੱਲ ਨੂੰ, ਕਿ ਇਹ ਇਸੇ ਤਰ੍ਹਾਂ ਨਹੀਂ ਲੱਗ ਰਿਹਾ ਤੁਹਾਨੂੰ ਕਿ ਜਿਵੇਂ ਕਿ ਇੱਕ ਥਿਨ ਸ਼ੀਟ ਹੋਵੇ ਤੇ ਕੰਡਕਟਿੰਗ, ਤੇ ਕੰਡਕਟਿੰਗ ਦੇ ਇਧਰਲੇ ਪਾਸੇ ਚਾਰਜ ਆ ਗਿਆ ਹੋਵੇ ਤੇ ਇਧਰਲੇ ਪਾਸੇ ਚਾਰਜ ਆ ਗਿਆ ਹੋਵੇ। ਸਰਫੇਸ ਚਾਰਜ ਡੈਂਸਿਟੀ ਬਰਾਬਰ ਹੀ ਹੁੰਦੀ ਹੈ ਕਿਉਂਕਿ ਉਹ ਦੋਨੋਂ ਪਾਸੇ ਯੂਨੀਫਾਰਮਲੀ ਹੋਇਆ। ਉਹਦੇ ਅੰਦਰ ਪਾਸੇ ਇਲੈਕਟ੍ਰਿਕ ਫੀਲਡ 0 ਹੋ ਜਾਂਦਾ ਵਾ, ਇਧਰਲੇ ਪਾਸੇ ਸਿਗਮਾ ਬਾਈ ਐਪਸਿਲਨ ਆਉਂਦਾ ਆ, ਇਧਰਲੇ ਪਾਸੇ ਸਿਗਮਾ ਬਾਈ ਐਪਸਿਲਨ ਆਉਂਦਾ। ਗੱਲ ਕਲੀਅਰ ਹੋਈ ਸਭ ਨੂੰ? ਯੈਸ ਸਰ। ਯੈਸ ਸਰ। यस। ਆਪਾਂ ਉਹ ਗੱਲ ਕੱਢ ਲਈ ਵੀ ਕਿਸੇ ਕੰਡਕਟਿੰਗ ਸ਼ੀਟ ਦੇ ਵਿੱਚ ਇਦਾਂ ਕਿਉਂ ਹੋ ਰਿਹਾ ਸੀ, ਕੀ ਹੋ ਰਿਹਾ ਸੀ। ਆ ਗੱਲ ਤੁਹਾਡੇ ਸਾਹਮਣੇ ਹੁਣ ਬਲਜੀਤ ਨੇ ਦੱਸੀ ਹੈ। ਠੀਕ ਹੈ ਗੱਲ ਬਲਜੀਤ? यस सर। ਪਰ ਤੈਨੂੰ ਛੱਡਣਾ ਨਹੀਂ ਹਲੇ ਇੱਕ ਗੱਲ ਹੋਰ। ਹੁਣ ਤੂੰ ਸਹੀ ਦੱਸ ਰਿਹਾ ਸਾਰਾ ਕੁਝ, ਤਾਂ ਹੁਣ ਮੈਨੂੰ ਹੈਗਾ ਵੀ ਤੂੰ ਹੀ ਦੱਸ ਦੇ ਅਗਲਾ ਲਾਸਟ ਗੱਲ ਦੱਸ। ओके सर। ਫੇਰ ਐਂ ਕਰ ਲਿਆ ਆਪਾਂ, ਇੱਕ ਸ਼ੀਟ ਲਈ, ਇਧਰ ਵੀ ਸ਼ੀਟ ਲਈ, ਸਾਹਮਣੇ ਸਾਹਮਣੇ ਰੱਖਤੀਆਂ। ਇਨਫਾਈਨਾਈਟ ਸ਼ੀਟਸ ਨੇ ਜਾਂ ਲਾਰਜ ਸ਼ੀਟਸ ਨੇ। ਇਹਦੇ ਤੇ ਆਪਾਂ ਚਾਰਜ ਦਿੱਤਾ ਕੱਲਾ ਪੋਜ਼ਿਟਿਵ, हाँ जी सर। ਇਹਦੇ ਤੇ ਦਿੱਤਾ ਨੈਗੇਟਿਵ, ਪਰ ਚਾਰਜ ਡੈਂਸਿਟੀਆਂ ਬਰਾਬਰ ਰੱਖੀਆਂ ਆਪਾਂ, ਇਹਦੀ ਸਿਗਮਾ ਤੇ ਇਹਦੀ ਮਾਈਨਸ ਸਿਗਮਾ। ਠੀਕ ਹੈ, ਮੈਗਨੀਟਿਊਡ ਵਾਈਜ਼ ਹੁੰਦੀਆਂ ਹੀ हाँ ਹੈ। जी सर। ਹੁਣ ਤੂੰ ਮੈਨੂੰ ਹਾਂਜੀ ਦੱਸੇਗਾ ਵੀ ਇਸ A ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿਵੇਂ ਕਿੰਨਾ ਆਏਗਾ, B ਤੇ ਕਿਵੇਂ ਕਿੰਨਾ ਆਏਗਾ, ਤੇ C ਤੇ ਕਿਵੇਂ ਕਿੰਨਾ ਆਏਗਾ। सर ए ते 0 होना, सर सी ते भी 0 होना। ਬਿਲकुल
बिल्कुल ठीक है। बी ते सर बी सर सिग्मा बाय एप्सिलॉन नॉट किधर? सर बी टू सी वाली डायरेक्शन च। हाँ बिल्कुल ठीक है, बिल्कुल करैक्ट। ਤੇ ਇਹ ਗੱਲ ਬਿਲਕੁਲ ਉਦਾਂ ਦੀ ਤਾਂ ਬਣੀ ਨਾ ਕਿ ਜਿਵੇਂ ਕਿ ਇੱਕ ਪਾਸੇ ਵੀ ਇੱਕ ਸ਼ੀਟ ਰੱਖੀ ਹੋਵੇ ਕੰਡਕਟਿੰਗ ਥਿਕ ਮੈਟਲ ਵਾਲੀ, ਤੇ ਦੂਜੇ ਪਾਸੇ ਵੀ ਥਿਕ ਮੈਟਲ ਵਾਲੀ ਥਿਕ, ਤੇ ਇਹਦੇ ਤੇ ਪੋਜ਼ਿਟਿਵ ਚਾਰਜ ਦਿੱਤਾ ਹੈ ਤਾਂ ਇਹ ਤੇ ਉਹ ਸਾਰਾ ਇੱਧਰ ਆ ਜਾਊਗਾ, ਨੈਗੇਟਿਵ ਇੱਧਰ ਆ ਜਾਊਗਾ ਕਿਉਂਕਿ ਨੇੜੇ ਨੇੜੇ ਰੱਖੀਆਂ ਨੇ, ਤੇ ਇੱਕੋ ਹੀ ਪਾਸੇ ਸ਼ੀਟ ਤੇ ਚਾਰਜ ਹੋ ਗਿਆ। ਇਹ ਥਿਨ ਸ਼ੀਟ ਵਾਲੀ ਗੱਲ ਹੋ ਗਈ ਨਾ, ਜੇ ਇੱਕ ਸਰਫੇਸ ਤੇ ਚਾਰਜ ਆਇਆ ਤਾਂ। ਤੇ ਇਹਨਾਂ ਦੇ ਵਿੱਚ ਫਿਰ ਇਲੈਕਟ੍ਰਿਕ ਜ਼ੀਰੋ, ਇੱਥੇ ਜ਼ੀਰੋ, ਤੇ ਇਹਦੇ ਵਿਚਕਾਰ ਕਿੰਨਾ ਇਲੈਕਟ੍ਰਿਕ ਫੀਲਡ ਆਇਆ ਸੀ? ਸਿਗਮਾ ਬਾਈ ਐਪਸਿਲਨ। ਬਹੁਤ ਹੀ ਮਤਲਬ ਉਹਦੇ ਨਾਲ ਹੁਣ ਤੁਸੀਂ ਇਹ ਗੱਲਾਂ ਯਾਦ ਰੱਖਣੀਆਂ ਨੇ। ਤੈਨੂੰ ਸਮਝ ਆ ਗਈ ਸਾਰੀ ਹੁਣ ਬਲਜੀਤ ਇਹ ਸਾਰੀ ਗੱਲ? ਯੈਸ ਸਰ। ਭੁੱਲੇਗਾ ਤਾਂ ਨਹੀਂ ਇਹਨੂੰ ਹੁਣ ਕਿ ਟੈਸਟ ਹੋਏ ਆ ਤਾਂ ਭੁੱਲ ਜਾਵੇਂ? ਨੋ ਸਰ। ਇਹਦੀ ਰਿਵੀਜ਼ਨ ਕਰ ਲਈ ਹੁਣ ਚੰਗੀ ਤਰ੍ਹਾਂ। ਓਕੇ ਸਰ। ਹੁਣ ਆਪਾਂ ਛੋਟੀ ਜਿਹੀ ਇੱਕ ਹੋਰ ਗੱਲ ਕਰਦੇ ਆ। ਹੁਣ ਤੂੰ ਬਲਜੀਤ ਕਰ ਲੈ ਆਪਣਾ ਮਾਈਕ ਆਫ, ਪਰ ਦਿਮਾਗ ਔਨ ਰੱਖੀ। ਸਰ ਲਾਸਟ ਕੇਸ ਆ ਵਾਲਾ ਨਹੀਂ ਪਤਾ ਲੱਗਿਆ। ਕੀ ਨਹੀਂ ਪਤਾ ਲੱਗਿਆ? ਸਰ ਆ ਵਾਲਾ ਕਿ ਸਾਰੇ ਨਹੀਂ ਸਮਝ ਲੱਗਿਆ? ਇੱਧਰ ਵੀ ਨਹੀਂ ਸਰ, ਇੱਕ ਤਾਂ ਪਤਾ ਲੱਗ ਗਿਆ, ਇਹਦੇ ਵਿੱਚ ਦੂਜੇ ਚ ਪਤਾ ਲੱਗ ਗਿਆ ਸਰ ਕਿ E = 0 ਆ ਗਈ। ਸਰ ਡਾਇਰੈਕਸ਼ਨ ਵਗੈਰਾ ਥਿਕ ਐਂਡ ਥਿਨ ਦੇ ਵਿੱਚ ਕਿ ਆਪਾਂ ਕਿਵੇਂ ਰੱਖੀ ਉਹ ਨਹੀਂ ਪਤਾ। ਤੇ ਥਿਕ ਐਂਡ ਥਿਨ ਨਹੀਂ, ਥਿਕ ਐਂਡ ਥਿਕ ਹੀ ਹੈ ਤਾਂ ਨੀਚੇ ਤਾਂ ਦੋਨੋਂ ਥਿਕ ਨੇ ਮੈਟਲ ਦੀਆਂ ਨੇ, ਬਸ ਨੈਗੇਟਿਵ ਚਾਰਜ ਇੱਧਰ ਆ ਗਿਆ, ਪੋਜ਼ਿਟਿਵ ਚਾਰਜ ਇੱਧਰ ਆਇਆ, ਇੱਕ ਸ਼ੀਟ ਤੇ ਚਾਰਜ ਤਾਂ ਇਦਾਂ ਦਾ ਹੀ ਹੋ ਗਿਆ ਨਾ ਜਿਵੇਂ ਆ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਇੱਥੇ ਸੀਗਾ, ਇਹਦੇ ਵਿੱਚ ਇਲੈਕਟ੍ਰਿਕ ਫੀਲਡ ਵੀ ਨਹੀਂ ਹੈ। ਆ ਤਾਂ ਮੈਂ ਉਹਦੇ ਨਾਲ ਰਿਲੇਟ ਕਰ ਰਹੀ ਸੀ, ਮੈਂ ਪਹਿਲਾਂ ਕਰਵਾਇਆ ਆ ਚੀਜ਼ਾਂ ਨੂੰ ਰਿਲੇਟ ਕਰ ਰਹੀ। ਜਿਵੇਂ ਦੇਖੋ ਆ ਚੀਜ਼ ਕਿਵੇਂ ਹੋ ਗਈ, ਪਲਾਸਟਿਕ ਦੇ ਵਿੱਚ ਇੱਕ ਪਾਸੇ ਹੀ ਚਾਰਜ ਦਿੱਤਾ ਤਾਂ ਇਹ ਕਿਸ ਤਰ੍ਹਾਂ ਦੀ ਇੱਕ ਥਿਕ ਸ਼ੀਟ ਵਰਗੀ ਹੋ ਗਈ, ਜਿਵੇਂ ਬਲਜੀਤ ਨੇ ਸ਼ੁਰੂ ਚ ਦੱਸਿਆ। ਕੰਡਕਟਿੰਗ ਸ਼ੀਟ ਹੋਈ ਤਾਂ ਦੋਨੋਂ ਪਾਸੇ ਚਾਰਜ ਹੈ ਤਾਂ ਫਿਰ ਆਹ ਹੋ ਗਿਆ ਬਿਲਕੁਲ ਜਿਵੇਂ ਆਪਾਂ ਦੋਨੋਂ ਸ਼ੀਟਾਂ ਲਈਆਂ ਸਿਗਮਾ ਵਾਲੀਆਂ ਪੋਜ਼ਿਟਿਵ, ਤੇ ਜੇ ਇੱਕ ਸਿਗਮਾ ਪੋਜ਼ਿਟਿਵ ਤੇ ਇੱਕ ਸਿਗਮਾ ਨੈਗੇਟਿਵ ਵਾਲੀ ਸ਼ੀਟਸ ਲਈ ਤਾਂ ਇਦਾਂ ਹੋ ਗਿਆ। ਆਹੀ ਚੀਜ਼ਾਂ ਨੂੰ ਮੈਂ ਥੋੜਾ ਇਲੈਬੋਰੇਟ ਕਰ ਰਿਹਾ ਸੀ ਇਦਾਂ ਬਸ। ਕਲੀਅਰ ਹੈ? ਯੈਸ ਸਰ। ਹੁਣ ਬਸ ਇੱਕ ਛੋਟੀ ਜਿਹੀ ਗੱਲ ਸੋਚੋ, ਦੇਖੋ ਇਹਨੂੰ ਤੁਸੀਂ ਕੁਐਸਚਨ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਸੋਚ ਕੇ ਦੇਖਿਓ ਬਸ ਕਿ ਮੰਨ ਲਓ ਕੋਈ ਵੀ ਕੰਡਕਟਰ ਹੈ, ਕੋਈ ਵੀ ਸੋਲਿਡ ਕੰਡਕਟਰ, ਸੋਲਿਡ ਮੈਟਲ ਹੈ, ਤੇ ਸੋਲਿਡ ਮੈਟਲ ਨੂੰ ਆਪਾਂ ਚਾਰਜ ਦੇਤਾ ਮੰਨ ਲਓ Q, ਤਾਂ ਚਾਰਜ ਇਹਦੇ ਉੱਪਰ ਫੈਲ ਜਾਏਗਾ ਫਿਰ ਤੇ ਸਰਫੇਸ ਇਸ ਤੇ ਰਹੇਗਾ ਕਿ ਨਹੀਂ? ਸਮਝ ਲੱਗੀ ਗੱਲ? ਇਹ ਤਾਂ ਗੱਲ ਕਲੀਅਰ ਹੈ ਕਿ ਨਹੀਂ? ਪਨਮ ਹੁਣ ਸਰਫੇਸ ਚਾਰਜ ਡੈਂਸਿਟੀ ਸਿਗਮਾ ਜ਼ਰੂਰੀ ਨਹੀਂ ਸੇਮ ਰਵੇ, ਉਹ ਕਈ ਵਾਰ ਡਿਪੈਂਡ ਕਰਦਾ ਕਿੰਨਾ ਇਹਦਾ ਏਰੀਆ ਆਫ ਕ੍ਰਾਸ ਸੈਕਸ਼ਨ, ਸੌਰੀ ਜਿਹੜਾ ਇਹਦਾ ਕ੍ਰਾਸ ਸੈਕਸ਼ਨ ਕਿਸ ਤਰ੍ਹਾਂ ਦਾ ਹੈ, ਮਤਲਬ ਜਿਵੇਂ ਸਫੀਅਰ ਤੇ ਤਾਂ ਬਿਲਕੁਲ ਸੇਮ ਰਹੇਗਾ, ਪਰ ਕਈ ਵਾਰ ਜਿੱਥੇ ਪੁਆਇੰਟਡ ਜਿਹਾ ਹੋ ਜਾਵੇ, ਬਹੁਤ ਤਿੱਖਾ ਜਿਹਾ ਹੋ ਜਾਵੇ ਹੈ ਨਾ, ਉੱਥੇ ਸਿਗਮਾ ਵੱਧ ਜਾਂਦੀ ਹੁੰਦੀ ਕਾਫੀ। ਇੱਕ ਵਾਰ ਆਪਾਂ ਬਾਅਦ ਚ ਗੱਲ ਕਰਾਂਗੇ। ਫਿਲਹਾਲ ਆਪਾਂ ਕਿਸੇ ਜਗ੍ਹਾ ਤੇ ਗੱਲ ਕਰਦੇ ਹਾਂ। ਮੰਨ ਲਓ ਇਸ ਕੰਡਕਟਰ ਦੇ ਉੱਪਰ ਕਿਸੇ ਪਾਰਟਿਕੂਲਰ ਪੁਆਇੰਟ ਤੇ ਆਪਾਂ ਬਾਹਰ ਪਤਾ ਕਰਦੇ ਹਾਂ ਇਲੈਕਟ੍ਰਿਕ ਫੀਲਡ ਕਿੰਨਾ ਹੋਏਗਾ, ਤੇ ਉਹ ਮੰਨ ਲਓ ਆਹ ਪੁਆਇੰਟ ਤੇ ਪਤਾ ਕਰਦੇ ਹਾਂ, ਇੱਥੇ ਮੰਨ ਲਓ ਆਹ ਪੁਆਇੰਟ ਤੇ ਪਤਾ ਕਰਦੇ ਹਾਂ ਜਸਟ ਆਊਟਸਾਈਡ, ਤੇ Q ਚਾਰਜ ਦੇ ਚੁੱਕੇ ਹਾਂ ਕੰਡਕਟਰ ਦੇ ਵਿੱਚ, ਤੇ ਇਸ ਪੁਆਇੰਟ ਤੇ ਇਸ ਜਗ੍ਹਾ ਤੇ ਮੰਨ ਲਓ ਦੀ ਸਰਫੇਸ ਚਾਰਜ ਡੈਂਸਿਟੀ ਜਿਹੜੀ ਹੈਗੀ ਉਹ ਸਿਗਮਾ ਹੈਗੀ ਹੈ, ਤਾਂ ਇਸ ਪੁਆਇੰਟ ਦੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰੋਗੇ, ਇੱਥੇ ਆਪਾਂ ਇੱਕ ਗੌਸੀਅਨ ਸਰਫੇਸ ਲੈ ਲੈਂਦੇ ਹਾਂ ਇਸ ਤਰ੍ਹਾਂ ਦਾ, ਤੇ ਉਹ ਸਰਫੇਸ ਲੈ ਲੈਂਦੇ ਹਾਂ ਇਸ ਤਰ੍ਹਾਂ, ਤੇ ਉਹਨੂੰ ਉਹ ਇੱਕ ਸਿਰਾ ਅੰਦਰ ਰੱਖ ਦਿੰਦੇ ਆ। ਅੰਦਰ ਜਿੰਨੀ ਮਰਜ਼ੀ ਦੂਰ ਰੱਖੋ ਹੁਣ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਆ ਪਤਾ ਨਾ, ਇਹ ਗੱਲ ਤਾਂ ਕੀਤੀ ਹੋਈ ਆਪਾਂ, ਕੰਡਕਟ ਮੈਟਲ ਹੈ। ਤੇ ਆ ਜਿਹੜਾ ਸਰਫੇਸ ਆਪਾਂ ਛੋਟਾ ਜਿਹਾ ਲਿਆ, ਇਹ ਹੈਗਾ ਮੰਨ ਲਓ ds, ਤੇ ਆ ਜਿਹੜਾ ਛੋਟਾ ਜਿਹਾ ਏਰੀਆ ਲੈ ਲਿਆ, ਮੰਨ ਲਓ ਬਹੁਤ ਛੋਟਾ ਹੀ ਲੈ ਲਿਆ, ਇਹ da ਇਧਰ ਨੂੰ ਹੋਏਗਾ, ਤਾਂ ਜਿਹੜਾ ਥੋੜਾ ਫਲਕਸ ਆਏਗਾ ਕਿੰਨਾ ਆਏਗਾ ਦੱਸੋ? ਇਲੈਕਟ੍ਰਿਕ ਫੀਲਡ ਜੇ ਉੱਥੇ E ਹੋਇਆ ਤਾਂ E into da ਨਹੀਂ ਹੋ ਜਾਏਗਾ ਸਿੱਧਾ ਹੀ, ਜਾਂ E into ਆਹ ਵਾਲੇ ਏਰੀਆ ਨੂੰ A ਮੰਨ ਲਓ ਪੂਰੇ ਨੂੰ E dot ds ਕਰਕੇ E into A ਆ ਜਾਏਗਾ ਕਿ ਨਹੀਂ ਦੱਸੋ? ਸਮਝ ਲੱਗੀ ਗੱਲ? ਬਾਕੀ ਕਿਉਂ ਨਹੀਂ ਆਏਗਾ ਤੁਹਾਨੂੰ ਪਤਾ, ਹੁਣੀ ਤਾਂ ਗੱਲ ਕੀਤੀ ਆਪਾਂ। ਤੇ 1/ε ਟਾਈਮ ਚਾਰਜ ਇਨਕਲੋਜ਼ ਕਿੰਨਾ ਹੋਏਗਾ, ਸਿਗਮਾ into A ਹੋਏਗਾ ਕਿ ਨਹੀਂ?
भाई गल पता लग रही है कि मैं वही बोली जा रहा हूँ? सर लग रही ए ना ए कट दो तो ई कितना आ गया? मतलब किसी भी कंडक्टर दे सरफेस दे जस्ट आउटसाइड कह रहा मैं, जस्ट आउटसाइड इलेक्ट्रिक फील्ड, सॉरी इलेक्ट्रिक फील्ड कितना होगा? सिग्मा बाय एप्सिलॉन नॉट होया करेगा। ਇਹ ਹੁਣ ਸ਼ੀਟਾਂ ਸ਼ੂਟਾਂ ਵਾਲਾ ਮਾਮਲਾ ਨਹੀਂ ਹੈ, ਸੋਲਿਡ ਮੈਟਲ ਦੇ ਜਸਟ ਕਿਸੇ ਕੰਡਕਟਰ ਦੇ ਆਊਟਸਾਈਡ ਦੀ ਗੱਲ ਕੀਤੀ ਹੈ। ਮੈਂ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ। ਦੱਸੋ ਇਹ ਗੱਲ ਸਭ ਨੂੰ ਸਮਝ ਲੱਗ ਗਈ ਕਿ ਨਹੀਂ? ਬੋਲੋ ਬਈ। ਯੈਸ ਸਰ ਲੱਗ ਗਈ। ਆਪਣਾ ਜਿਹੜਾ ਇਹ ਜਿਹੜਾ ਚੀਜ਼ ਆਪਾਂ ਕੀਤੀ ਹੈ ਇਹ ਹੈਗੀ ਆ ਆਪਣੀ ਗੌਸੀਅਨ ਸਰਫੇਸ ਲੈ ਕੇ ਆਪਾਂ ਕਿਸ ਤਰ੍ਹਾਂ ਫਲਕਸ ਦੇ ਥਰੂ ਇਲੈਕਟ੍ਰਿਕ ਫੀਲਡ ਤੱਕ ਪਹੁੰਚਦੇ ਆ। ਉਹਦੇ ਬਾਰੇ ਆਪਾਂ ਇੱਕ ਤਾਂ ਕੀਤਾ ਆਪਾਂ ਲਾਈਨ ਚਾਰਜ, ਇੱਕ ਆਪਾਂ ਕੀਤਾ ਸ਼ੀਟ ਵਾਲਾ ਮਾਮਲਾ ਬਹੁਤ ਜ਼ਰੂਰੀ ਸੀਗਾ ਸਮਝਣਾ, ਇਸ ਲਈ ਆਪਾਂ ਬਹੁਤ ਚੰਗੀ ਤਰ੍ਹਾਂ ਥਿਨ ਸ਼ੀਟ ਤੇ ਥਿਕ ਸ਼ੀਟ ਦੋਨਾਂ ਬਾਰੇ ਕੀਤਾ। ਤੇ ਹੁਣ ਆਪਾਂ ਇਹੀ ਚੀਜ਼ ਕਰਨ ਜਾ ਰਹੇ ਹਾਂ, ਇੱਕ ਬੜਾ ਇੰਪੋਰਟੈਂਟ ਆਰਟੀਕਲ ਜਿਹੜਾ ਤੁਹਾਡੇ ਸਿਲੇਬਸ 'ਚ ਪਿਛਲੇ ਸਾਲ ਉਹਨਾਂ ਨੇ ਇੱਕ ਰੱਖਿਆ ਸੀ, ਕੱਟਤਾ ਸੀਗਾ, ਹੁਣ ਦੋਨੋਂ ਹੈਗੇ ਨੇ। ਇਸ ਵਾਰ ਸਿਲੇਬਸ ਪੂਰਾ ਹੋਊਗਾ। ਤੇ ਇਹ ਹੈ ਵੀ ਐਪਲੀਕੇਸ਼ਨ ਕਿੰਨੀ ਹੋਗੀ ਹੈ? ਤੀਜੀ ਚੌਥੀ ਹੋਗੀ, ਕਿੰਨੀ ਹੋਗੀ? ਪਹਿਲੀ ਲਾਈਨ ਚਾਰਜ ਕੀਤੀ ਆਪਾਂ, ਦੂਜੀ ਸਰਫੇਸ ਚਾਰਜ ਸ਼ੀਟ ਕਰ ਲਈ, तीसरी हुई ना ये तब तीन तो फिर थे कंडक्टिंग वाली भी होगी, चौथी होगी मान लो ये चौथा अपना आर्टिकल हो गया। हुण आपां पता करना इलैक्ट्रिक फील्ड ड्यू टू, हुण थोड़ा तेज काम करांगे तो तुसीं आप दसोगे मैनूं किहो जिहा सरफेस लईए। यूनीफॉर्मली चार्जड शैल, यूनीफॉर्मली चार्ज शैल। ਹੁਣ ਸ਼ੈਲ ਵਾਲੇ ਮਾਮਲੇ 'ਚ ਨਾ ਹਮੇਸ਼ਾ ਬੜਾ ਇੱਕ ਹੁੰਦਾ ਹੈ ਧਿਆਨ ਰੱਖਣ ਵਾਲੀ ਗੱਲ ਵੀ ਪੁਆਇੰਟ ਅੰਦਰ ਆ ਕੇ ਬਾਹਰ ਹੈ। ਤੇ ਤੁਸੀਂ ਦੇਖਿਆ ਹੀ ਆਪਾਂ ਇਹ ਅਲੱਗ-ਅਲੱਗ ਕੀਤਾ। ਤੇ ਸ਼ੈਲ ਜਿਹੜਾ ਹੈ, ਸ਼ੈਲ ਦੇ ਵਿੱਚ ਚਾਰਜ ਹੁੰਦਾ ਵੀ ਜਿਹੜਾ ਆ ਉਹ ਸਰਫੇਸ ਤੇ ਹੁੰਦਾ ਸਿਰਫ, ਵੈਸੇ ਵੀ ਸ਼ੈਲ ਹੋਲੋ ਹੈ। ਤੇ ਇਹਦੇ ਕਰਕੇ ਆਪਾਂ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ। ਤੇ ਤੁਹਾਨੂੰ ਪਤਾ ਇਲੈਕਟ੍ਰਿਕ ਫੀਲਡ ਅੰਦਰ ਕਿੰਨਾ ਹੁੰਦਾ? ਇਹਦੇ 0 ਹੁੰਦਾ ਹੈ। ਆਪਾਂ ਦੇਖ ਚੁੱਕੇ ਹਾਂ ਸ਼ੈਲ ਦੇ ਲਈ ਅੰਦਰ ਇਲੈਕਟ੍ਰਿਕ ਫੀਲਡ 0 ਹੁੰਦਾ ਹੈ। ਤੇ ਆਪਾਂ ਹੁਣ ਇਹਦੇ ਵਿੱਚ ਜਿਹੜਾ ਪਤਾ ਕਰਨਾ ਇਲੈਕਟ੍ਰਿਕ ਫੀਲਡ ਆਪਾਂ ਦੋ ਅਲੱਗ-ਅਲੱਗ ਜਗ੍ਹਾ ਪਤਾ ਕਰਾਂਗੇ। ਪਹਿਲਾਂ ਆਊਟਸਾਈਡ ਪਤਾ ਕਰਦੇ ਹਾਂ, ਆਊਟਸਾਈਡ ਪੁਆਇੰਟ ਤੇ ਪਤਾ ਕਰਦੇ ਹਾਂ। ਤੇ ਆਬਜ਼ਰਵੇਸ਼ਨ ਪੁਆਇੰਟ ਆਪਣਾ ਮੰਨ ਲਓ ਆਇਆ ਆਊਟਸਾਈਡ, ਇੱਥੇ ਪੁਆਇੰਟ P ਹੈ। ਇਹਦਾ ਜਿਹੜਾ ਰੇਡੀਅਸ ਹੈਗਾ ਆ ਸ਼ੈਲ ਦਾ ਰੇਡੀਅਸ ਮੰਨ ਲਓ ਹੈਗਾ R, ਆਊਟਸਾਈਡ ਪੁਆਇੰਟ ਦਾ ਇੱਥੋਂ ਡਿਸਟੈਂਸ ਹੈਗਾ ਮੰਨ ਲਓ ਸਮਾਲ r। ਤੇ ਸਭ ਤੋਂ ਪਹਿਲਾਂ ਸਟੈਪ 1 ਚ ਕੀ ਕਰਦੇ ਹੁੰਦੇ ਆਪਾਂ? ਗੌਸੀਅਨ ਸਰਫੇਸ ਚੂਜ਼ ਕਰਦੇ ਹਾਂ। यस सर। ਤੇ ਅੱਛਾ ਇਹਨੂੰ ਜਿਹੜਾ ਚਾਰਜ ਜਿਹੜਾ ਫੈਲਿਆ ਹੋਇਆ ਉਹ ਚ ਮੰਨ ਲਓ Q ਚਾਰਜ ਫੈਲਿਆ ਹੋਇਆ ਆ ਵੀ ਗੱਲ, ਪੂਰਾ ਟੋਟਲ ਚਾਰਜ Q ਹੈ। ਇੱਥੇ ਕੋਈ ਡੈਂਸਿਟੀ ਕੱਢਣ ਦੀ ਲੋੜ ਨਹੀਂ ਪੈਣੀ ਆਪਾਂ ਨੂੰ, ਇਸ ਲਈ ਆਪਾਂ ਕੋਈ ਪੂਰਾ Q ਲੈ ਲੈਣੇ ਆ। ਆਊਟਸਾਈਡ ਪੁਆਇੰਟ P ਹੈਗਾ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਗੌਸੀਅਨ ਸਰਫੇਸ ਚੂਜ਼ ਕਰਦੇ ਹਾਂ ਨਾ। ਸਟੈਪ 1 ਕੀ ਚੂਜ਼ ਕਰੋਗੇ? ਸ਼ੈਲ ਹੀ ਕਰ ਸਕਦੇ, ਸਫੀਅਰ ਹੀ ਲੈ ਲਓ ਹੈ ਨਾ। ਸਫੀਅਰ ਸਭ ਤੋਂ ਵਧੀਆ ਰਹੇਗਾ। ਗੌਸੀਅਨ ਸਰਫੇਸ ਦੇਖੋ R ਰੇਡੀਅਸ ਦਾ ਕਿ ਨਹੀਂ, ਆ ਗੌਸੀਅਨ ਸਰਫੇਸ ਹੈ ਆਪਣਾ, ਕਿਉਂਕਿ ਇਹਦੇ ਹਰ ਪੁਆਇੰਟ ਤੇ ਸਫੀਅਰ ਤੋਂ ਡਿਸਟੈਂਸ ਸੇਮ ਹੈ, ਸਿਚੁਏਸ਼ਨ ਸੇਮ ਹੈ, ਹਰ ਤਰ੍ਹਾਂ ਇਲੈਕਟ੍ਰਿਕ ਫੀਲਡ ਸੇਮ ਹੋਏਗਾ। ਹਰ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਆਊਟਵਰਡ ਹੋਏਗਾ ਤੇ ਸਰਫੇਸ ਏਰੀਆ ਨਾਰਮਲ ਹੋਏਗਾ ਨਾ, ਸਰ ਜਗ੍ਹਾ ਦੇ ਨਾਲ। ਤਾਂ ਜਦੋਂ ਤੁਸੀਂ ਫਲਕਸ ਪਤਾ ਕਰੋਗੇ ਸਟੈਪ 1 ਤੋਂ ਬਾਅਦ ਸਟੈਪ 2 ਕਰੋਗੇ, ਸਟੈਪ 2 ਚ ਚਾਰਜ ਇਨਕਲੋਜ਼ ਕਿੰਨਾ ਆਏਗਾ? ਪੂਰਾ Q ਜਿਹੜਾ ਚ ਫੈਲਿਆ ਹੋਇਆ ਹੈ ਨਾ। ਤਾਂ ਫਿਰ ਕਿੰਨਾ ਆਏਗਾ? ਸਟੈਪ 3 फ्लक्स पता करोगे, वो आएगा E डॉट ds, E बाहर आ जाएगा, इंटीग्रल ऑफ ds हो जाएगा, वो 4 पाई r स्क्वायर आ जाएगा। देखो तुम दसो अपने आप हो जाएगा ये, उसी इसनु राइट करना है प्रॉपरली। उसी प्रॉपर E डॉट ds लिखोगे, फिर E ds cos 0, फिर cos 0 1, फिर E बाहर आ जाएगा, इंटीग्रल ds इस सरफेस दा a दा 4 पाई r स्क्वायर ना लिख दो, a दा लिखना है जिस गॉसियन सरफेस ते काम कर रहे हो। आओ s बाहर ला तो 4 पाई r स्क्वायर। ਤੇ ਸਟੈਪ 4 ਚ ਕੀ ਆਏਗਾ ਦੱਸੋ? ਆਈ ਆਏਗਾ ਯੈਸ। देयरफॉर E ਜਿਹੜਾ ਆ into 4 pi r square, ਫਿਰ E ਤੁਹਾਡਾ ਕੀ ਆ ਗਿਆ? ਇਹ ਤਾਂ ਬੇਸਿਕਲੀ kq by r square ਨਹੀਂ ਆ ਗਿਆ? ਇਹ ਉਹੀ ਨਹੀਂ ਆ ਗਿਆ ਜਿਹੜਾ ਪੁਆਇੰਟ ਚਾਰਜ ਲਿਆ ਸੀ, ਬਿਲਕੁਲ ਸੇਮ ਹੀ ਨਹੀਂ ਚੱਲਿਆ ਸਾਰਾ ਕੁਝ, ਹੈ ਨਾ। यस सर।
ਇਸੇ ਲਈ ਸ਼ੈਲ ਦੇ ਕੇਸ 'ਚ ਜੇ ਬਾਹਰ ਪੁਆਇੰਟ ਹੋਵੇ ਆਪਾਂ ਮੰਨ ਸਕਦੇ ਹਾਂ ਕਿ ਸਾਰਾ ਚਾਰਜ ਸੈਂਟਰ ਤੇ ਪਿਆ ਹੋਇਆ ਤੇ ਉਹਨੂੰ ਪੁਆਇੰਟ ਚਾਰਜ ਵਾਲਾ ਰਿਜ਼ਲਟ ਲਗਾ ਸਕਦੇ ਹਾਂ। ਦੇਖੋ ਇੱਥੋਂ ਕਿਉਂਕਿ ਆ ਜਾਏਗਾ ਨਾ ਆਪਣੇ ਆਪ, ਦੇਖੋ E is equal to 1/4 pi epsilon naught Q by R square, that is KQ by R square। ਹੋ ਜਾਏਗਾ ਗੱਲ, ਦੱਸੋ। Yes, sir. Yes, sir. ਤੇ ਜੇ ਉਹ ਕਹਿ ਦੇਣ ਕਿ Yes, sir. ਪੁਆਇੰਟ P ਐਟ ਸਰਫੇਸ ਹੋਵੇ, ਜੇ ਉਹ ਕਹਿ ਦੇਣ ਪੁਆਇੰਟ P ਐਟ ਸਰਫੇਸ ਹੋਵੇ, ਇੱਥੇ ਜਸਟ ਐਟ ਸਰਫੇਸ ਜਾਂ ਐਟ ਸਰਫੇਸ ਮਤਲਬ ਜਸਟ ਆਊਟਸਾਈਡ, ਤਾਂ ਗੌਸੀਅਨ ਸਰਫੇਸ ਇਹਦੇ ਜਸਟ ਨਾਲ ਨਹੀਂ ਬਣ ਜਾਏਗਾ ਇੱਥੇ ਇਸ ਤਰ੍ਹਾਂ ਦਾ, ਜਸਟ ਆਊਟਸਾਈਡ ਐਟ ਸਰਫੇਸ। ਤਾਂ ਬੇਸਿਕਲੀ ਆਨਸਰ ਰਿਜ਼ਲਟ ਐਟ ਸਰਫੇਸ ਜਿਹੜਾ ਆਨਸਰ ਆਏਗਾ ਬਿਲਕੁਲ ਸਿਮਿਲਰ ਆਨਸਰ ਆਏਗਾ, E is equal to KQ by R square आ जाएगा। ये कितना है ना, Yes, sir. कोई फर्क नहीं पड़ेगा। तो जब Sir, तो तो हाँ जी, गॉसियन सरफेस का रेडियस भी इस स्फीयर के रेडियस के जितना ही होगा। हाँ बिल्कुल, लगभग, यानी वैसे जस्ट आउटसाइड होगा वो, पर हम उसको बराबर ले लेंगे। तो बिल्कुल गॉसियन सरफेस का रेडियस भी स्फीयर के रेडियस के बराबर हो जाएगा वहां पर, इसीलिए वो हमारे पास लास्ट में ये आंसर आ जाएगा एट सरफेस। Yes, sir. और अगर आपको इनसाइड कोई पॉइंट दे दिया जाता है इसी में, जस्ट मैं चलो अगले पेज पे कर देना, अगर कोई बिल्कुल इस तरह का शेल है, बिल्कुल इसी तरह चार्ज है फैलिया होया, एंड जिस पॉइंट P ਦੇ ਉੱਪਰ ਪਤਾ ਕਰਨਾ ਹੈ ਉਹ ਪੁਆਇੰਟ P ਆਪਾਂ ਇਨਸਾਈਡ ਲੈ ਲੈਣੇ ਆ, ਕੋਈ ਹਰ ਪੁਆਇੰਟ ਤੇ ਆਪਾਂ ਅਲੱਗ-ਅਲੱਗ ਦਿਖਾਵਾਂਗੇ। ਇੱਥੇ P ਪੁਆਇੰਟ ਹੈ ਤੇ ਆ ਆਪਣਾ ਸਰ ਉਹਦਾ ਸੈਂਟਰ ਹੈ ਤੇ ਇਹਦਾ ਰੇਡੀਅਸ R ਹੈ, ਪਰ ਆ ਡਿਸਟੈਂਸ R ਹੈ, ਪਰ ਦਿਸ ਟਾਈਮ R ਇਜ਼ ਲੈਸ ਦੈਨ R ਹੈ। ਹੁਣ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਬਾਰੇ ਜੇ ਆਪਾਂ ਗੱਲ ਕਰੀਏ, ਹਨਾ, ਇੱਥੇ ਆਪਾਂ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਵੀ ਬੇਸਿਕਲੀ ਆਪਾਂ ਇੱਥੇ ਇਲੈਕਟ੍ਰਿਕ ਫੀਲਡ ਕਿਵੇਂ ਲਈਏ, ਕਿਤੇ ਨੂੰ ਬਾਹਰ ਤਾਂ ਆਪਾਂ ਨੂੰ ਸਮਝ ਆ ਜਾਂਦਾ, ਆਪਾਂ ਆਊਟਸਾਈਡ ਲਈਏ, ਹਨਾ, ਠੀਕ ਹੈ। ਤੁਸੀਂ ਇਹ ਗੱਲ ਯਾਦ ਰੱਖੋ, ਜਦੋਂ ਚਾਰਜ ਯੂਨੀਫਾਰਮਲੀ ਡਿਸਟ੍ਰੀਬਿਊਟ ਹੁੰਦਾ ਚਾਰੇ ਪਾਸੇ ਤਾਂ ਇਲੈਕਟ੍ਰਿਕ ਫੀਲਡ ਰੇਡੀਅਲੀ ਆਊਟਵਰਡ ਹੀ ਲੈਣੇ ਆਪਾਂ। ਹਾਲਾਂਕਿ ਇੱਥੇ ਕੋਈ ਬਹੁਤੀ ਇਹਦੀ ਲੋਡ ਨਹੀਂ ਪੈਣ ਵਾਲੀ ਆਪਾਂ ਨੂੰ, ਕਿਉਂਕਿ ਗੌਸੀਅਨ ਸਰਫੇਸ ਕੀ ਚੂਜ਼ ਕਰੋਗੇ P ਪੁਆਇੰਟ ਤੋਂ। ਹੁਣ ਆ ਗੌਸੀਅਨ ਸਰਫੇਸ ਹੋਏਗਾ ਤੇ ਗੌਸੀਅਨ ਸਰਫੇਸ ਦੇ ਥਰੂ ਜੇ ਤੁਸੀਂ ਫਲਕਸ ਪਤਾ ਕਰੋਗੇ, ਇਲੈਕਟ੍ਰਿਕ ਫੀਲਡ ਅਗਰ ਇੱਥੇ E ਮੰਨ ਲਿਆ ਜਾਏ, ਹਾਲਾਂਕਿ ਤੁਹਾਨੂੰ ਪਤਾ ਹੈ ਕਿ 0 ਹੈ, ਮੈਨੂੰ ਪਤਾ ਹੈ ਕਿ ਤੁਹਾਨੂੰ ਪਤਾ ਹੈ, ਆਪਾਂ ਪ੍ਰੂਵ ਕਰ ਰਹੇ, ਪਰ ਤਾਂ ਆਪਣੇ ਕੋਲ ਫਲਕਸ ਕਿੰਨਾ ਆਏਗਾ ਇਨਸਾਈਡ ਲਈ, E into 4 pi R square ਹੀ ਆ ਜਾਏਗਾ ਨਾ ਫਿਰ। Yes, sir. ਤੇ ਫਿਰ ਤੁਸੀਂ ਫਲਕਸ ਜੇ ਕਰੋਗੇ 1/epsilon ਟਾਈਮ ਚਾਰਜ ਐਨਕਲੋਜ਼ ਕਿੰਨਾ ਆਏਗਾ ਇਹਦੇ ਅੰਦਰ, ਇਲੈਕਟ੍ਰਿਕ ਫੀਲਡ ਕਿੰਨਾ ਆ ਜਾਏਗਾ। ਤੇ ਇਹਦਾ ਆਪਾਂ ਗ੍ਰਾਫ ਬਣਾਇਆ ਹੋਇਆ ਨਾ, ਇਹਦਾ ਗ੍ਰਾਫ ਯਾਦ ਰੱਖਿਓ, ਆਹ ਵਾਲੀ ਡੈਰੀਵੇਸ਼ਨਸ ਤੁਹਾਨੂੰ ਪੇਪਰ 'ਚ ਆਉਣਗੀਆਂ, ਤੁਸੀਂ ਆਹ ਵਾਲੀ ਡੈਰੀਵੇਸ਼ਨ ਕਰਕੇ ਉਹਦਾ ਗ੍ਰਾਫ ਸ਼ੋ ਕਰੋਗੇ। E ਦਾ ਵੇਰੀਏਸ਼ਨ ਵਿਦ ਡਿਸਟੈਂਸ ਫਰਮ ਸੈਂਟਰ, R ਦੇ ਉੱਪਰ ਜਾ ਕੇ ਕੀ ਹੁੰਦਾ ਤੁਹਾਨੂੰ ਪਤਾ ਹੈ, ਇਲੈਕਟ੍ਰਿਕ ਫੀਲਡ ਦੀ ਵੈਲਿਊ ਹੁੰਦੀ ਹੈ ਮੈਕਸਿਮਮ, that is KQ by R square। ਉਸ ਤੋਂ ਪਹਿਲਾਂ ਇਲੈਕਟ੍ਰਿਕ ਫੀਲਡ ਰਹਿੰਦਾ 0, ਇੱਥੇ ਮੈਂ ਮੈਕਸਿਮਮ ਤੋਂ ਫਿਰ ਉਹ E proportional to 1/R square ਆ ਦਿਖਦੀ ਹੈ। ਆ ਬਣਾਇਆ ਸੀ ਨਾ ਗ੍ਰਾਫ। Yes, sir. Yes. ਇਹ ਉਹੀ ਹੈ, ਫਿਰ ਇਹ ਉਹੀ ਹੈ, ਇਹ 'ਚ ਕੁਝ ਵੀ ਨਹੀਂ ਹੈਗਾ। ਐਂਡ ਅਗਰ ਤੁਸੀਂ ਗੱਲ ਕਰੋਗੇ ਇਲੈਕਟ੍ਰਿਕ ਫੀਲਡ ਡਿਊ ਟੂ ਯੂਨੀਫਾਰਮਲੀ ਚਾਰਜ ਸ਼ੈਲ, ਕਿਉਂਕਿ ਇਸ ਤੋਂ ਪਹਿਲਾਂ ਸੌਰੀ ਸ਼ੈਲ ਲਈ ਤਾਂ ਆਪਾਂ ਕਰ ਲਿਆ, ਨॉन ਕੰਡਕਟਿੰਗ ਸਫੀਅਰ ਯਾਨੀ ਜਿਹਦੇ ਅੰਦਰ ਵੀ ਚਾਰਜ ਹੋਵੇ, ਦੈਨ ਥੋੜਾ ਮਾਮਲਾ ਡਿਫਰੈਂਟ ਹੋ ਜਾਏਗਾ ਤੇ ਉਹ ਰਿਜ਼ਲਟ ਆਪਣਾ ਇਸੇ ਤਰ੍ਹਾਂ ਹੀ ਆਪਾਂ ਗੌਸੀਅਨ ਸਰਫੇਸ ਤੋਂ ਚੂਜ਼ ਕਰਾਂਗੇ। ਮੈਂ ਦੱਸਦਾ ਕਿਵੇਂ। ਇਲੈਕਟ੍ਰਿਕ ਫੀਲਡ ਡਿਊ ਟੂ, ਇਹ ਤੁਹਾਡਾ ਹੋਮਵਰਕ ਹੈ, ਬਹੁਤ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਵਾ ਤੁਸੀਂ। ਯੂਨੀਫਾਰਮਲੀ ਚਾਰਜਡ ਯਾਦ ਰੱਖਣਾ ਕਿ ਮੈਂ ਕਹਿ ਰਿਹਾ ਨॉन ਕੰਡਕਟਿੰਗ, ਤਾਂ ਇਹਦਾ ਮਤਲਬ ਜਿਹੜਾ ਚਾਰਜ ਯੂਨੀਫਾਰਮਲੀ ਉਹਦੇ ਅੰਦਰ ਹੋਏਗਾ ਉਹ ਅੰਦਰ ਵੀ ਹੋਏਗਾ, ਨਾਟ ਓਨਲੀ ਬਾਹਰ। ਬਾਹਰ ਵਾਲਾ ਤਾਂ ਆਪਾਂ ਉੱਥੇ ਕਿਉਂ ਮੰਨ ਲਿਆ ਸੀ, ਇੱਥੇ ਟੋਟਲ ਚਾਰਜ ਕਿਉਂ ਹੈਗਾ ਤਾਂ ਸਾਰੇ ਦੇ ਅੰਦਰ ਫੈਲਿਆ ਹੋਇਆ। ਸੋ ਅਗਰ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਸ਼ੈਲ ਲੈਂਦੇ ਹੋ ਜਿਸ ਦੇ ਅੰਦਰ ਵੀ ਚਾਰਜ ਫੈਲਿਆ ਹੋਇਆ ਬਰਾਬਰ, ਐਂਡ ਇਸ ਦੇ ਵਿੱਚ ਤੁਸੀਂ ਗੱਲ ਕਰੋਗੇ ਯੂਨੀਫਾਰਮਲੀ ਡਿਸਟ੍ਰੀਬਿਊਟਡ ਚਾਰਜ ਦੀ, ਤਾਂ ਇੱਥੇ ਇਹਦਾ R ਰੇਡੀਅਸ ਹੈ ਮੰਨ ਲਓ, ਐਂਡ ਇਸ ਦੀ ਜਿਹੜੀ ਰੋ ਹੈ ਉਹ ਹੈ ਜੀ ਵੋਲਿਊਮ ਚਾਰਜ ਡੈਂਸਿਟੀ ਹੈ, ਠੀਕ ਹੈ ਜੀ। ਰੋ ਇਜ਼ ਦਾ ਵੋਲਿਊਮ ਚਾਰਜ ਡੈਂਸਿਟੀ, ਐਂਡ ਇਸ ਦੇ ਕਰਕੇ ਵੀ ਤੁਸੀਂ ਅਲੱਗ-ਅਲੱਗ ਜਗ੍ਹਾ ਫਾਈਂਡ ਕਰੋਗੇ। ਪਹਿਲਾਂ ਤੁਸੀਂ ਆਊਟਸਾਈਡ ਪੁਆਇੰਟ ਤੇ ਫਾਈਂਡ ਕਰੋਗੇ। ਹੁਣ ਆਊਟਸਾਈਡ ਪੁਆਇੰਟ ਤੇ ਕੋਈ ਫਰਕ ਨਹੀਂ ਪਏਗਾ, ਇਹਦੀ ਟੋਟਲ ਚਾਰਜ ਮੰਨ ਲਓ ਕਿਉਂ ਦਿੱਤਾ ਹੈ, ਟੋਟਲ ਚਾਰਜ ਕਿਉਂ ਹੀ ਹੈ ਇਹਦਾ, ਬਲਕਿ ਤੁਸੀਂ ਕਹਿ ਸਕਦੇ ਰਿਲੇਸ਼ਨ ਵੀ ਇਹਨਾਂ 'ਚ ਹੈਗਾ ਕਿ ਜਿਹੜਾ ਰੋ ਹੈ ਆਪਣੀ ਉਹ ਬੇਸਿਕਲੀ ਟੋਟਲ ਚਾਰਜ ਓਵਰ ਟੋਟਲ ਵੋਲਿਊਮ ਹੈ, ਇਹ ਰਿਲੇਸ਼ਨ ਹੈ ਇਹਨਾਂ 'ਚ, ਹੈ ਨਾ। Yes.
ਤੇ ਆਊਟਸਾਈਡ ਪੁਆਇੰਟ ਲਈ ਬਿਲਕੁਲ ਸੇਮ ਰਿਜ਼ਲਟ ਆਏਗਾ। ਆਊਟਸਾਈਡ ਪੁਆਇੰਟ ਲਈ ਆਊਟਸਾਈਡ ਪੁਆਇੰਟ ਹੋਵੇ ਜਾਂ ਐਟ ਸਰਫੇਸ ਹੋਵੇ, ਇਹ ਬਿਲਕੁਲ ਸੇਮ ਹੈ ਐਜ਼ केस ऑफ हॉलो शेल या कंडक्टिंग शेल समझ लग जाएगी ना कि वे सेम है। सेम कुछ आएगा ही नहीं, फर्क ही नहीं आएगा कोई। बाहर वाले पॉइंट ले भी सारा चार्ज इनक्लोज हो गया, क्यों ही आएगा? बाहरले पॉइंट ले वही E × 4 पाई स्मॉल आर स्क्वायर आ जाएगा फ्लक्स। तब पिछली जो डेरिवेशन है आ वाली बिल्कुल सिमिलर, चाहे चार्ज ये अंदर भी फैला दो सारा, फिर भी बिल्कुल सेम ही आएगा ना। इतने क्यों आएगा, इतने सब कुछ सेम आएगा। सो सरफेस ਦੇ ਉੱਪਰ ਐਂਡ ਉਹਦੇ ਪਰ ਸੇਮ ਆਏਗਾ। ਇਹਨੂੰ ਆਪਣਾ ਤੁਸੀਂ ਆਪਣੇ ਆਪ ਕਰ ਲੋਗੇ, ਤੁਸੀਂ ਬੁక్స్ ਦੀ ਹੈਲਪ ਵੀ ਲੈ ਸਕਦੇ ਹੋ, ਪਰ ਨਹੀਂ, ਤੁਸੀਂ ਲਿਖਣ ਦਾ ਤਰੀਕਾ ਉਹੀ ਰੱਖਿਓ ਜੋ ਆਪਾਂ ਰੱਖ ਰਹੇ ਹਾਂ। ਫਰਕ ਕਿੱਥੇ ਪਏਗਾ ਦੱਸੋ? क्यू इनसाइड। ਹਾਂ, ਇਨਸਾਈਡ ਦੇ ਫਰਕ ਪਏਗਾ। ਜੇ ਕਿਉਂ ਇਨਸਾਈਡ ਹੋਵੇ ਤਾਂ ਉੱਥੇ ਬਹੁਤ ਧਿਆਨ ਨਾਲ ਸਮਝਣਾ ਚਾਹੀਦਾ ਆਪਾਂ ਨੂੰ ਕਿ ਆਪਾਂ ਕਿਵੇਂ ਕਰਾਂਗੇ। ਰਿਜ਼ਲਟ ਤਾਂ ਆਪਣੇ ਕੋਲ ਹੈਗਾ ਆ ਪਹਿਲਾਂ ਹੀ, ਪਰ ਆਪਾਂ ਕਿਉਂ ਇਨਸਾਈਡ ਲਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਕਿ ਉੱਥੇ ਫਰਕ ਕਿੱਥੇ ਕਿਹੜੇ ਸਟੈਪ ਤੇ ਪਏਗਾ, ਸਟੈਪ ਕਿਹੜੇ ਤੇ ਪਏਗਾ ਦੇਖਦੇ ਹਾਂ। ਤੇ ਇਹਦੇ ਵਿੱਚ ਆ ਸੈਂਟਰ ਹੈ ਤੇ ਇਸ ਤੋਂ P ਪੁਆਇੰਟ ਆ ਰਿਹਾ ਜਿਹੜਾ ਇਨਸਾਈਡ ਹੈ R ਡਿਸਟੈਂਸ ਤੇ ਇਨਸਾਈਡ ਪੁਆਇੰਟ ਤੇ ਆਪਾਂ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ। ਇਹਨੂੰ ਟੋਟਲ ਚਾਰਜ Q ਦਿੱਤਾ ਹੋਇਆ ਆ ਮੰਨ ਲਓ, ਇਹਦੀ ਵੋਲਿਊਮ ਚਾਰਜ ਡੈਂਸਿਟੀ ρ ਮੰਨ ਲਓ। ਸੋ ρ ਜਿਹੜੀ ਹੈ ਇਹਦਾ ਰੇਡੀਅਸ R ਮੰਨ ਲਓ, ਇਹ ਪਤਾ ਹੀ ਹੈ ਤੁਹਾਨੂੰ। ρ ਜਿਹੜੀ ਹੈ ਤੁਹਾਨੂੰ ਪਤਾ ਹੈ Q/। ਤੁਸੀਂ ਕੁਝ ਨਹੀਂ ਕਰਨਾ, P ਪੁਆਇੰਟ ਤੋਂ ਇੱਕ ਗੌਸਿਅਨ ਸਰਫੇਸ ਚੂਜ਼ ਕਰਨਾ ਹੈ। ਸਭ ਤੋਂ ਪਹਿਲਾ ਸਟੈਪ ਗੌਸਿਅਨ ਸਰਫੇਸ I ਹੋਏਗਾ ਨਾ, I ਲਓਗੇ ਯੂ ਸਿਮੈਟਰੀ, ਆ ਗੌਸਿਅਨ ਸਰਫੇਸ ਚੂਜ਼ ਕਰ ਲਿਆ। ਦੂਸਰਾ ਸਟੈਪ ਜਿਹੜਾ ਹੁੰਦਾ ਹੈ ਉੱਥੇ ਹੀ ਫਰਕ ਪਏਗਾ। ਸੋ ਪਹਿਲਾ ਤਾਂ ਸਟੈਪ 1 ਤੁਸੀਂ ਚੂਜ਼ ਕਰ ਲਿਆ ਸਰਫੇਸ, ਇਹ ਲਿਖਣਾ ਤੁਸੀਂ ਇੱਥੇ। ਸਟੈਪ 2 ਚ ਕੀ ਆਏਗਾ, Q ਇਨਸਾਈਡ ਕਿੰਨਾ ਆਏਗਾ, ਇਹ ਬੜੀ ਇੰਪੋਰਟੈਂਟ ਹੈ। ਉਹ ਆਏਗਾ ਡੈਂਸਿਟੀ ਇਨਟੂ ਵੋਲਿਊਮ ਇਨਸਾਈਡ, ਹੈ ਨਾ ਕਿ ਨਹੀਂ ਦੱਸੋ? क्लियर है Yes, सर? इसीलिए ये आएगा डेंसिटी ਜਿਹੜੀ ਆਏਗੀ ਟੋਟਲ ਚਾਰਜ ਬਟਾ, ਇਹਨੂੰ ਮੈਂ ਇਥਰਾ ਲਿਖ ਦੇਣਾ। ਰਿਜ਼ਲਟ ਇਹਦੇ ਕਈ ਫਾਰਮ ਚ ਆਪਾਂ ਯਾਦ ਰੱਖਾਂਗੇ, ਮਤਲਬ ਬਸ ਤੁਸੀਂ ਸਮਝ ਸਾਰੇ ਲੋਕ। ਆ ਕੱਟਿਆ ਗਿਆ ਤਾਂ ਅੰਦਰ ਟੋਟਲ ਚਾਰਜ ਹੋਏਗਾ QR³ ਬਟਾ R³, ਹੈ ਨਾ। ਸਟੈਪ 3 ਕਿੰਨਾ ਸੌਖਾ ਹੈ ਦੇਖੋ। ਫਲਕਸ ਸਿੱਧੀ ਜੀ ਗੱਲ ਹੈ, E ਤੇ DS पे ਬਾਹਰ ਨੂੰ ਲਾਉਂਗੇ, E × 4 पाई R² ਆ ਜਾਏਗਾ, ਕੋਈ ਫਰਕ ਨਹੀਂ ਪੈਂਦਾ ਇਸ ਦੇ ਵਿੱਚ ਵੀ, ਠੀਕ ਹੈ। ਤੇ ਸਟੈਪ 4 ਦੇ ਵਿੱਚ ਕੀ ਹੁੰਦਾ ਹੈ, ਫਲਕਸ 1/ε0 ਟਾਈਮਸ ਚਾਰਜ ਇਨਕਲੋਜ਼ ਇਹੀ ਹੈ ਨਾ, है ना। देयरफॉर क्या आएगा E × 4 पाई R² 1/ε0 times QR³ so this is cancelled। 4 पाई नीचे आ जाएगा तो बेसिकली बन जाता है KQ/R ਦਾ क्यूब ਤੇ इधर R है। ਇਹ ਆਪਣਾ ਇਲੈਕਟ੍ਰਿਕ ਫੀਲਡ ਆਇਆ ਦਾ। ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ? यस ये पॉइंट P सरफेस पे आ गया तो R ਦੀ वैल्यू कैपिटल R हो जाएगी। ਇੱਥੇ कैपिटल R पुट करोगे कट आ जाएगा, आंसर वही आ जाएगा सरफेस पे आ रहा है पहले। ਤੇ ਇੱਥੋਂ ਆ ਵੀ ਪਤਾ ਲੱਗ ਗਿਆ ਇਲੈਕਟ੍ਰਿਕ ਫੀਲਡ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ R ਹੋਏਗਾ ਇਨਸਾਈਡ, ਯਾਨੀ ਇਨਸਾਈਡ ਜਿਹੜਾ ਹੋਏਗਾ ਉਹ ਪ੍ਰੋਪੋਰਸ਼ਨਲ ਟੂ ਦਾ ਡਿਸਟੈਂਸ ਫਰਮ ਦਾ ਸੈਂਟਰ ਹੁੰਦਾ ਹੈ। ਤੇ ਆਪਾਂ ਰਿਜ਼ਲਟ ਕਰ ਚੁੱਕੇ ਹਾਂ ਪਹਿਲਾਂ, ਯਾਦ ਆ ਰਿਹਾ? यस सर। ਤੁਸੀਂ ਕਿਸੇ ਹੋਰ ਤਰ੍ਹਾਂ ਕੀਤਾ ਸੀ ਇਹਨੂੰ, ਤੁਸੀਂ ਇਹਨੂੰ ਡੈਂਸਿਟੀ ਦੀ ਫਾਰਮ ਚ ਕੀਤਾ ਸੀ। ਸੋ ਮੈਂ ਤੁਹਾਨੂੰ ਦੱਸ ਦਿੰਦਾ ਉਹ ਇਹੀ ਸੇਮ ਸੀਗਾ। ਤੁਸੀਂ ਦੇਖੋ ਇਹਨੂੰ ਯਾਦ ਰੱਖਿਆ ਕਰੋ, ਰਿਲੇਟ ਕਰਿਆ ਕਰੋ। ਆਪਣਾ ਆ ਰਿਹਾ ਵਾ KQ/R³ R। ਮੈਂ ਇਹ ਕਹਿ ਰਿਹਾ ਕਿ ਤੁਸੀਂ ਡੈਂਸਿਟੀ ਦੀ ਫਾਰਮ ਚ ਕਰਨਾ ਹੈ ਤਾਂ ਚਾਰਜ ਟੋਟਲ ਕਿੰਨਾ, ਡੈਂਸਿਟੀ ਇਨਟੂ ਵੋਲਿਊਮ ਆਊਗਾ। ਤੁਸੀਂ ਇਹਨੂੰ ਪੁੱਟ ਕਰੋ ρ 4/3 ਪਾਈ R³ ਇਨਟੂ R ਤੇ ਆ ਜਿਹੜਾ K ਹੈ, K ਦੀ ਵੈਲਿਊ ਲਿਖ ਦੋ ਨੀਚੇ 4 ਪਾਈ ε0 R³ ਦਾ ਨੀਚੇ ਹੈਗਾ ਹੀ ਹੈ, ਹਨਾ। ਆ ਕੱਟਿਆ ਜਾਏਗਾ ਇਹਦੇ ਨਾਲ, ਆ ਕੱਟਿਆ ਜਾਏਗਾ ਇਹਦੇ ਨਾਲ, ਇਹ ਆ ਜਾਏਗਾ ρR/3ε0। याद आया है इनसाइड आई सी ना ਤੁਸੀਂ ਰਿਜ਼ਲਟ ਜੋ ਕੀਤਾ ਸੀ।
ਯੈਸ ਸਰ ਤੁਸੀਂ ਇਸ ਫਾਰਮ 'ਚ ਪੇਪਰ 'ਚ ਪੁੱਛਿਆ ਜਾਵੇ ਤਾਂ ਇੱਥੇ ਵੀ ਛੱਡ ਸਕਦੇ ਹੋ, ਉਹਦੇ ਲਈ ਆਵੇ ਰਿਜ਼ਲਟ ਠੀਕ ਹੈ ਤੇ ਉਹ ਵੀ ਠੀਕ ਹੈ, ਜਿਹੜਾ ਵਰਤਣਾ ਹੈ ਵਰਤ ਦਿਆ ਕਰੋ। ਜਿੱਥੇ ਡੈਂਸਿਟੀ ਜ਼ਿਆਦਾ ਰਿਜ਼ਲਟ ਹੈ ਉਹ ਆ ਦੱਸ ਦਿਓ। ਇਹਦਾ ਨਾ ਗ੍ਰਾਫ ਬਣੇਗਾ, ਗ੍ਰਾਫ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਹੈਗੀ ਹੈ ਹੁਣ, ਇਹਦਾ ਗ੍ਰਾਫ ਕਿਵੇਂ ਬਣੇਗਾ? ਦੇਖੋ ਇਹ 'ਚ r ਇਕੁਅਲ ਟੂ r ਹੈਗਾ, r ਦੇ ਉੱਪਰ ਤਾਂ ਜਾ ਕੇ ਬਿਲਕੁਲ ਸਰਫੇਸ ਤੇ ਉਨਾ ਹੀ ਹੈ k ਕਿਊਬ ਆਏ r ਸਕੁਅਰ, ਬਾਹਰ ਵੀ ਇਦਾਂ ਹੀ ਹੈ ਤੇ ਇੱਥੇ ਇਦਾਂ ਹੈ ਹਨਾ, ਇਹ ਸਟ੍ਰੇਟ ਲਾਈਨ ਹੈ। ਇਹ ਹੈਗਾ ਨॉन ਕੰਡਕਟਿੰਗ ਦੇ ਲਈ E ਪ੍ਰੋਪੋਰਸ਼ਨਲ ਟੂ r ਹੈ, ਇੱਥੇ E ਪ੍ਰੋਪੋਰਸ਼ਨਲ ਟੂ 1/r ਸਕੁਅਰ ਤੇ ਆ ਆਪਣਾ ਮੈਕਸਿਮਮ ਇਲੈਕਟ੍ਰਿਕ ਫੀਲਡ ਐਟ ਦਾ ਸਰਫੇਸ। ਦੱਸੋ ਗੱਲ ਕਲੀਅਰ ਹੋਈ? ਯੈਸ ਸਰ ਸੋ ਬਹੁਤ ਚੰਗੀ ਤਰ੍ਹਾਂ ਇੰਨਾ ਕੰਮ ਤੁਸੀਂ ਕਰਨਾ ਹੈ ਜਿਹੜਾ ਮੈਂ ਤੁਹਾਨੂੰ ਕਿਹਾ ਹੁਣ ਤੱਕ ਕਰਵਾਇਆ। ਇਹਦੇ ਉੱਪਰ ਥੋੜੀ ਜਿਹੀ ਗੱਲਾਂ ਬਸ ਜ਼ਿਆਦਾ ਨਹੀਂ, ਇਹਦੇ ਪਰ 2-3 ਗੱਲਾਂ ਬਸ ਮੈਂ ਕਰੂੰਗਾ ਛੋਟੀ ਛੋਟੀ, ਹੋ ਸਕਦਾ 15-20 ਮਿੰਟ, ਤੇ 15-20 ਮਿੰਟ ਦਾ ਇਹ ਕੰਮ ਕੱਲ ਆਪਾਂ ਕਰ ਲਾਂਗੇ। ਤੇ ਉਸ ਤੋਂ ਬਾਅਦ ਮੈਂ ਚਾਹੂੰਗਾ ਕਿ ਮੈਂ ਤੁਹਾਨੂੰ ਪ੍ਰੈਕਟਿਸ ਸ਼ੀਟਸ ਐਂਡ ਸਬਜੈਕਟਿਵ ਟੈਸਟ ਜੋ ਤੁਹਾਡਾ ਹੋਇਆ ਨਾ ਹੁਣੀ, ਜਿਹੜਾ ਰੀਸੈਂਟਲੀ ਤੁਸੀਂ ਦਿੱਤਾ ਆ, ਉਸ ਟੈਸਟ ਦੇ ਸਾਰੇ ਕੁਐਸਚਨਸ ਡਿਸਕਸ ਕਰਵਾਉਂਗਾ ਕੱਲ। ਕਿਸੇ ਨੂੰ ਕੋਈ ਵੀ ਡਾਊਟ ਹੋਵੇ, ਕੋਈ ਪ੍ਰੋਬਲਮ ਆਈ ਹੋਵੇ, ਉਹ ਪਹਿਲਾ ਟੈਸਟ ਹੀ ਡਿਸਕਸ ਕਰਾਉਂਗਾ, ਬਲਕਿ ਜਿਹੜਾ 15 ਕੁਐਸਚਨ ਦਾ ਟੈਸਟ ਹੋਇਆ ਸੀ ਤੁਹਾਡਾ, ਪਹਿਲਾਂ ਉਹ ਟੈਸਟ ਡਿਸਕਸ ਕਰਕੇ ਫਿਰ ਪ੍ਰੈਕਟਿਸ ਸ਼ੀਟਸ 1 2 3 ਦੀ ਪ੍ਰੋਬਲਮਸ ਕਰ ਲਵਾਂਗਾ ਮੈਂ ਬਸ। ਠੀਕ ਹੈ ਜੀ? ਸੋ ਹੁਣ ਇਹਨੂੰ ਕਰੋ, ਅੱਜ ਦਾ ਲੈਕਚਰ ਚੰਗੀ ਤਰ੍ਹਾਂ ਪੜ੍ਹੋ, ਚੰਗੀ ਤਰ੍ਹਾਂ ਧਿਆਨ ਨਾਲ ਕਰੋ, ਜਿਵੇਂ ਕਿਹੜੀਆਂ ਗੱਲਾਂ ਕਲੈਰਿਟੀ ਨਾ ਹੋਣੀ ਚਾਹੀਦੀਆਂ, ਜਿਵੇਂ ਬਲਜੀਤ ਨਾਲ ਜਵਾਬ ਦੇ ਰਿਹਾ ਸੀ, ਬਿਲਕੁਲ ਉਵੇਂ ਤੁਹਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਚੀਜ਼ਾਂ ਵੀ ਕਿਹੜੀ ਗੱਲ ਨੂੰ ਕਿਵੇਂ ਰਿਲੇਟ ਕਰਦੇ। ਠੀਕ ਹੈ ਜੀ? ਥੈਂਕ ਯੂ।